ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਤੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਪੱਖ ਦੀਆਂ ਖਬਰਾਂ। ਸਾਡੇ ਨਾਲ ਕੈਲਰੀ ਤੋਂ ਜੁੜ ਰਹੇ ਨੇ ਹਰਪ੍ਰੀਤ ਰੰਧਾਵਾ ਜੀ, ਟੋਰਾਂਟੋ ਤੋਂ ਹਰਨੇਹਾ ਗੁਲਾਟੀ ਜੀ ਤੇ ਪਰਮਿੰਦਰ ਸਿੰਘ ਜੀ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਜੀ। ਧੰਨਵਾਦ ਜੀ। ਗੱਲਬਾਤ ਸ਼ੁਰੂ ਕਰਾਂਗੇ ਇੱਕ ਪੱਖ ਦੇ ਮਸਲੇ ਤੋਂ ਜੋ ਕੈਲਰੀ ਤੋਂ ਹੀ ਸ਼ੁਰੂ ਹੋਇਆ ਕਿ ਕੈਲਰੀ ਟ੍ਰਾਂਜ਼ਿਟ ਦੇ ਇੱਕ ਡਰਾਈਵਰ ਜੈਸੀ ਰਾਓ ਨੇ ਕੱਲ ਇੱਕ ਬੱਸ ਦੇ ਵਿੱਚ ਇੱਕ ਪੇਂਟਿੰਗ ਕੀਤੀ ਸੀ, ਇੱਕ ਐਡਵਰਟਾਈਜ਼ਮੈਂਟ ਕੀਤੀ ਸੀ ਜਿਸ ਦੇ ਵਿੱਚ ਇੱਕ ਰੇਨਬੋ ਬਣਾਇਆ ਹੋਇਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੀਕਐਂਡ ਅਗਲੇ ਵੀਕਐਂਡ ਦੇ ਵਿੱਚ ਇੱਥੇ ਪ੍ਰਾਈਡ ਪਰੇਡ ਹੋਣੀ ਆ। ਪ੍ਰਾਈਡ ਪਰੇਡ ਦੇ ਵਿੱਚ ਥੋੜਾ ਜਿਹਾ ਸਮਾਂ ਪਹਿਲਾਂ ਸਾਡੇ ਕਾਉਂਸਲਰ ਸ਼ਾਨ ਚੂ ਨੇ ਪਹਿਲਾਂ ਤਾਂ ਕਿਹਾ ਸੀ ਕਿ ਜਿਹੜੇ ਉਹ ਪੇਂਟਿੰਗ ਦੇ ਵਿੱਚ ਬਲੀਵ ਨਹੀਂ ਕਰਦੇ, ਪਰ ਦੂਜੇ ਪਾਸੋਂ ਉਹਨਾਂ ਨੇ ਫੰਡਿੰਗ ਵੀ ਡਿਕਲੇਅਰ ਕੀਤੀ ਸੀ ਕਿ ਮੁੱਖ ਚੌਰਾਹੇ 17 ਐਵਨਿਊ 4 ਸਟਰੀਟ ਤੇ ਦੂਜਾ ਸਿਟੀ ਕਾਉਂਸਲ ਦੇ ਜਿਹੜਾ ਅੱਗੇ ਜਿਹੜਾ ਪੈਡਿਸਟਰੀਅਨ ਵਾਕਵੇ ਆ ਉਸ ਨੂੰ ਇੱਕ ਰੇਨਵੇ ਦੀ ਤਰ੍ਹਾਂ ਹੀ ਪੇਂਟ ਕਰ ਦਿੱਤਾ ਜਾਵੇ। ਪਰ ਜਿਹੜੀ ਖਬਰ ਆ ਰਹੀ ਆ ਉਹ ਖਬਰ ਇਹ ਆ ਕਿ ਪੈਟਿਸਨ ਜਿਹੜਾ ਕਿ ਐਡਵਰਟਾਈਜ਼ਮੈਂਟ ਦੇ ਲਈ ਇੱਕ ਕੰਪਨੀ ਰਿਸਪੌਂਸੀਬਲ ਆ, ਉਹਨਾਂ ਦੇ ਯੋਗਦਾਨ ਦੇ ਨਾਲ ਤੇ ਪ੍ਰਾਈਡ ਪਰੇਡ ਦੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਦੇ ਯੋਗਦਾਨ ਦੇ ਨਾਲ ਇੱਕ ਬੱਸ ਪੂਰੀ ਤਰ੍ਹਾਂ ਪੇਂਟ ਕੀਤੀ ਗਈ ਸੀ ਰੇਨਬੋ ਦੇ ਨਾਲ। ਰੇਨਬੋ ਦੀ ਪਛਾਣ ਇਹ ਆ ਕਿ ਵੀ ਸਪੋਰਟ ਹੋਮੋਸੈਕਸ਼ੁਅਲਿਟੀ। ਆਈ ਡੋਂਟ ਨੋ ਕਿ ਇਹ ਕਸਟਮਰਾਂ ਦੀ ਗੱਲ ਕੀਤੀ ਜਾ ਰਹੀ ਸੀ, ਪੈਸੇਂਜਰਾਂ ਦੀ ਗੱਲ ਕੀਤੀ ਜਾ ਰਹੀ ਸੀ ਜਾਂ ਡਰਾਈਵਰਾਂ ਦੀ ਗੱਲ ਕੀਤੀ ਜਾ ਰਹੀ ਸੀ, ਪਰ ਜੈਸੀ ਰਾਓ ਜੋ ਕਿ ਆਲਮੋਸਟ 1 ਸਾਲ ਤੋਂ ਟ੍ਰਾਂਜ਼ਿਟ ਦੇ ਵਿੱਚ ਬੱਸ ਚਲਾ ਰਹੇ ਨੇ, ਉਹਨਾਂ ਨੇ ਇਹ ਬੱਸ ਚਲਾਉਣ ਤੋਂ ਬਿਲਕੁਲ ਮਨਾ ਕਰ ਦਿੱਤਾ ਤੇ ਟ੍ਰਾਂਜ਼ਿਟ ਨੂੰ ਤੇ ਯੂਨੀਅਨ ਨੂੰ ਖਾਸ ਕਰਕੇ ਇਹ ਕਿਹਾ ਕਿ ਜੇ ਮੈਨੂੰ ਮਜਬੂਰ ਕਰੋਗੇ ਇਹ ਬੱਸ ਚਲਾਉਣ ਲਈ ਤਾਂ ਮੈਨੂੰ ਤੁਸੀਂ ਫਾਇਰ ਵੀ ਕਰ ਸਕਦੇ ਹੋ ਜਾਂ ਮੈਂ ਜੌਬ ਕੁਇਟ ਕਰ ਦੂੰਗਾ। ਪਰ ਉਸ ਦਾ ਰੀਜ਼ਨ ਇਹ ਦੱਸਿਆ ਗਿਆ ਕਿ ਆਈ ਐਮ ਏ ਕ੍ਰਿਸਚੀਅਨ, ਆਈ ਡੋਂਟ ਬਿਲੀਵ ਇਨ ਦਿਸ। ਮੇਰਾ ਧਰਮ ਹੋਮੋਸੈਕਸ਼ੁਅਲਿਟੀ ਦੀ ਸਪੋਰਟ ਨਹੀਂ ਕਰਦਾ। ਚਾਹੇ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਹੋਮੋਸੈਕਸ਼ੁਅਲਸ ਆਰ ਇਕੁਅਲ, ਦੇ ਹੈਵ ਇਕੁਅਲ ਰਾਈਟਸ, ਬਟ ਯੂ ਕੈਨ ਨਾਟ ਫੋਰਸ ਮੀ ਟੂ ਡਰਾਈਵ ਦਿਸ ਬੱਸ, ਕਿਉਂਕਿ ਇਹਦੇ ਨਾਲ ਮੈਨੂੰ ਲੱਗਦਾ ਕ੍ਰਿਸਚੀਅਨਿਟੀ ਦੀ ਆਪਣੀ ਧਰਮ ਦੀ ਪਾਲਣਾ ਕਰਦਾ ਕਿਤੇ ਉਲੰਘਣਾ ਨਾ ਕਰ ਜਾਵਾਂ। ਗੱਲਬਾਤ ਸ਼ੁਰੂ ਕਰਾਂਗੇ ਹਰਨੇਹਾ ਜੀ ਤੋਂ। ਹਰਨੇਹਾ ਜੀ, ਡਰਾਈਵਰ ਦੇ ਉਸ ਫੈਸਲੇ ਨੂੰ ਤੁਸੀਂ ਸਪੋਰਟ ਕਰਦੇ ਹੋ ਜਾਂ ਨਹੀਂ? डेफिनेटली दविंदर जी, मैं दसना चाहूँगी कि ड्राइवर ने जो फैसला किया है क्योंकि बस का जो कलर है वो रेनबो कलर है तो LGBT कम्यूनिटी को सपोर्ट करता है तो वो बस नहीं चलाएंगे, ये बिल्कुल गलत है। ये कई सारे कारण हैं। सब तो पहला कारण तो यह है कि जब तुम काम पर जाते हो, खास तौर पर पब्लिक सर्विस की जी जॉब होंगी है वो हर तरह का इंसान जोड़ा है तो मिलता है, वो की बिलीव्स हैं, उन्होंने की पर्सनल लाइफ, इन्हों की पर्सनल चॉइस है, तो कोई इंटरफेरेंस नहीं होनी चाहिए। तुसी उत्थे अपना काम करने लिए पहुंचे हो, अपनी ड्यू डिलीजेंस करने लिए पहुंचे हो, इस तुसी कौन होंदे हो ये फैसला करने वाले कि वो क्योंकि इस तरह का बंदा है इसलिए तुसी उहदे नाल नहीं काम करोगे। ये बिल्कुल गलत सी। उन्होंने बहुत ही गलत जोड़ा है कि जो फैसला सुनाया है कि वो बस नहीं चलाएंगे। ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਮੈਂ ਵੀ ਹਰਨੇਹਾ ਜੀ ਦੇ ਨਾਲ ਰਾਬਤਾ ਰੱਖਦਾ ਹਾਂ ਕਿ ਇਹ ਜੋ ਵੀ ਡਰਾਈਵਰ ਵੱਲੋਂ ਸਟੈਪ ਚੁੱਕਿਆ ਗਿਆ ਉਹ ਬਿਲਕੁਲ ਗਲਤ ਸੀਗਾ। ਡਰਾਈਵਰ ਨੂੰ ਕਿਉਂਕਿ ਜਦੋਂ ਕੋਈ ਵੀ ਆਈ ਥਿੰਕ ਹਾਇਰਿੰਗ ਹੁੰਦੀ ਹੈ, ਕਿਸੇ ਵੀ ਕੰਪਨੀ ਦੇ ਵਿੱਚ ਹਾਇਰਿੰਗ ਹੁੰਦੀ ਹੈ ਤਾਂ ਕੁਝ ਕੰਡੀਸ਼ਨਸ ਹੁੰਦੀਆਂ, ਉਹਦੇ ਵਿੱਚ ਉਸ ਕੰਡੀਸ਼ਨ ਨੂੰ ਦੇ ਦੌਰਾਨ ਹੀ ਤੁਸੀਂ ਜਿਹੜਾ ਆ ਆਪਣੀ ਜੌਬ ਨੂੰ ਕਹਿ ਸਕਦੇ ਕਿ ਮੈਂ ਇਹ ਜੌਬ ਜਿਹੜੀ ਆ ਉਹ ਨਹੀਂ ਕਰ ਸਕਦਾ। ਮੈਂ ਸਿਰਫ ਸੇਫਟੀ ਕੰਸਰਨ ਨੂੰ ਨਾਰਮਲੀ ਕਿਹਾ ਜਾਂਦਾ ਕਿ ਅਗਰ ਤੁਹਾਨੂੰ ਲੱਗਦਾ ਕਿ ਸੇਫਟੀ ਕੰਸਰਨ ਹੈਗੇ ਆ ਤਾਂ ਹੀ ਤੁਸੀਂ ਇਨਕਾਰ ਕਰ ਸਕਦੇ ਆ ਉਹ ਪਰਟੀਕੂਲਰ ਕੰਮ ਕਰਨ ਤੋਂ। ਸੋ ਇੱਥੇ ਜਿਹੜਾ ਹੈਗਾ ਆ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਸੇਫਟੀ ਕੰਸਰਨ ਹੈਗਾ ਆ। ਹਰਪ੍ਰੀਤ ਜੀ, ਦੋਸ਼ੀ ਡਰਾਈਵਰ ਜਾਂ ਕੈਲਰੀ ਟ੍ਰਾਂਜ਼ਿਟ? ਦਵਿੰਦਰ ਜੀ, ਦੋਸ਼ੀ ਕੌਣ ਆ ਇਸ ਗੱਲ ਤੇ ਮੈਂ ਨਹੀਂ ਕਹਿ ਸਕਦਾ, ਪਰ ਮੈਂ ਹਰਨੇਹਾ ਜੀ ਤੇ ਪਰਮਿੰਦਰ ਜੀ ਦੀ ਗੱਲ ਤੋਂ ਐਗਰੀ ਨਹੀਂ ਕਰਦਾ। ਇਹ ਕਹਿ ਰਹੇ ਨੇ ਕਿ ਡਰਾਈਵਰ ਨੇ ਗਲਤ ਕੀਤਾ। ਦੇਖੋ, ਜਦੋਂ ਆਪਾਂ ਕੋਈ ਵੀ ਜੌਬ ਕਰਦੇ ਆ, ਮੈਂ ਮੰਨਦਾ ਵਾਂ ਹਰ ਕੰਮ ਦਾ ਇੱਕ ਕਾਇਦਾ ਹੁੰਦਾ ਵਾ, ਹਰ ਕੰਮ ਦਾ ਹਰ ਇੰਪਲੋਇਰ ਦੀ ਇੱਕ ਰੂਲਸ ਐਂਡ ਰੈਗੂਲੇਸ਼ਨ ਹੁੰਦੀ ਹੈ, ਪਰ ਜਦੋਂ ਧਰਮ ਵਿੱਚ ਆਉਂਦਾ ਵਾ, ਧਰਮ ਇੱਕ ਇੱਦਾਂ ਦਾ ਸੈਂਸਿਟਿਵ ਮੁੱਦਾ ਵਾ, ਜਦੋਂ ਧਰਮ ਵਿੱਚ ਆਉਂਦਾ ਵਾ, ਮੇਰੇ ਖਿਆਲ ਕਿਤੇ ਨਾ ਕਿਤੇ ਹਰ ਬੰਦੇ ਕੋਲ ਰਾਈਟ ਹੈਗਾ ਵਾ ਆਪਣੀ ਗੱਲ ਕਰਨ ਦਾ। ਠੀਕ ਹੈ, ਉਹਨਾਂ ਨੇ ਕੰਮ ਕਰਨ ਤੋਂ ਮਨਾ ਕੀਤਾ, ਮੇ ਵੀ ਉਹਨਾਂ ਦਾ ਇੱਕ ਵੇ ਹੋਏ ਮੈਸੇਜ ਦੇਣ ਵਾਸਤੇ। ਤੁਸੀਂ ਜੇ ਦੇਖੋ ਤਾਂ ਕੈਲਗਰੀ ਟ੍ਰਾਂਜ਼ਿਟ ਨੇ ਪੈਟੀਸਨ ਦਾ ਨਾਂ ਲਿਆ, ਪੈਟੀਸਨ ਨੇ $9,000 ਦਿੱਤੇ ਬੱਸ ਨੂੰ ਰੈਪ ਕਰਾਉਣ ਵਾਸਤੇ। ਹੁਣ ਜੇ ਡਰਾਈਵਰ ਆਂਦਾ ਕਿ ਮੈਂ ਕ੍ਰਿਸਚਨ ਆ, ਮੇਰੇ ਧਰਮ ਵਿੱਚ ਹੋਮੋਸੈਕਸੁਅਲਿਟੀ ਨਹੀਂ ਅਲਾਉਡ ਹੈਗੀ, ਮੈਂ ਕਿੱਦਾਂ ਇਹ ਬੱਸ ਚਲਾਵਾਂ? ਮੇਰੇ ਖਿਆਲ ਕਿਤੇ ਨਾ ਕਿਤੇ ਡਰਾਈਵਰ ਦਾ ਜੋ ਮੈਸੇਜ ਆ ਰਾਈਟ ਆ, ਜਿਹੜੀ ਕੈਲਗਰੀ ਟ੍ਰਾਂਜ਼ਿਟ ਜਾਂ ਕੋਈ ਵੀ ਕੰਪਨੀ ਹੋਵੇ, ਕੋਈ ਵੀ ਇੰਪਲੋਇਰ ਹੋਵੇ, ਜਿਹੜੇ ਇੰਪਲੋਇਰਸ ਹੈ ਇਹਨਾਂ ਨੂੰ ਵੀ ਵੇਖਣਾ ਚਾਹੀਦਾ ਕਿ ਕੀ ਪ੍ਰਮੋਟ ਕਰਦੇ ਆ। ਸਿਰਫ ਐਡ ਰੈਵਨਿਊ ਨਾ ਵੇਖਣ,
ਕਿਤੇ ਨਾ ਕਿਤੇ ਇਹ ਵੀ ਵੇਖਣ ਕਿ ਇਹ ਕਿਹਦੀ ਸੈਂਟੀਮੈਂਟਸ ਨੂੰ ਹਰਟ ਤੇ ਨਹੀਂ ਕਰਦਾ। ਇੱਕ ਕਲੀਨ ਕਲੀਅਰ ਮੈਸੇਜ ਹੋਣਾ ਚਾਹੀਦਾ ਵਾ EMPLOYERS ਵੱਲੋਂ ਵੀ, ਸਿਰਫ ਐਡ ਰੈਵਨਿਊ ਉੱਤੇ ਨਾ ਜਾਣ। ਜੇ ਇੱਕ ਗੱਲਬਾਤ ਕੀਤੀ ਜਾਵੇ ਟੈਲਰੀ ਟ੍ਰਾਂਜ਼ਿਟ ਦੀ ਪਾਲਿਸੀਜ਼ ਦੇ ਲਈ, ਤਾਂ ਇਹ ਗੱਲ ਮੈਂ ਜ਼ਰੂਰ ਕਰਨਾ ਚਾਹੁੰਦਾ ਕਿ ਜਿਹੜੇ ਉਹਨਾਂ ਦੇ ਬੁਲਾਰੇ ਵੀ ਨੇ ਜਾਂ ਅਸੀਂ ਸਾਰਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਵੀ 에ਅਰ ਤੇ ਜਾਂ ਟੀਵੀ ਚੈਨਲ ਤੇ ਆਉਣ ਦੀ ਗੱਲ ਨਹੀਂ ਕਰ ਰਿਹਾ। ਜਿੰਨੀ ਕੁ ਜਾਣਕਾਰੀ ਮੈਨੂੰ ਹੈ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਡਰਾਈਵਰਸ ਨੂੰ ਬੱਸਾਂ ਕਿਵੇਂ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਨੇ। ਕਈ ਗੱਲਾਂ ਤਾਂ ਬੜੀਆਂ ਹਾਸੋਹਾਣੀਆਂ ਹੀ ਹੁੰਦੀਆਂ ਨੇ ਜਦੋਂ ਤੁਸੀਂ ਉਸ ਸੀਟ ਤੇ ਬੈਠੇ ਦੇਖਦੇ ਹੋ ਕਿ ਜੇ ਆਲਮੋਸਟ ਹੁਣ ਟ੍ਰਾਂਜ਼ਿਟ ਦੀਆਂ, ਮੈਨੂੰ ਟੈਲਰੀ ਟ੍ਰਾਂਜ਼ਿਟ ਦੀ ਐਗਜ਼ੈਕਟ ਬੱਸਾਂ ਦਾ ਤਾਂ ਨਾਂ ਨਹੀਂ ਪਤਾ, ਪਰ ਜੇ ਗਰਾਜ ਦੇ ਵਿੱਚ ਬੱਸਾਂ ਖੜੀਆਂ ਨੇ ਤਾਂ ਡਰਾਈਵਰਸ ਵੱਲੋਂ ਰਿਕੁਐਸਟ ਦਿੱਤੀ ਜਾਂਦੀ ਆ, ਡਰਾਈਵਰਸ ਵੱਲੋਂ ਰਿਕੁਐਸਟ ਦਿੱਤੀ ਜਾਂਦੀ ਆ ਕਿ ਮੈਂ ਪਰਟੀਕੂਲਰ ਕਾਈਂਡ ਦੀ ਬੱਸ ਹੀ ਚਲਾ ਸਕਦਾ। ਉਸ ਦੇ ਲਈ ਡਾਕਟਰਸ ਦੇ ਨੋਟ ਵੀ ਲਿਆਂਦੇ ਜਾਂਦੇ ਨੇ। ਕਈ ਵਾਰ ਤਾਂ ਕੀਤਾ ਜਾਂਦਾ ਕਿ ਡਰਾਈਵਿੰਗ ਜਿਹੜੀ ਬੱਸ ਆ ਉਹ ਪਾਵਰ ਸਟੀਅਰਿੰਗ ਹੋਣੀ ਚਾਹੀਦੀ ਆ ਜਾਂ ਲੋ ਫਲੋਰ ਨਹੀਂ ਹੋਣੀ ਚਾਹੀਦੀ, ਹਾਈ ਫਲੋਰ ਹੋਣੀ ਚਾਹੀਦੀ ਆ। ਟੈਲਰੀ ਟ੍ਰਾਂਜ਼ਿਟ ਯੂਨੀਅਨ ਦੇ ਵਿੱਚ ਮਿਡਲ ਨਾਲ ਹੋਣ ਦੇ ਨਾਲ ਇਹੋ ਜਿਹੀਆਂ ਰਿਕੁਐਸਟ ਨੂੰ ਅਕੋਮੋਡੇਟ ਕਰਦਾ। ਜਿਵੇਂ ਟੈਲਰੀ ਟ੍ਰਾਂਜ਼ਿਟ ਨੇ ਵੀ ਆਪਣੀ ਪੋਜੀਸ਼ਨ ਡਿਕਲੇਅਰ ਕੀਤੀ ਆ ਕਿ ਜੇ ਇਹ ਹੈਲਥ ਤੇ ਸੇਫਟੀ ਦਾ ਰਿਸਕ ਹੀ ਹੁੰਦਾ ਤਾਂ ਅਸੀਂ ਉਸ ਨੂੰ ਅਕੋਮੋਡੇਟ ਕਰਦੇ ਹਾਂ। ਪਰ ਦੂਜੇ ਪਾਸੇ ਜਿਹੜੀ ਗੱਲ ਕੀਤੀ ਜਾਂਦੀ ਆ ਕਿ ਡਰਾਈਵਰ ਨੇ ਮੀਡੀਆ ਦੇ ਵਿੱਚ ਜਾ ਕੇ ਆਪਣੀ ਧਰਮ ਦੀ ਗੱਲ ਕਰਕੇ ਇੱਕ ਹੋਮੋਸੈਕਸ਼ੁਅਲਿਟੀ ਦੇ ਉਲਟ ਗੱਲ ਕੀਤੀ ਆ। ਟੈਲਰੀ ਟ੍ਰਾਂਜ਼ਿਟ ਦੀ ਪਾਲਿਸੀਜ਼ ਉਹ ਅਲਾਉ ਨਹੀਂ ਕਰਦੀਆਂ। ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਡਰਾਈਵਰਸ ਕੈਨ ਪੁੱਟ ਅ ਰਿਕੁਐਸਟ। ਹਰਪ੍ਰੀਤ ਜੀ, ਤੁਹਾਨੂੰ ਮੈਂ ਗੱਲ ਦੱਸਣਾ ਚਾਹੁੰਦਾ, ਜੇ ਇੱਕ ਡਿਸਪੈਚ ਜੋ ਟੈਲਰੀ ਟ੍ਰਾਂਜ਼ਿਟ ਦਾ ਹੋ ਸਕਦਾ ਸੀ, ਰੇਨਬੋ ਦੀਆਂ ਜਿਹੜੀਆਂ ਬੱਸਾਂ ਨੇ ਉਹ ਸਾਰੀਆਂ ਤਾਂ ਪੇਂਟ ਨਹੀਂ ਹੋਈਆਂ, ਲੈਟਸ ਸੇ ਕਿ 10-15 ਬੱਸਾਂ ਪੇਂਟ ਵੀ ਹੋ ਗਈਆਂ, ਉਹਨਾਂ ਬੱਸਾਂ ਨੂੰ ਇੱਕ ਵੱਖਰੀ ਰੋਅ ਦੇ ਵਿੱਚ ਖੜਾ ਕੀਤਾ ਜਾ ਸਕਦਾ ਸੀ। ਜੇ ਕਿਸੇ ਡਰਾਈਵਰ ਨੂੰ ਆਪਣੇ ਧਰਮ ਸੰਬੰਧੀ ਕੋਈ ਰਿਕੁਐਸਟ ਹੁੰਦੀ ਤਾਂ ਉਹ ਡਿਸਪੈਚ ਜਾਂ ਮੈਨੇਜਮੈਂਟ ਨੂੰ ਪ੍ਰੋਪਰਲੀ ਅਪਰੋਚ ਕਰਕੇ ਕਹਿ ਸਕਦਾ ਸੀ ਕਿ ਆਈ ਡੋਂਟ ਫੀਲ ਕੰਫਰਟੇਬਲ ਇਨ ਡਰਾਈਵਿੰਗ ਦਿਸ ਬੱਸ, ਇਹ ਬੱਸ ਰੀਜ਼ਨੇਬਲ ਆ ਰਿਕੁਐਸਟ ਤੇ ਆਈ ਥਿੰਕ ਇਟ ਕੈਨ ਬੀ ਅਕੋਮੋਡੇਟ ਐਜ਼ ਲੌਂਗ ਐਜ਼ ਤੁਸੀਂ ਇਹ ਨਾ ਕਹੋ ਕਿ ਮੈਂ ਕਿਸੇ ਦੂਜੇ ਦੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਹਟ ਕਰ ਰਿਹਾ। ਪਰ ਇਹ ਨਾ ਹੁੰਦੇ ਹੋਏ ਜਿਹੜਾ ਡਰਾਈਵਰ ਆ ਉਸਨੇ ਮੀਡੀਆ ਦਾ ਪ੍ਰਯੋਗ ਕੀਤਾ, ਮੀਡੀਆ ਦੇ ਵਿੱਚ ਇਹ ਨਿਊਜ਼ ਲਿਆਂਦੀ, ਜਿਹੜੀ ਗੱਲ ਨੂੰ ਅਸੀਂ ਬਾਰ-ਬਾਰ ਟੱਕਣ ਦੀ ਗੱਲ ਕਰਦੇ ਹਾਂ, ਧਾਰਮਿਕ ਭਾਵਨਾਵਾਂ ਦੇ ਉਲਟ ਦੂਜੇ ਪਾਸੇ ਜਿਹੜੀਆਂ ਸੋਸ਼ਲ ਭਾਵਨਾਵਾਂ ਨੇ ਉਸ ਗੱਲ ਨੂੰ ਫੇਰ ਅੱਗੇ ਲੈ ਕੇ ਆਂਦਾ। ਹੁਣ ਗੱਲ ਮੈਂ ਤੁਹਾਡੇ ਤਿੰਨਾਂ ਤੋਂ ਹੀ ਪੁੱਛੂੰਗਾ ਕਿਉਂਕਿ ਓਪਨ ਡਿਬੇਟ ਆ, ਕੋਈ ਐਨੀਬਡੀ ਕੈਨ ਜੰਪ ਇਨ। ਕੱਲ ਨੂੰ ਸਾਡੇ ਇੱਥੇ ਜਦੋਂ ਅਸੀਂ ਸਾਰੇ ਜਾਂਦੇ ਨਗਰ ਕੀਰਤਨ ਦੇ ਦਰਬਾਰ ਹੁੰਦੇ ਨੇ, ਨਗਰ ਕੀਰਤਨ ਦੇ ਵਿੱਚ ਬੱਸਾਂ ਟ੍ਰਾਂਜ਼ਿਟ ਵੱਲੋਂ ਫ੍ਰੀ ਸਰਵਿਸ ਲਾਈ ਜਾਂਦੀ ਆ। ਜੇ ਇਹੀ ਗੱਲ ਆ ਕਿਉਂਕਿ ਅਸੀਂ ਇੱਕ ਮਿਨੋਰਟੀ ਆ, ਕੱਲ ਨੂੰ ਕੋਈ ਕ੍ਰਿਸਚੀਅਨ ਡਰਾਈਵਰ ਵੀ ਉਹ ਬੱਸਾਂ ਡਰਾਈਵ ਕਰਨ ਲਈ ਮਨਾ ਕਰ ਸਕਦਾ? ਇਹ ਗੱਲ ਸ਼ੁਰੂ ਕਰਨਾ ਚਾਹੁੰਦਾ ਹਰਪ੍ਰੀਤ ਜੀ ਤੋਂ। ਤਵਿੰਦਰ, ਜਿਹੜੀ ਤੁਸੀਂ ਗੱਲ ਕੀਤੀ ਕਿ ਡਰਾਈਵਰ ਨੂੰ ਇੰਟਰਨਲ ਗੱਲ ਕਰਨੀ ਚਾਹੀਦੀ, ਡਿਸਪੈਚ ਨਾਲ ਗੱਲ ਕਰਨੀ ਚਾਹੀਦੀ, ਉਸ ਗੱਲ ਨਾਲ ਮੈਂ ਤੁਹਾਡੇ ਨਾਲ ਐਗਰੀ ਹਾਂ। ਪਰ ਮੈਂ ਕਿਤੇ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਡਰਾਈਵਰ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਕੈਲਗਰੀ ਟ੍ਰਾਂਜ਼ਿਟ ਨੂੰ ਜਾਂ ਫਿਰ ਪਬਲਿਕ ਸਾਰੀ ਕੈਨੇਡੀਅਨ ਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਮੇਰੇ ਧਰਮ ਦੇ ਖਿਲਾਫ ਆ। ਜੇ ਕੈਲਗਰੀ ਟ੍ਰਾਂਜ਼ਿਟ ਜਾਂ ਸਿਟੀ ਨੂੰ ਇਹ ਲੱਗਦਾ ਹੈ ਕਿ ਅਸੀਂ ਬੱਸਾਂ ਸਾਰੀਆਂ ਰੇਨਬੋ ਨਾਲ ਰੈਪ ਕਰਾ ਦੇਣੀਆਂ ਵਾ, ਪਰ ਉਹਨਾਂ ਨੂੰ ਇਹ ਵੀ ਵੇਖਣਾ ਚਾਹੀਦਾ ਕਿ ਇਹ ਕੁਝ ਧਰਮਾਂ ਦੇ ਖਿਲਾਫ ਹੈ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕੰਮ ਕਰਨ ਤੋਂ। ਤੇ ਦੂਜੀ ਗੱਲ, ਜੇ ਡਰਾਈਵਰ ਨੇ ਕੰਮ ਕੀਤਾ ਤੇ ਤੁਸੀਂ ਦੇਖੋ ਤੁਸੀਂ ਕਹਿ ਰਹੇ ਹੋ ਕਿ ਕੈਲਗਰੀ ਟ੍ਰਾਂਜ਼ਿਟ ਵਿੱਚ ਯੂਨੀਅਨ ਵੀ ਆ, ਤੇ ਮੇਰੇ ਖਿਆਲ ਕਿਤੇ ਨਾ ਕਿਤੇ ਜਿਹੜੀ ਕੈਲਗਰੀ ਟ੍ਰਾਂਜ਼ਿਟ ਉਹ ਡਰਾਈਵਰ ਦੇ ਖਿਲਾਫ ਐਕਸ਼ਨ ਵੀ ਨਹੀਂ ਲੈ ਪਾਊਗੀ, ਕਿਉਂਕਿ ਡਰਾਈਵਰ ਨੇ ਸਾਰੀਆਂ ਪਹਿਲਾਂ ਚੈੱਕ ਕਰ ਲਈਆਂ ਹੋਣੀਆਂ ਰੂਲਸ ਐਂਡ ਰੈਗੂਲੇਸ਼ਨ, ਉਸ ਤੋਂ ਬਾਅਦ ਹੀ ਉਹਨੇ ਆਪਣੀ ਜੌਬ ਰਿਸਕ ਤੇ ਲਾਈ ਹੋਣੀ ਆ। ਦੂਜੀ ਗੱਲ, ਤੁਸੀਂ ਕਹਿ ਰਹੇ ਹੋ ਕਿ ਆਪਾਂ ਮੈਂ ਇੱਕ ਐਗਜ਼ਾਮਪਲ ਹੋਰ ਦੇਣਾ ਚਾਹੁੰਦਾ ਵਾਂ। ਦੇਖੋ ਕੱਲ ਹੁਣ ਜੇ ਕੋਈ ਕੰਪਨੀ ਪੈਸੇ ਦੇ ਕੇ ਕੋਈ ਐਕਸਟ੍ਰੀਮਿਸਟ ਗਰੁੱਪ ਦੀ, ਟੈਰਰਿਸਟ ਗਰੁੱਪ ਦੀ ਬੱਸ ਰੈਪ ਕਰਵਾ ਦੇ ਤੇ ਉਦੋਂ ਵੀ ਕੰਪੇਅਰ LGBTQ ਕਮਿਊਨਿਟੀ ਦਾ ਸਿੰਬਲ ਨੂੰ ਐਕਸਟ੍ਰੀਮਿਸਟ ਦੇ ਨਾਲ ਕੰਪੇਅਰ ਕਰ ਸਕਦੇ ਆ? ਦਵਿੰਦਰ ਜੀ ਸ਼ਾਇਦ ਨਾ ਵੀ, ਦਵਿੰਦਰ ਜੀ ਹਾਂ ਵੀ ਤੇ ਸ਼ਾਇਦ ਨਾ ਵੀ। ਇੱਕ ਮਿੰਟ ਹਰਨਿਆ ਜੀ, ਮੈਨੂੰ ਲੈਟ ਮੀ ਫਿਨਿਸ਼ ਹੈ ਨਾ। ਤੇ ਹੁਣ ਦਵਿੰਦਰ ਜੀ ਇੱਕ ਹੋਰ ਐਗਜ਼ਾਮਪਲ ਦਊਂਗਾ, ਤੁਸੀਂ ਨਗਰ ਕੀਰਤਨ ਦਾ ਐਗਜ਼ਾਮਪਲ ਦਿੱਤਾ, ਇੱਥੇ ਮੈਂ ਇੱਕ ਹੋਰ ਐਗਜ਼ਾਮਪਲ ਦਊਂਗਾ। ਮੈਂ ਆਪ ਕੈਲਗਰੀ ਵਿੱਚ ਜਦੋਂ ਨਗਰ ਕੀਰਤਨ ਹੋਇਆ ਮੈਂ ਆਪ ਵੇਖਿਆ ਇੱਕ ਟਰੱਕ 'ਚ ਕੀ ਕਹਿੰਦੇ ਆ ਆਪਣੇ ਜਿਹੜੇ ਸੰਤ ਭਿੰਡਰਾਂਵਾਲੇ ਤੇ ਦੂਜੇ ਜਿਹੜੇ ਮੁੰਡੇ ਸ਼ਹੀਦ ਹੋਏ ਨੇ 1984 ਤੋਂ ਬਾਅਦ, ਉਹਨਾਂ ਦੀ ਫੋਟੋਆਂ ਲਾਈਆਂ ਹੋਈਆਂ ਸੀ, ਤੇ ਉਹ ਟਰੱਕ ਵਾਪਸ ਮੋੜ ਦਿੱਤਾ ਗਿਆ ਸੀ ਨਗਰ ਕੀਰਤਨ ਤੋਂ, ਕਿਉਂਕਿ ਕੁਝ ਲੋਕਾਂ ਨੂੰ ਉਹਦੇ ਵਿੱਚ ਪ੍ਰੋਬਲਮ ਸੀ। ਦੇਖੋ ਹੁਣ ਉਹੀ ਗੱਲ ਆ, ਜੇ ਕਿਸੇ ਧਰਮ ਨੂੰ ਪ੍ਰੋਬਲਮ ਹੋਊਗੀ ਤੇ ਹਰ ਐਵਰੀ ਐਕਸ਼ਨ ਹੈਜ਼ ਐਨ ਰਿਐਕਸ਼ਨ। ਉਹ ਵਾਲੀ ਗੱਲ ਹੈ ਕਿ ਸੇਮ ਚੀਜ਼ ਇੱਥੇ ਡਰਾਈਵਰ ਨੂੰ ਗੁੱਸਾ ਲੱਗਾ, ਉਹਨੇ ਆਪਣੀ ਗੱਲ ਸਾਹਮਣੇ ਰੱਖੀ। ਇਫ ਐਨੀ ਬਿਜ਼ਨਸ, ਲੈਟਸ ਸੇ ਕੋਈ ਬਿਜ਼ਨਸ ਦੇ ਵਿੱਚ ਹੋਮੋਸੈਕਸ਼ੂਅਲ ਤੇ ਹੈਟੀਰੋਸੈਕਸ਼ੂਅਲ ਦੋਨੇ ਹੀ ਕੰਮ ਕਰਦੇ ਨੇ, ਤਾਂ ਜੇ ਕੋਈ EMPLOYE ਕਹਿੰਦਾ ਕਿ ਮੈਂ ਹੈਟੀਰੋਸੈਕਸ਼ੂਅਲ ਹਾਂ, ਮੈਂ ਹੋਮੋਸੈਕਸ਼ੂਅਲ ਨਾਲ ਕੰਮ ਨਹੀਂ ਕਰ ਸਕਦਾ, ਤਾਂ EMPLOYER ਨੂੰ ਕੀ ਕਰਨਾ ਚਾਹੀਦਾ? ਦਵਿੰਦਰ ਜੀ, ਹਾਂਜੀ ਦਵਿੰਦਰ ਜੀ, ਮੈਂ ਇਦਾਂ ਹੀ ਇੱਕ ਛੋਟਾ ਜਿਹਾ ਉਦਾਹਰਣ ਜੇ ਤੁਸੀਂ ਇਜਾਜ਼ਤ ਦਿਓ ਮੈਂ ਸ਼ੇਅਰ ਕਰਨਾ ਚਾਹਾਂਗੀ।
ਅੱਜ ਤੋਂ ਕਰੀਬ 10 ਸਾਲ ਪਹਿਲਾਂ ਦੀ ਗੱਲ ਹੈ ਕਿ ਟੋਰਾਂਟੋ 'ਚ ਇਨਫੈਕਟ ਕੈਨੇਡਾ ਦੇ ਇਤਿਹਾਸ 'ਚ ਸਭ ਤੋਂ ਪਹਿਲਾ ਜਿਹੜਾ ਗੇ ਰੇਡੀਓ ਹੈ ਉਹ ਲਾਂਚ ਹੋਣ ਜਾ ਰਿਹਾ ਸੀਗਾ। ਉਹਦਾ ਨਾਮ ਸੀਗਾ ਰੇਨਬੋ ਰੇਡੀਓ। ਇਹ ਟੋਰਾਂਟੋ 'ਚ ਡਾਊਨਟਾਊਨ 'ਚ ਲਾਂਚ ਹੋਣ ਜਾ ਰਿਹਾ ਸੀ। ਬਾਅਦ 'ਚ ਉਹਨਾਂ ਨੇ ਉਹਦਾ ਨਾਮ ਚੇਂਜ ਕਰਕੇ ਪ੍ਰਾਊਡ FM ਰੱਖਤਾ ਹੈਗਾ। ਤੇ ਉਸ ਵੇਲੇ ਉਹ ਕਾਫੀ ਵੱਡੇ ਪੈਮਾਨੇ ਤੇ ਰਿਕਰੂਟ ਕਰ ਰਹੇ ਸਨ ਤੇ ਕਾਫੀ ਉਸ ਟਾਈਮ ਜਿਹੜੇ ਕਾਲਜ ਸਟੂਡੈਂਟਸ ਸਨ ਤੇ ਯੂਨੀਵਰਸਿਟੀ ਸਟੂਡੈਂਟਸ ਸਨ ਉਹ ਉਸ ਰੇਡੀਓ ਸਟੇਸ਼ਨ ਤੇ ਪਾਰਟਿਕੂਲਰਲੀ ਅਪਲਾਈ ਨਹੀਂ ਕਰ ਰਹੇ ਸਨ ਕਿਉਂਕਿ ਉਹ ਖਾਸ ਤੌਰ ਤੇ LGBT ਕਮਿਊਨਿਟੀ ਲਈ ਬਣਾਇਆ ਗਿਆ ਸੀ। ਉਹਦਾ ਜਿਹੜਾ ਨਿਊਜ਼ ਡਾਇਰੈਕਟਰ ਸੀਗਾ ਉਹੀ ਬੰਦਾ ਇੱਕ ਦੂਜਾ ਸਟੇਸ਼ਨ ਲਾਂਚ ਹੋ ਰਿਹਾ ਸੀ AM 530 ਨਿਊਜ਼ ਵਾਲਾ, ਉਹਦਾ ਮਤਲਬ ਕਿ ਨਿਊਜ਼ ਡਾਇਰੈਕਟਰ ਸੀਗਾ ਤੇ ਇਹਦਾ ਇਸ LGBT ਚੈਨਲ ਦਾ ਮਤਲਬ ਮਿਊਜ਼ਿਕ ਡਾਇਰੈਕਟਰ ਸੀਗਾ। ਇੱਕ ਕੁੜੀ ਸੀਗੀ ਉਹ ਉੱਥੇ ਇੰਟਰਵਿਊ ਦੇਣ ਗਈ AM 530 ਤੇ ਉਹਨੇ ਕਿਹਾ ਕਿ ਮੈਂ ਨਿਊਜ਼ ਦੀ ਪੋਜੀਸ਼ਨ ਲੈਣ ਆਈ ਹਾਂ ਇੰਟਰਨਸ਼ਿਪ ਦੇ ਤੌਰ ਤੇ ਉਹਨੇ ਕਿਹਾ ਕਿ ਯੂ ਆਰ ਆਲਸੋ ਗੁੱਡ, ਤੁਸੀਂ ਡਿਪਲੋਮਾ ਕੀਤਾ ਐਂਡ ਆਲ ਦੈਟ, ਕਿ ਤੁਸੀਂ ਇਸ ਰੇਡੀਓ ਸਟੇਸ਼ਨ ਤੇ ਕੰਮ ਕਰੋ ਵਿਚ ਇਜ਼ ਰੇਨਬੋ ਰੇਡੀਓ ਤੇ ਅਸੀਂ ਤੁਹਾਨੂੰ ਉੱਥੇ ਹਾਇਰ ਕਰਨਾ ਪਸੰਦ ਕਰਾਂਗੇ। ਤੇ ਉਹਨਾਂ ਨੇ ਉਸ ਨੂੰ ਉਸ ਪੋਜੀਸ਼ਨ ਲਈ ਐਜ਼ ਅ ਸਪੈਸ਼ਲ ਕੋਰਸਪੋਂਡੈਂਟ ਹਾਇਰ ਕਰਤਾ। ਹਾਲਾਂਕਿ ਉਹ ਦੂਜੇ ਸਟੇਸ਼ਨ ਲਈ ਇੰਟਰਵਿਊ ਦੇਣ ਗਈ ਸੀ। ਉਹ ਜਾ ਕੇ ਉਸਨੇ ਉਸ ਦਿਨ ਅੱਗੇ ਜਾ ਕੇ ਸਾਰਾ ਮਤਲਬ ਕਿ ਦੇਖਿਆ ਕਿ ਕਿਹੜੀ ਸਟਰੀਟ ਤੇ ਜਿਹੜੀ ਇੱਥੇ ਕਾਲਜ ਸਟਰੀਟ ਹੈ ਟੋਰਾਂਟੋ ਦੀ ਉੱਥੇ LGBT ਕਮਿਊਨਿਟੀ ਹੈ, ਕਿਹੜੇ ਉਹਨੂੰ ਕਵਰ ਕਰਨੇ ਪੈਣੇ। ਅਗਲੇ ਦਿਨ ਜਾ ਕੇ ਮਾਰਨਿੰਗ 'ਚ ਉਹਨੇ ਆਪਣਾ ਰੈਜ਼ਿਗਨੇਸ਼ਨ ਦਿੱਤਾ। ਉਹਨੇ ਕਿਹਾ ਕਿ ਜਾਂ ਤਾਂ ਤੁਸੀਂ ਉਹਨੇ ਇੱਥੇ ਦੇ ਹਰਨਿਆ ਜੀ ਇੱਥੇ ਦੇ EMPLOYE ਨੇ ਇੱਕ ਕੁਐਸਚਨ ਤੁਹਾਨੂੰ ਵੀ ਪੁੱਛੂਗਾ ਹਰਨਿਆ ਜੀ ਜੇ ਹੋਮੋਸੈਕਸ਼ੁਅਲਿਟੀ ਦਾ ਜਾਂ LGBTQ ਕਮਿਊਨਿਟੀ ਦਾ ਰੇਨਬੋ ਕਲਰ ਆ ਤਾਂ ਤੁਸੀਂ ਜਿਹੜੇ ਹੈਟੀਰੋਸੈਕਸ਼ੁਅਲ ਆ ਉਹਨਾਂ ਦੇ ਕਲਰ ਦੀ ਵੀ ਦੱਸ ਸਕਦੇ ਹੋ ਕਿਹੜਾ ਕਲਰ ਆ ਉਹਨਾਂ ਦਾ? ਨਹੀਂ ਬਿਲਕੁਲ ਮੈਂ ਉਹੀ ਕਹਿ ਰਹੀ ਹਾਂ ਕਿ ਦਵਿੰਦਰ ਜੀ ਉਹਨੇ ਜਦ ਰਿਜ਼ਾਈਨ ਕਰਤਾ ਤੇ ਉਹਨੂੰ AM 530 ਤੇ ਵੀ ਹਾਇਰ ਨਹੀਂ ਕੀਤਾ ਗਿਆ, ਠੀਕ ਹੈ। ਤੇ ਇਹ ਜਿਹੜੀ ਚੋਇਸ ਹੁੰਦੀ ਹੈ ਇੱਕ ਪਰਸਨਲ ਚੋਇਸ ਹੁੰਦੀ ਹੈ ਕਿ ਤੁਸੀਂ ਮੈਨੂੰ ਇੱਥੇ ਤੱਕ ਲੱਗਦਾ ਹੈ ਕਿ ਜੇ ਮੈਂ ਉਹਦੀ ਜਗ੍ਹਾ ਹੁੰਦੀ ਤਾਂ ਮੈਨੂੰ ਇਸ ਚੀਜ਼ ਨੂੰ ਨਾ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਹ ਇੱਕ ਪੰਜਾਬੀ ਕੁੜੀ ਸੀ। ਉਸਨੇ ਕਿਹਾ ਕਿ ਕੱਲ ਮੈਂ ਆਪਣੇ ਰੈਜ਼ਿਊਮੇ ਤੇ ਨਹੀਂ ਪਾ ਸਕਦੀ। ਕਿਉਂਕਿ ਮੇਰੇ ਰੈਜ਼ਿਊਮੇ ਤੇ ਪਾਏਗਾ ਤਾਂ ਲੋਕੀ ਸਮਝਣਗੇ ਕਿ ਮੈਂ ਵੀ ਉਸੇ ਕੈਟਾਗਰੀ ਦੀ ਹਾਂ। ਪਰ ਇੱਥੇ ਹਰਨਿਆ ਜੀ ਤੁਹਾਨੂੰ ਜੋ ਦਵਿੰਦਰ ਜੀ ਨੇ ਕੁਐਸਚਨ ਪੁੱਛਿਆ ਸੀ ਜੇ ਇੱਕ ਦੋ EMPLOYEES ਹੋਣ ਤੇ ਇੱਕ EMPLOYE ਕਵੇ ਕਿ ਮੈਂ ਫਲਾਣੇ ਬੰਦੇ ਨਾਲ ਕੰਮ ਨਹੀਂ ਕਰਨਾ ਕਿਉਂਕਿ ਉਹ ਬਿਕਾਜ਼ ਆਫ ਸੈਕਸ਼ੁਅਲਿਟੀ ਹੈ ਨਾ। ਤੇ ਦੇਖੋ ਦਵਿੰਦਰ ਜੀ ਮੇਰੇ ਖਿਆਲ ਜੇ ਹੁਣ ਆਪਾਂ ਵੇਖੀਏ ਤੇ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈ ਆਪਣੀ ਨੋਰਮਲ ਆ ਤੇ ਘੱਟ ਪੋਪੂਲੇਸ਼ਨ ਹੋਮੋਸੈਕਸ਼ੁਅਲਿਟੀ ਦੀ ਆ। ਜੇ ਕੋਈ ਇੱਕ ਅੱਧਾ ਬੰਦਾ ਵਿੱਚ ਆਉਂਦਾ ਵਾ ਤੇ EMPLOYEES ਇੱਕ ਕੰਸਰਨਡ ਹੁੰਦੇ ਆ ਤੇ ਮੇਰੇ ਖਿਆਲ EMPLOYER ਨੂੰ ਉਹਨੂੰ ਹੈਂਡਲ ਕਰਨਾ ਪਊਗਾ ਜਾਂ ਤੇ ਜੋ ਹੋਮੋਸੈਕਸ਼ੁਅਲ EMPLOYEE ਆ ਉਹਨੂੰ ਅੱਡ ਇੱਕ ਮਿੰਟ ਹਰਨੇ ਆ ਜੀ ਉਹਨੂੰ ਅੱਡ ਸੈਪਰੇਟ ਸੈਕਸ਼ਨ ਜਾਂ ਕੋਈ ਹੋਰ ਡਿਪਾਰਟਮੈਂਟ ਦਿੱਤਾ ਜਾਵੇ। ਪਰ ਆਈ ਮੀਨ ਹੁਣ ਇੱਕ EMPLOYEE ਕਰਕੇ ਆਪਣੀ ਦੂਜੇ EMPLOYEES ਦਾ ਰਿਸਕ ਤੇ ਨਹੀਂ ਲੈ ਸਕਦਾ। ਪਰ ਦੇਖੋ ਪਰ ਹਰਪ੍ਰੀਤ ਜੀ ਮੈਂ ਜਵਾਬ ਦੇਣਾ ਚਾਹਾਂਗੀ ਦਵਿੰਦਰ ਜੀ ਇਹਨਾਂ ਦੇ ਪੁਆਇੰਟ ਦਾ ਜਵਾਬ ਦੇਣਾ ਚਾਹਾਂਗੀ। ਮੈਂ ਇਹ ਕਹਿ ਰਹੀ ਹਾਂ ਤੁਸੀਂ ਕਹਿ ਰਹੇ ਹੋ ਕਿ EMPLOYER ਨੂੰ ਅਕੋਮੋਡੇਟ ਕਰਨਾ ਚਾਹੀਦਾ ਹੈ ਬਟ ਤੁਸੀਂ ਇਹ ਵੀ ਤਾਂ ਦੇਖੋ ਕਿ ਕਿਸ ਤਰ੍ਹਾਂ ਦੀ ਜੌਬ ਕੀਤੀ ਜਾ ਰਹੀ ਹੈ। ਮੈਂ ਇਹ ਨਹੀਂ ਕਹਿ ਰਿਹਾ EMPLOYER ਨੂੰ ਅਕੋਮੋਡੇਟ ਕਰਨਾ ਚਾਹੀਦਾ। ਅਗੇਨ ਇਹ ਇੱਕ ਬੰਦੇ ਇੱਕ ਫ੍ਰੀडम ਆਫ ਸਪੀਚ ਵਾਲੀ ਗੱਲ ਹੋਗੀ। ਤੁਸੀਂ ਆਪਣੀ ਫ੍ਰੀडम ਆਫ ਸਪੀਚ ਉਹ ਪਬਲਿਕ ਸਰਵਿਸ ਜਿਹੜੀ ਪਬਲਿਕ ਨਾਲ ਪਰ ਹਰਪ੍ਰੀਤ ਜੀ ਤਾਂ ਪਬਲਿਕ ਨਾਲ ਗੱਲ ਕਰਨ ਵਾਲੀ ਜੌਬ ਹੈ ਨਾ। ਇਹ 'ਚ ਤੁਸੀਂ ਪਬਲਿਕ ਨੂੰ ਰੋਜ਼ ਮਿਲਣਾ ਹੈ, ਤੁਹਾਡੀ ਰੋਜ਼ ਦੀ ਡੀਲਿੰਗਸ ਹੁੰਦੀ। ਇਹ ਕੋਈ IT ਦੀ ਜੌਬ ਨਹੀਂ, ਇਹ ਕੋਈ ਇੰਜੀਨੀਅਰਿੰਗ ਦੀ ਜੌਬ ਨਹੀਂ ਕਿ ਤੁਸੀਂ ਮਕੈਨਿਕ ਹੋ, ਤੁਸੀਂ ਕਮਰੇ 'ਚ ਬੈਠ ਕੇ ਆਪਣਾ ਕੰਮ ਕਰ ਰਹੇ ਹੋ, ਠੀਕ ਹੈ। ਇਹ 'ਚ ਤਾਂ ਐਵਰੀ ਡੇ ਐਵਰੀ ਮੂਮੈਂਟ ਐਵਰੀ ਸਿੰਗਲ ਮਿੰਟ ਉਹਨਾਂ ਨੂੰ ਇੰਨੇ ਲੋਕੀ ਫਿਰ ਇਸ ਤਰ੍ਹਾਂ ਦਾ ਉਹ ਇਹ ਵੀ ਕਹਿ ਸਕਦੇ ਹਨ ਕਿ ਜਿਹੜੇ ਹੋਮੋਸੈਕਸੁਅਲ ਲੋਕ ਹਨ ਉਹ ਮੇਰੀ ਬੱਸ ਤੇ ਨਾ ਚੜਨ। ਨਹੀਂ ਉਹਨੇ ਇਹ ਨਹੀਂ ਕਿਹਾ ਉਹ ਕਹਿ ਸਕਦੇ ਹਨ ਇਸ ਚੀਜ਼ ਨੂੰ ਆਉਂਦਾ ਪਿਆ ਤੁਸੀਂ ਨਿਊਯਾਰਕ ਯੂਨੀਵਰਸਿਟੀ ਦੇ ਲਈ ਜਿਵੇਂ ਮੁਸਲਿਮ ਸਟੂਡੈਂਟ ਨੇ ਕਿਹਾ ਸੀ ਕਿ ਮੈਂ ਕਿਸੇ ਵੂਮਨ ਸਟੂਡੈਂਟ ਦੇ ਨਾਲ ਐਗਜ਼ਾਮ ਨਹੀਂ ਦਊਂਗਾ, ਉਹਦੇ ਨਾਲ ਇੰਟਰਨਸ਼ਿਪ ਨਹੀਂ ਕਰੂੰਗਾ ਜਾਂ ਪ੍ਰੋਜੈਕਟ ਨਹੀਂ ਕਰੂੰਗਾ। ਇਸ ਤਰ੍ਹਾਂ ਤੇ ਜੇ LGBT ਕਮਿਊਨਿਟੀ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਤੇ ਉਸ ਤਰੀਕੇ ਨਾਲ ਤੇ ਲੋਕੀ ਰਿਲੀਜੀਅਸ ਤੌਰ ਤੇ ਵੀ ਕਹਿੰਦੇ ਹਨ ਕਿ ਅਸੀਂ ਉਸ ਕੁੜੀ ਨਾਲ ਕੰਮ ਨਹੀਂ ਕਰਨਾ ਕਿਉਂਕਿ ਸਾਡਾ ਰਿਲੀਜਨ ਅਲਾਉ ਨਹੀਂ ਕਰਦਾ। ਇਸ ਤਰ੍ਹਾਂ ਕਿੰਨੀਆਂ ਕੁ ਅਕਮੋਡੇਸ਼ਨਸ ਇੱਕ EMPLOYER ਨੂੰ ਦੇਣੀਆਂ ਪੈਣੀਆਂ। ਹਰਨਿਆ ਜੀ ਹਾਂਜੀ ਸਟਾਰਟ ਔਨ ਅ ਈਜ਼ੀ ਨੋਟ। ਥੋੜਾ ਜਿਹਾ ਜਦੋਂ ਅਸੀਂ ਸੈਕਸ਼ੁਅਲਿਟੀ ਤੇ ਜਾਂਦੇ ਆ ਥੋੜਾ ਸੀਰੀਅਸ ਇਸ਼ੂ ਹੋ ਜਾਂਦਾ ਜੀ। ਲੈਟਸ ਸਟਾਰਟ ਔਨ ਅ ਈਜ਼ੀ ਨੋਟ ਕਿ ਕੱਲ ਨੂੰ ਸਿਟੀ ਆਫ ਟੋਰਾਂਟੋ ਦੇ ਵਿੱਚ ਕੋਈ ਸਾਡਾ ਇੱਥੋਂ ਟੈਲਰੀ ਦਾ ਡਰਾਈਵਰ ਮੂਵ ਹੋ ਕੇ ਚਲੇ ਜਾਂਦਾ ਤੇ ਟ੍ਰਾਂਜ਼ਿਟ ਦੇ ਵਿੱਚ ਕੰਮ ਕਰਦਾ। ਕੱਲ ਨੂੰ ਉੱਥੇ ਟੋਰਾਂਟੋ ਮੈਪਲ ਲੀਫਸ ਦੀ ਜਦੋਂ ਗੇਮ ਹੁੰਦੀ ਆ ਤੇ ਉਸ ਦੇ ਵਿੱਚ ਗੋ ਮੈਪਲ ਲੀਫਸ ਗੋ ਦਾ ਸਾਈਨ ਲਗਾਇਆ ਜਾਂਦਾ। ਜੇ ਉਹ ਡਰਾਈਵਰ ਕਹਿ ਦੇਵੇ ਕਿ ਮੈਂ ਤਾਂ ਲੀਫਸ ਨੂੰ ਸਪੋਰਟ ਹੀ ਨਹੀਂ ਕਰਦਾ, I support Calgary Flames. So driver can that driver refuse to drive that bus? ਨਹੀਂ ਦਵਿੰਦਰ ਜੀ ਬਿਲਕੁਲ ਨਹੀਂ ਕਿਉਂਕਿ ਦੇਖੋ ਤੁਸੀਂ ਹੁਣ ਦੋ ਸਪੋਰਟਸ ਟੀਮਾਂ ਦੀ ਗੱਲ ਕਰ ਰਹੇ ਹੋ ਪਰ ਜਿਹੜੀ ਹੋਮੋਸੈਕਸ਼ੁਅਲਿਟੀ ਦਾ ਮੁੱਦਾ ਕਾਫੀ ਸੀਰੀਅਸ ਆ ਤੇ ਸਿੱਧਾ ਹੁਣ ਜਿੱਦਾਂ ਕਿ ਡਰਾਈਵਰ ਨੇ ਗੱਲ ਕੀਤੀ ਮੇਰੇ ਰਿਲੀਜਨ 'ਚ ਚੀਜ਼ ਹੀ ਨਹੀਂ ਹੈਗੀ। ਹੁਣ ਆਪਾਂ ਰਿਲੀਜਨ ਦੀ ਗੱਲ ਕਰੀਏ ਤੇ ਕੋਈ ਵੀ ਰਿਲੀਜਨ ਇਸ ਚੀਜ਼ ਨੂੰ ਬੜਾਵਾ ਨਹੀਂ ਦਿੰਦਾ। ਪਰ ਦੂਜੇ ਪਾਸੇ ਜੇ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਬੱਸਾਂ ਦੇ ਵਿੱਚ ਸਾਨੂੰ ਪਤਾ ਹੀ ਆ ਕਿ ਅਸੀਂ ਧਾਰਮਿਕ ਗੁਰੂਆਂ ਦੀਆਂ ਪਿਕਚਰਸ ਲੱਗੀਆਂ ਹੁੰਦੀਆਂ ਨੇ ਬੱਸ ਦੇ ਵਿੱਚ। ਜੇ ਕਿਸੇ ਬੱਸ ਡਰਾਈਵਰ ਦੀ ਬੱਸ ਚੇਂਜ ਹੋ ਜਾਵੇ ਕੋਈ ਸਿੱਖ ਡਰਾਈਵਰ ਚੱਲਦਾ ਤੇ ਉੱਥੇ ਹਿੰਦੂ ਦੇਵਤੇ ਦੀ ਫੋਟੋ ਲੱਗੀ ਹੋਵੇ
can that driver refuse to drive this bus? Absolutely not. Absolutely not. ਤੁਸੀਂ ਕੰਮ ਕਰਨ ਆਏ ਹੋ, ਤੁਹਾਨੂੰ ਇੱਕ ਐਟਮੋਸਫੇਅਰ ਦਿੱਤਾ ਗਿਆ, you should not. You must not. ਮੈਂ ਕੁਝ ਕਹਿਣਾ ਚਾਹੁੰਦਾ ਡਿਊਟੀ ਨਹੀਂ ਕਰ ਰਹੇ ਹੋ। ਮੈਂ ਵੀ ਇੱਥੇ ਕੁਝ ਐਡ ਕਰਨਾ ਚਾਹੁੰਦਾ। ਪਰਸਨਲ ਐਥਿਕਸ ਜਿਹੜੇ ਨੇ ਉਹ ਤੁਸੀਂ ਆਪਣੇ ਪਰਸਨਲ ਐਥਿਕਸ ਆਪਣੇ ਘਰ ਛੱਡ ਕੇ ਆਉਂਦੇ ਹੋ। ਤੁਸੀਂ ਆਪਣੇ ਪਰਸਨਲ ਐਥਿਕਸ ਆਪਣੇ ਵਰਕ ਐਥਿਕਸ ਨਾਲ ਨਹੀਂ ਮਿਕਸ ਕਰ ਸਕਦੇ। ਤੁਹਾਨੂੰ ਇੱਕ ਟਾਸਕ ਦਿੱਤਾ ਗਿਆ, ਤੁਹਾਨੂੰ ਇਹ ਤਾਂ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ LGBT ਕਮਿਊਨਿਟੀ ਨੂੰ ਪ੍ਰਮੋਟ ਕਰੋ ਜਾਂ LGBT ਕਮਿਊਨਿਟੀ ਦਾ ਬੈਨਰ ਲੈ ਕੇ ਚਲੋ। ਤੁਹਾਨੂੰ ਇੱਕ ਬੱਸ ਡਰਾਈਵ ਕਰਨ ਨੂੰ ਦਿੱਤੀ ਗਈ ਹੈ, ਤੁਸੀਂ ਆਪਣੀ ਬੱਸ ਤੇ ਕੰਮ ਕਰੋ। ਨਹੀਂ ਪਰ ਇੱਕ ਮਿੰਟ ਟ੍ਰਾਂਜ਼ਿਟ ਦਾ ਰੈਵਨਿਊ ਨਾ ਇਹ ਕੁਐਸਚਨ ਹੈ ਤੁਹਾਡੇ ਵਾਸਤੇ ਕੀ ਸੰਬੰਧ ਹੈ ਉਹਨਾਂ ਦਾ ਟਾਸਕ ਇੱਕ ਕੁਐਸਚਨ ਹੈ ਹਰਿਆਣਾ ਜੀ ਪਰਮਿੰਦਰ ਤੁਹਾਡੇ ਦੋਵਾਂ ਵਾਸਤੇ। ਤੁਸੀਂ ਇਹ ਕਹਿ ਰਹੇ ਹੋ ਡਰਾਈਵਰ ਨੂੰ ਬੱਸ ਦਿੱਤੀ ਗਈ ਆ, ਉਹਨੂੰ ਕਹੇ ਤੁਸੀਂ ਡਰਾਈਵ ਕਰੋ। ਕੱਲ ਉਹ ਬੁਲਾ ਲਓ ਕਿ ਬੱਸ 'ਚ ਕੋਈ ਪਿੱਛੇ ਲਾ ਲਓ ਕਿ ਡਰਗ ਰੱਖਤਾ ਹੋ, ਕੋਈ ਡਰਾਈਵ ਕਰੋ। ਡਰਾਈਵਰ ਕੈਨ ਨਾਟ ਡਰਾਈਵ। ਡਰਾਈਵਰ ਡੂ ਹੈਵ ਅ ਰਾਈਟ ਟੂ ਰਿਫਿਊਜ਼। No, absolutely not. ਡਰਗ ਰੱਖਣਾ ਤੇ ਇੱਕ ਇਸ਼ਤਿਹਾਰ ਛਾਪਣਾ ਜ਼ਮੀਨ ਆਉਣ ਵਾਸਤਾ ਫਰਕ ਹੈ। ਜੇ ਤੇ ਟ੍ਰਾਂਜ਼ਿਟ ਵਾਲੇ ਡਰਗ ਰੱਖ ਰਹੇ ਹੋ ਤਾਂ ਤੁਸੀਂ ਟ੍ਰਾਂਜ਼ਿਟ ਵਾਲੇ ਨੂੰ ਅਕਾਊਂਟੇਬਲ ਠਹਿਰਾਓ। ਇੱਥੇ ਉਹਨਾਂ ਨੇ ਸਿਟੀ ਨੇ ਇੱਕ ਐਕਟ ਆਈ ਹੈ, ਯੂ ਕੈਨੋਟ ਜਸਟ ਕੰਪੇਅਰ ਕਿ ਡਰਗ ਰੱਖਤਾ ਜਾਂ ਪੋਸਟਰ ਰੱਖਤਾ। ਮੇਰਾ ਪੁਆਇੰਟ ਸਿਰਫ ਇੰਨਾ ਹੈ ਕਿ ਜੇ ਤੁਸੀਂ ਟਾਸਕ ਕਰਨ ਆਏ ਹੋ, ਤੁਹਾਨੂੰ ਇੱਕ ਟਾਸਕ ਕਰਨ ਨੂੰ ਦਿੱਤਾ, ਤੁਸੀਂ ਆਪਣਾ ਟਾਸਕ ਕਰਕੇ ਘਰ ਜਾਓ। ਤੁਹਾਡੇ ਪਰਸਨਲ ਹਰ ਕੋਈ ਬੰਦਾ ਜਿਹੜਾ ਵਾ ਤੁਸੀਂ ਵਰਕ ਐਥਿਕਸ ਨਾਲ ਨਹੀਂ ਮਿਕਸ ਕਰ ਸਕਦੇ। ਪਰਮਿੰਦਰ ਸਿੰਘ ਨੂੰ ਥੋੜਾ ਜਿਹਾ ਟਾਈਮ ਦੇ। ਬਿਲਕੁਲ ਮੈਨੂੰ ਵੀ ਥੋੜਾ ਮੈਂ ਇੱਥੇ ਦੇਖੋ ਇੱਕ ਚੀਜ਼ ਸਾਨੂੰ ਸਮਝਣੀ ਪੈਣੀ ਹੈ ਕਿ ਜਿਹੜੀ ਜੌਬ ਹੈਗੀ ਆ, ਜਦੋਂ ਤੁਸੀਂ ਉਹ ਜੌਬ ਜੁਆਇਨ ਕਰਦੇ ਹੋ ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਜਿਹੜੀ ਬੱਸ ਹੈਗੀ, ਜੇ ਅਸੀਂ ਇਸ ਬੱਸ ਦੀ ਐਗਜ਼ਾਮਪਲ ਲੈ ਲੈਂਦੇ ਆ, ਉਹਦੇ ਉੱਤੇ ਇੱਕ ਐਡਵਰਟਾਈਜ਼ਮੈਂਟ ਨਹੀਂ ਹੈਗੀ, ਉੱਤੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਹੈਗੀਆਂ ਆ। ਤੇ ਜੇ ਹੁਣ ਇਨ ਪਾਰਟਿਕੂਲਰ ਇਹ ਐਡਵਰਟਾਈਜ਼ਮੈਂਟ ਹਾਈਲਾਈਟ ਹੋ ਰਹੀ ਆ, ਜੇ ਬੱਸ ਦੇ ਅੰਦਰ ਛੋਟੀਆਂ ਐਡਵਰਟਾਈਜ਼ਮੈਂਟ ਲੱਗੀਆਂ ਹੋਈਆਂ, ਕੀ ਉਹ ਬੱਸ ਡਰਾਈਵਰ ਨੇ ਉਹ ਚੀਜ਼ ਨੋਟ ਕੀਤੀ ਹੈ ਕਿ ਉਹ ਬੱਸ ਦੇ ਅੰਦਰ ਜਿਹੜੀ ਐਡਵਰਟਾਈਜ਼ਮੈਂਟ ਪਹਿਲਾਂ ਇਸ ਤੋਂ ਪਹਿਲਾਂ ਚੱਲ ਰਹੀਆਂ ਹੋਣਗੀਆਂ, ਜਿਹੜੀਆਂ ਇਸ ਪ੍ਰਾਈਵੇਟ ਟ੍ਰੇਡ ਨੂੰ ਪ੍ਰਮੋਟ ਕਰ ਰਹੀਆਂ ਹੋਣਗੀਆਂ, ਸ਼ਾਇਦ ਉਹਨੇ ਨੋਟ ਨਾ ਕੀਤੀਆਂ ਹੋਣ। ਪਰ ਕਿਉਂਕਿ ਉਹ ਲੈਟ ਮੀ ਫਿਨਿਸ਼ ਪਲੀਜ਼। ਦੇਖੋ ਇਹ ਤੁਹਾਡੀ ਜੌਬ ਹੈ, ਇਹਦੇ ਨਾਲ ਤੁਹਾਡੇ ਓਰੀਐਂਟੇਸ਼ਨ ਦਾ ਫਰਕ ਨਹੀਂ ਪੈਣਾ। ਇਹ ਸਿਰਫ ਤੁਹਾਡੀ ਜੌਬ ਆ, ਤੁਸੀਂ ਬੱਸ ਚਲਾਉਣੀ ਆ, ਜੋ ਤੁਹਾਨੂੰ ਬੱਸ ਪ੍ਰੋਵਾਈਡ ਕੀਤੀ ਗਈ ਤੁਸੀਂ ਉਹ ਚਲਾਉਣੀ ਆ। ਤੁਹਾਨੂੰ ਇਹ ਨਹੀਂ ਹੈਗਾ ਕਿ ਤੁਹਾਨੂੰ ਫੋਰਸ ਕੀਤਾ ਜਾ ਰਿਹਾ ਕੁਝ ਪਾਰਟਿਕੂਲਰ ਚੀਜ਼ ਕਰਨ ਦੇ ਲਈ। ਤੁਸੀਂ ਆਪਣੀ ਜੌਬ ਕਰਨੀ, ਆਪਣੇ ਘਰ ਜਾਣਾ ਆ। ਐਗਜ਼ੈਕਟਲੀ ਮੈਂ ਵੀ ਤਾਂ ਇਹ ਪੁਆਇੰਟ ਕਹਿ ਰਹੀ ਹਾਂ ਕਿ ਤੁਹਾਨੂੰ ਆਪਣੀ ਡਿਊ ਡਿਲੀਜੈਂਸ ਕਰੋ ਨਾ। ਤੁਸੀਂ ਇੱਕ ਬੱਸ ਚਲਾ ਰਹੇ ਹੋ, ਤੁਸੀਂ ਬੱਸ ਚਲਾਓ। ਬੱਸ ਵਾਲਿਆਂ ਨੇ ਕੀ ਇਸ਼ਤਿਹਾਰ ਰੱਖਿਆ, ਬੱਸ ਵਾਲੇ ਕੀ ਪ੍ਰਮੋਟ ਕਰ ਰਹੇ, ਟ੍ਰਾਂਜ਼ਿਟ ਵਾਲੇ ਕੀ ਪ੍ਰਮੋਟ ਕਰ ਰਹੇ, ਟ੍ਰਾਂਜ਼ਿਟ ਵਾਲੇ ਸਿਟੀ ਕੀ ਪ੍ਰਮੋਟ ਕਰ ਰਹੇ, ਵਾਟ ਇਜ਼ ਯੋਰ ਕੰਸਰਨ? ਐਜੂਕੇਸ਼ਨ ਨੂੰ ਸਪੋਰਟ ਕਰਦੇ ਜੋ, ਅੰਟੇਰੀਓ ਸੈਕਸ ਐਜੂਕੇਸ਼ਨ ਸਪੋਰਟ ਕਰਦੇ ਜੋ। ਕੀ ਕਹਿ ਰਹੇ ਹੋ ਤੁਸੀਂ ਸਰ? ਦੋ ਜਣੇ ਐਜੂਕੇਸ਼ਨ ਨੂੰ ਸਪੋਰਟ ਦੇਖੋ ਅਰਪਿਤ ਜੀ, ਐਜੂਕੇਸ਼ਨ ਨੂੰ ਸਪੋਰਟ ਕਰਨਾ। ਇੱਕ ਮਿੰਟ ਪਰਮਿੰਦਰ ਜੀ, ਹਾਂ ਜਾਂ ਨਾ ਤੁਸੀਂ ਦੋਵੇਂ ਸੈਕਸ ਐਜੂਕੇਸ਼ਨ ਸਪੋਰਟ ਕਰਦੇ ਜੋ ਨਹੀਂ ਕਰਦੇ? ਬਿਲਕੁਲ ਕਰਦੇ ਹਾਂ ਜੀ। ਤੁਸੀਂ ਦੋਵੇਂ ਹਨੇ ਤੁਸੀਂ ਵੀ ਕਰਦੇ ਜੋ? ਕਿਸ ਚੀਜ਼ ਨੂੰ ਸਪੋਰਟ ਕਰਦੇ? ਸੈਕਸ ਐਜੂਕੇਸ਼ਨ, ਓਨਟਾਰੀਓ ਸੈਕਸ ਐਜੂਕੇਸ਼ਨ ਜਿਹੜੀ ਇਹ ਸਾਡਾ ਪਰਸਨਲ ਬਿਲੀਫ ਹੈ। ਇਹਦਾ ਵਰਕ ਦੇ ਨਾਲ ਕੀ ਕੰਪੈਰੀਜ਼ਨ? ਇੱਕ ਮਿੰਟ ਯੈਸ ਔਰ ਨੋ ਤੁਸੀਂ ਕਰਦੇ ਜੋ ਨਹੀਂ ਕਰਦੇ ਜੋ? ਇਟ ਇਜ਼ ਮਾਈ ਪਰਸਨਲ ਓਪੀਨੀਅਨ, ਆਈ ਕੈਨ ਨਾਟ ਕਮੈਂਟ ਔਨ ਇਟ। ਓਕੇ ਦੇਖੋ ਦਵਿੰਦਰ ਤੁਸੀਂ ਦੇਖ ਰਹੇ ਜੋ ਕਹਿੰਦੇ ਆ ਜੀ ਕਰੇ ਮੈਂ ਕਮੈਂਟ ਨਹੀਂ ਕਰਨਾ। ਇੱਥੇ ਤੁਹਾਡਾ ਪਰਸਨਲ ਬਲੀਫ ਆ ਤੇ ਜਦੋਂ ਡਰਾਈਵਰ ਨੇ ਇਦਾਂ ਦੀ ਬੱਸ ਚਲਾਉਣ ਨੂੰ ਮਨਾ ਕਰਤਾ ਉਹਦਾ ਪਰਸਨਲ ਬਲੀਫ ਹੈ। ਐਜੂਕੇਸ਼ਨ ਨੂੰ ਮੈਂ ਸਪੋਰਟ ਕਰਦੀ ਹਾਂ ਜਾਂ ਨਹੀਂ ਕਰਦੀ ਹਾਂ, ਮੈਂ ਉਹਦੇ ਤੇ ਰਿਪੋਰਟ ਕੀਤਾ ਹੈ, ਮੈਂ ਉਹਦੇ ਤੇ ਡਿਸਕਸ ਕੀਤਾ ਹੈ, ਮੈਂ ਉਹਦੇ ਤੇ ਡਿਬੇਟ ਕੀਤਾ ਹੈ, ਮੈਂ ਉਹਦੇ ਤੇ ਇੰਟਰਵਿਊ ਵੀ ਕੀਤਾ ਹੈ। ਪਰ ਉਹ 'ਚ ਮੈਂ ਆਪਣੇ ਪਰਸਨਲ ਓਪੀਨੀਅਨ ਨੇ ਉਹ ਨਹੀਂ ਰੱਖੇ ਹੈਗੇ। ਮੈਂ ਆਪਣਾ ਕੰਮ ਕੀਤਾ ਐਜ਼ ਅ ਜਰਨਲਿਸਟ। ਤੇ ਜੇ ਉਹ ਬੱਸ ਡਰਾਈਵਰ ਸੀਗਾ ਤੇ ਉਹਨੂੰ ਉੱਥੇ ਉਹ ਬੱਸ ਚਲਾਉਣੀ ਚਾਹੀਦੀ ਸੀਗੀ ਤੇ ਉਹਦਾ ਕੀ ਬਿਲੀਫ ਹੈ, ਉਹਦਾ ਕੀ ਪਰਸਨਲ ਐਥਿਕ ਹੈ ਜਾਂ ਪਰਸਨਲ ਉਹਦਾ ਬਿਲੀਫ ਹੈ, ਉਸ ਨੂੰ ਕੰਮ ਦੇ ਵਿੱਚ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰੇ ਇਸ ਮਾਈ ਪਰਸਨਲ ਬਲੀਫ ਤੇ ਉਹ ਡਰਾਈਵਰ ਦੇ ਪਰਸਨਲ ਬਲੀਫ ਨਹੀਂ ਹੈਗੇ। But your personal belief, keep it at home. When you are at work, you cannot include your personal belief. ਹਰਨਿਆ ਜੀ ਇੱਕ ਮਿੰਟ ਮੈਨੂੰ ਬੋਲਣ ਦਾ ਮੌਕਾ ਦੇ ਲਓ। ਥੋੜਾ ਜਿਹਾ ਡਿਬੇਟ ਸਾਡਾ ਆਊਟ ਆਫ ਰੀਚ ਜਾ ਰਿਹਾ, ਪਰ ਗੱਲਬਾਤ ਸ਼ੁਰੂ ਕਰਦੇ ਹਾਂ ਇੱਕ ਸੀਰੀਅਸ ਨੋਟ ਤੇ। ਹਰਪ੍ਰੀਤ ਜੀ ਮੈਂ ਇੱਕ ਸੀਰੀਅਸ ਕੁਐਸਚਨ ਪੁੱਛਣਾ ਚਾਹੁੰਦਾ। ਇੱਕ ਕੈਲਰੀ ਦੇ ਵਿੱਚ ਇੱਕ ਸਰਜਨ ਆ, ਇੱਕੋ ਹੀ ਸਰਜਨ ਆ ਜਿਸਨੇ ਸਰਜਰੀ ਪਰਫਾਰਮ ਕਰਨੀ ਆ। ਜਦੋਂ ਉਹ ਆਪਰੇਸ਼ਨ ਸੈੱਟ ਥੀਏਟਰ ਦੇ ਵਿੱਚ ਜਾਂਦਾ ਸਰਜਰੀ ਕਰਨ ਦੇ ਵਿੱਚ, ਹੀ ਫਾਊਂਡ ਆਊਟ ਕਿ ਜਿਹੜਾ ਬੰਦਾ ਉੱਥੇ ਮੈਂ ਜਿਹਦੀ ਸਰਜਰੀ ਕਰਨੀ ਆ ਉਹ ਗੇ ਆ। ਉਹਦੇ ਧਾਰਮਿਕ ਬਲੀਫਸ ਉਸ ਨੂੰ ਸਰਜਰੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਗੇ ਦੇ ਨਾਲ ਕੋਈ ਵੀ ਅਜਿਹਾ ਜਿਹੜਾ ਆਪਣਾ ਕਿੱਤਾ ਉਹਦੇ ਨਾਲ ਸ਼ੇਅਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਸਰਜਨ ਨੂੰ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਨਾਂ ਸਰਜਰੀ ਕੀਤੇ ਬਾਹਰ ਨਿਕਲ ਜਾਣਾ ਚਾਹੀਦਾ, ਜਾਂ ਆਪਣੇ ਉਹ ਐਥਿਕਸ ਦੀ, ਉਹ ਆਪਣੇ ਪ੍ਰੋਫੈਸ਼ਨ ਦੀ ਇੱਜ਼ਤ ਕਰਦੇ ਸਰਜਰੀ ਕਰਨੀ ਚਾਹੀਦੀ ਹੈ। ਦੇਖੋ ਦਵਿੰਦਰ ਜੀ ਤੁਸੀਂ ਜਿਹੜਾ ਕੁਐਸਚਨ ਪੁੱਛਿਆ, ਜੇ ਆਪਾਂ ਪਹਿਲਾਂ ਵੇਖੀ ਤੇ ਕੋਈ ਵੀ ਧਰਮ ਇਹ ਨਹੀਂ ਆਂਦਾ ਜੇ ਕੋਈ ਮਰਦਾ ਹੋਵੇ ਤੁਸੀਂ ਉਹਦੀ ਜਾਨ ਨਾ ਬਚਾਓ।
ਕੋਈ ਵੀ ਧਰਮ 'ਚ ਇਹ ਲਿਖਿਆ ਜਿਹੜੇ ਨਹੀਂ ਗਿਆ। ਬੱਸ ਮੈਂ ਤੁਹਾਨੂੰ ਉਹੀ ਦੱਸਣ ਲੱਗਾ, ਬੱਸ ਦੇ ਮੇਰੇ ਵਿੱਚ- ਮੈਂ ਤੁਹਾਨੂੰ ਤੁਹਾਡਾ ਐਗਜ਼ਾਮਪਲ ਨਾਲ ਫਿਨਿਸ਼ ਕਰਨ ਲੱਗਾ। ਜੇ ਮੈਂ ਸਰਜਨ ਹੋਵਾਂ, ਮੈਨੂੰ ਇਦਾਂ ਦਾ ਕੋਈ ਕੇਸ ਆ ਜੇ ਤਾਂ ਮੈਂ ਬਿਲਕੁਲ ਸਰਜਰੀ ਕਰੂੰਗਾ। ਪਰ ਜੇ ਤੁਸੀਂ ਮੈਨੂੰ ਇਹ ਕਹੋ ਤੂੰ ਕੋਟ ਵੀ ਪਾ ਜਿੱਤੇ ਕੀ ਕਹਿੰਦੇ ਆ ਕਲਰ ਹੋਵੇ, ਜਿੱਤੇ ਫਲਾਣੀ ਚੀਜ਼ ਲਿਖੀ ਹੋਵੇ, ਤੇਰੇ ਅੰਦਰ ਦੇ ਸਾਰੇ ਤੂੰ ਪੇਂਟ ਵੀ ਕਰਾ, ਫਿਰ ਸਰਜਰੀ ਕਰ, ਫਿਰ ਮੈਂ ਸ਼ਾਇਦ ਮਨਾ ਕਰ ਸਕਦਾ ਕਿ ਨਹੀਂ ਇਹ ਤੁਸੀਂ ਹੁਣ ਤੁਸੀਂ ਮੇਰੇ ਵੀ ਰਿਲੀਜੀਅਸ ਰਾਈਟ ਨੂੰ ਧਿਆਨ 'ਚ ਰੱਖੋ। ਪਰ ਜੇ ਨਾਰਮਲ ਹੋਵੇ ਤਾਂ ਬਿਲਕੁਲ ਸਰਜਨ ਸਰਜਰੀ ਕਰੂਗਾ। ਜੇ ਹੁਣ ਚਲੋ ਥੋੜੇ ਜਿਹਾ ਹੋਰ ਛੋਟੇ ਨੋਟ ਤੇ, ਜੇ ਉਹ ਕਮਰੇ ਦੇ ਵਿੱਚ ਕੋਈ ਰੇਨਬੋ ਕਲਰ ਹੋਇਆ ਤਾਂ ਸਰਜਨ ਅੰਦਰ ਜਾਣ ਤੋਂ ਨਾ ਕਰ ਸਕਦਾ? ਨਹੀਂ ਦੇਖੋ, ਜੇ ਉਹ ਕਮਰੇ ਵਿੱਚ ਤੁਸੀਂ ਕਹਿੰਦੇ ਹੋ ਮਾੜਾ ਜਿਹਾ ਰੇਨਬੋ ਕਲਰ ਹੋਇਆ, ਬਿਲਕੁਲ ਨਹੀਂ ਕਰੂਗਾ। ਪਰ ਜਦੋਂ ਤੁਸੀਂ ਸਰਜਨ ਨਾਲ ਧੱਕਾ ਕਰੋਗੇ, ਇਹਦਾ ਬੈੱਡ ਵੀ ਹਾਂਜੀ, ਤੁਸੀਂ ਸਰਜਨ ਨੂੰ ਕਹੋਗੇ ਇਹਦਾ ਬੈੱਡ ਵੀ ਰੇਨਬੋ ਕਲਰ 'ਚ ਹੋਵੇ, ਤੂੰ ਕੱਪੜੇ ਵੀ ਰੇਨਬੋ ਕਲਰ ਦੇ ਪਾਓ, ਦੈਨ ਮੀਨਸ ਕਿ ਤੁਸੀਂ ਉਹਦੇ ਰਿਲੀਜੀਅਸ ਸੈਂਟੀਮੈਂਟ ਨੂੰ ਵੀ ਧਿਆਨ 'ਚ ਰੱਖੋ ਨਾ। ਹਾਂਜੀ ਹਰਨਿਆ ਜੀ, ਤੁਸੀਂ ਇਹਨਾਂ ਦੀ ਗੱਲ ਨਾਲ ਸਹਿਮਤ ਹੋ? ਐਬਸੋਲੂਟਲੀ ਨਾਟ। ਤੁਸੀਂ ਉੱਥੇ ਡਾਕਟਰ ਹੋ, ਅੱਛਾ, ਤੁਹਾਨੂੰ ਤੁਸੀਂ ਕੀ ਇਹ ਫਰਕ ਕਹਿੰਦੇ ਪੈਂਦਾ ਹੋ ਕਿ ਕਿ ਕਿਹੜੇ ਜਿਹੜਾ ਬੈੱਡ ਦਾ ਸਰਜਨ ਆ, ਕਲਰ ਹੈ, ਉਹਨੂੰ ਸਾਰਾ ਕੁਛ rainbow colour ਦਾ ਸਿਰਿੰਜ ਦਾ ਕਲਰ ਹੈ, ਸਰਜਰੀ ਕਿਹੜੀ ਕਰ। ਚੱਦਰ ਦਾ ਕਲਰ ਹੈ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਸਿਰਫ ਕਿਉਂ ਨਹੀਂ ਪੇਸ਼ੈਂਟ ਪੈਂਦਾ? ਦੇਖਣਾ ਬਿਲਕੁਲ ਚਾਹੀਦਾ ਹੈ। ਪੈਂਦਾ। ਤੁਸੀਂ ਹੁਣੇ no comment ਕਿਹਾ, ਕਿਉਂ ਕਿਹਾ? ਕਿਉਂਕਿ ਤੁਹਾਨੂੰ ਫਰਕ ਪੈਂਦਾ ਵਾ। ਉਸ ਡਰਾਈਵਰ ਨੂੰ ਆਪਣੀ ਡਿਊਟੀ ਦਿਖਣੀ ਚਾਹੀਦੀ ਹੈ, ਉਹ 8 ਘੰਟੇ ਦੇਖਣੇ ਚਾਹੀਦੇ ਜੋ ਪੂਰੇ ਕਰਨ ਆਇਆ ਹੈ। ਅੱਛਾ, ਫਿਰ ਜੇ ਬੱਸ ਤੇ ਇਸਲਾਮਿਕ ਸਟੇਟ ਦੀ ਐਡ ਲੱਗੀ ਹੋਵੇ ਕਿ ਉਹ ਟੈਰਰਿਸਟਿਕ ਐਡ ਲੱਗੀ ਹੋਵੇ, ਡਰਾਈਵਰ ਉਹ ਬੱਸ ਲੈ ਕੇ ਵੀ ਚਲੇ ਜਾਵੇ। ਹਰਪ੍ਰੀਤ ਜੀ, ਤੁਸੀਂ ਆਈ ਥਿੰਕ ਆਊਟ ਆਫ ਟਾਪਿਕ ਜਾ ਰਹੇ ਹੋ। ਇੱਥੇ ਇਸਲਾਮਿਕ ਸਟੇਟ ਅੱਛਾ, ਇਜ਼ ਮੈਂ ਟੂ ਆਊਟ ਆਫ ਐਕਸਟ੍ਰੀਮ ਟਾਪਿਕ ਜਾ ਰਿਹਾ ਹਾਂ। ਹੁਣ ਮੈਂ ਆਊਟ ਆਫ ਟਾਪਿਕ ਜਾ ਰਿਹਾ ਹਾਂ ਕਿਉਂਕਿ ਇੱਕ ਐਕਸਟ੍ਰੀਮ ਜਿਹੜੇ ਮੈਟਰਸ ਨੇ ਸਾਰੇ ਬਿਲਕੁਲ ਕੀ ਕਹਿੰਦੇ ਆ ਡਿਬੇਟੇਬਲ ਨੇ। ਅੱਛਾ ਪਰਮਿੰਦਰ ਸਿੰਘ, ਤੁਸੀਂ ਕਹਿ ਰਹੇ ਹੋ ਕਿ LGBTQ ਕਮਿਊਨਿਟੀ ਜਿਹੜੀ ਹੈਗੀ ਆ ਉਹ ਐਕਸਟ੍ਰੀਮਿਸਟ ਹੈਗੀ ਆ। ਨਹੀਂ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਸਿਟੀ ਜਿਹੜੀ ਮਿਊਨਿਸਪੈਲਿਟੀ ਹੈ ਉਹ ਐਕਚੁਅਲੀ ਟੈਰਰਿਜ਼ਮ ਨੂੰ ਵੀ ਪ੍ਰਮੋਟ ਕਰ ਸਕਦੀ ਹੈ ਐਟ ਦੀ ਐਂਡ ਆਫ ਦ ਡੇ। ਪਰਮਿੰਦਰ ਸਿੰਘ ਜੀ, ਲੈਟ ਮੀ ਬ੍ਰਿੰਗ ਯੂ ਇਨ ਡਿਬੇਟ ਜੀ। ਕੱਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗ੍ਰੰਥੀ ਸਾਹਿਬ ਦੀ ਡਿਊਟੀ ਆ ਕਿ ਆਨੰਦ ਕਾਰਜ ਦੀ ਰਸਮ ਅਦਾ ਕਰਨੀ ਆ। ਉੱਥੇ ਦੋ ਗੇ, ਚਾਹੇ ਸਿੱਖ ਹੋਣ, ਚਾਹੇ ਹਿੰਦੂ ਹੋਣ, ਚਾਹੇ ਮੁਸਲਮਾਨ ਹੋਣ, ਚਾਹੇ ਈਸਾਈ ਹੋਣ, ਰਹਿਤ ਮਰਿਆਦਾ ਦੀ ਪਿਛਲੀ ਵਾਰੀ ਗੱਲ ਕੀਤੀ ਸੀ, ਕਹਿੰਦੇ ਸੀ 2 ਸਿੱਖਾਂ ਦੇ ਵਿੱਚ ਹੀ ਵਿਆਹ ਹੋਣਾ ਚਾਹੀਦਾ। ਬਿਲਕੁਲ। ਜੇ 2 ਸਿੱਖ ਗੇ ਜਾਂ ਲੈਸਬੀਅਨ ਉੱਥੇ ਜਾਂਦੇ ਨੇ, ਕੀ ਗ੍ਰੰਥੀ ਸਿੰਘ ਆਪਣੀ ਮਰਿਆਦਾ ਦੇ ਮੁਤਾਬਕ ਆਪਣੇ ਰਿਲੀਜੀਅਸ ਬਲੀਫ ਦੇ ਨਾਲ ਉਹਨਾਂ ਦਾ ਵਿਆਹ ਕਰਨ ਤੋਂ ਮਨਾ ਕਰ ਸਕਦਾ ਜਾਂ ਨਹੀਂ? ਦਵਿੰਦਰ ਜੀ, ਇਦਾਂ ਦੀ ਕੋਈ ਵੀ ਜਿਹੜੀ ਸਿਚੁਏਸ਼ਨ ਹੈਗੀ ਅਜੇ ਤੱਕ ਆਈ ਨਹੀਂ ਹੈਗੀ। ਔਰ ਮੈਂ ਦੇਖੋ ਦਵਿੰਦਰ ਜੀ, ਦੈਟਸ ਟੂ ਐਕਸਟ੍ਰੀਮ ਟੂ ਮੀ ਆਨਸਰ ਦੈਟ ਕੁਐਸਚਨ। ਆਮ ਸੌਰੀ, ਮੈਂ ਤੇ ਆਨਸਰ ਨਹੀਂ ਦੇ ਸਕਦਾ। ਪਰ ਤੁਹਾਡੇ ਰਿਲੀਜੀਅਸ ਬਲੀਫ ਮਿਡਲ ਦੇ ਵਿੱਚ ਆ ਰਹੇ ਨੇ ਹੁਣ। ਦਵਿੰਦਰ ਜੀ, ਮੈਂ ਆਮ ਨੋਟ ਦਾ ਅਥਾਰਟੀ। ਮੇਰੇ ਕਹਿਣ ਜਾਂ ਨਾ ਕਹਿਣ ਨਾਲ ਪਰਮਿੰਦਰ ਸਿੰਘ ਜੀ ਹਰਿਆਣਾ ਜੀ, ਲੈਟ ਮੀ ਹੁਣ ਤੁਸੀਂ ਦੋਵਾਂ ਨੇ ਜਵਾਬ ਦੇਣ ਤੋਂ ਮਨਾ ਕਰਤਾ ਕਿਉਂਕਿ ਤੁਹਾਨੂੰ ਕਿਤੇ ਲੱਗਦਾ ਕਿ ਤੁਹਾਡਾ ਰਿਲੀਜਨ ਵੀ ਵਿੱਚ ਆ ਰਿਹਾ, ਜਦੋਂ ਡਰਾਈਵਰ ਦਾ ਰਿਲੀਜਨ ਵਿੱਚ ਆ ਰਿਹਾ ਸੀ ਉਹਦੀ ਕੋਈ ਵੈਲਿਊ ਨਹੀਂ। ਮੇਰਾ ਇੱਥੇ ਮਕਸਦ ਇਹ ਹੈ ਕਿ ਮੇਰੇ ਆਨਸਰ ਨਾਲ ਕੋਈ ਅਫੈਂਡ ਹੋ ਸਕਦਾ, ਇਸ ਕਰਕੇ ਮੈਂ ਆਨਸਰ ਇਹਦੇ ਉੱਤੇ ਨਹੀਂ ਦੇਣਾ ਚਾਹੁੰਦਾ। ਮੇਰਾ ਸਿਰਫ ਪੁਆਇੰਟ ਇਹ ਆ। ਤੁਸੀਂ ਵੀ ਨੋ ਕਮੈਂਟ ਕਿਹਾ, ਅਦਰ ਵਰਡ ਤੁਸੀਂ ਵੀ ਹਨਿਆ ਜੀ ਵਾਂਗੂ ਨੋ ਕਮੈਂਟ ਕਿਹਾ ਵਾ। I am not a religious leader. I am not the one who does Anand Karaj. So how can I comment? ਮੈਂ ਤੁਹਾਨੂੰ ਰਿਲੀਜਨ ਦੇ ਰਿਲੇਟਡ ਕੁਐਸਚਨ ਹੀ ਨਹੀਂ ਪੁੱਛਿਆ ਸੀ ਹਨਿਆ ਜੀ। I cannot comment on that because that is not the issue at all. Exactly what I am saying. I am not a ਤੁਸੀਂ ਦੋਵਾਂ ਨੇ religious no leader. comment I ਕਰਕੇ am not ਪੱਲਾ the one who ਝਾੜਿਆ does ਤੇ ਜੇ Anand ਇੱਕ Karaj. ਡਰਾਈਵਰ I am ਇੱਕ not ਮਿੰਟ the ਹਨਿਆ one ਜੀ, who's ਤੁਸੀਂ written the ਦੋਵਾਂ ਨੇ Ayat and Marada. So I cannot comment on that. We are debating ਨਹੀਂ ਕਰ the ਸਕਦੇ। ਇੱਕ question. ਮਿੰਟ, let me Would you deny your duty? Would you deny your duty when you're given a circumstance to ride a bus that is not promoting what you believe or what you don't believe? ਮੈਂ ਦਵਿੰਦਰ ਜੀ ਨੂੰ ਮਾੜੀ ਜੀ ਗੱਲ ਕਰਨਾ ਚਾਹੁੰਦਾ ਸੀ। ਨਹੀਂ ਹਰਪ੍ਰੀਤ ਜੀ ਗੱਲ ਸੁਣੋ ਹਰਪ੍ਰੀਤ ਜੀ, ਤੁਸੀਂ ਇਦਾਂ ਨਹੀਂ ਕੰਪੇਅਰ ਕਰ ਸਕਦੇ। ਤੁਸੀਂ ਤਾਂ ਇੱਕ ਅਥਾਰਟੀ ਦਾ ਜਵਾਬ ਸਭ ਤੋਂ ਮੰਗ ਰਹੇ ਹੋ, ਨਾ ਤਾਂ ਮੈਂ ਉਹ ਅਥਾਰਟੀ ਹਾਂ ਨਾ ਮੈਂ ਉਹ ਅਥਾਰਟੀ ਹਾਂ। ਅਸੀਂ ਗੱਲ ਕਰ ਰਹੇ ਹਾਂ ਕਿਸੇ ਵੀ EMPLOYEE ਦੀ ਜੋ ਆਪਣਾ ਕੰਮ ਕਰਦਾ ਹੈ। ਤੁਹਾਨੂੰ ਆਪਣੀ ਆਵਾਜ਼ ਨੂੰ ਰੀਵਾਈਂਡ ਕਰਨਾ ਪੈਣਾ, ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ। ਪਲੀਜ਼ ਜਦੋਂ ਤੁਹਾਨੂੰ ਅਸੀਂ ਵਿੱਚੋਂ ਰੋਕਦੇ ਹਾਂ ਸੁਣ ਲਿਆ ਕਰੋ ਕੁਐਸਚਨ। ਜਿਹੜਾ ਕੁਐਸਚਨ ਪਰਮਿੰਦਰ ਸਿੰਘ ਜੀ ਨੂੰ ਕੀਤਾ ਸੀ ਉਹੀ ਕੁਐਸਚਨ ਤੁਹਾਨੂੰ ਕਰ ਰਹੇ ਹਾਂ। Should that Granthi perform the ceremony? As I said, Devinder ji, we are not the authority. We cannot comment on that. If I was doing Anand Karaj, I would know the rules and regulations and I can comment on that. I'm not doing it. ਓਕੇ ਦਵਿੰਦਰ ਜੀ, ਇੱਥੇ ਮੇਰਾ ਹੁਣ ਤੁਹਾਡੇ ਦਵਿੰਦਰ ਜੀ ਦੇਖੋ, ਤੁਹਾਡੇ ਦੋਵੇਂ ਡਿਬੇਟਰ ਹਨਿਆ ਜੀ ਐਂਡ ਪਰਮਿੰਦਰ ਜੀ, ਜਦੋਂ ਕਿਤੇ ਇਹਨਾਂ ਦੇ ਰਿਲੀਜਨ ਦੀ ਗੱਲ ਆਈ ਇਹਨਾਂ ਨੇ ਕਮੈਂਟ ਦੇਣ ਤੋਂ ਮਨਾ ਕਰਤਾ, ਪਰ ਇੱਕ ਡਰਾਈਵਰ ਜਿਹੜਾ ਵਾ ਉਹਦੇ ਰਿਲੀਜਨ ਦੀ ਗੱਲ ਆਈ ਉਹਦੇ ਦੇ ਕਮੈਂਟਿੰਗ। ਤੁਸੀਂ ਵੀ ਆਨਸਰ ਦਿਓ, ਤੁਸੀਂ ਕੀ ਆਨਸਰ ਦੋਗੇ ਇਹਦਾ? ਕਿਹੜੀ ਚੀਜ਼ ਦਾ? ਇਸੇ ਕੁਐਸਚਨ ਦਾ। ਤੁਸੀਂ ਪੁੱਛੋ ਕੁਐਸਚਨ ਪੁੱਛੋ ਤੁਸੀਂ। ਦਵਿੰਦਰ ਜੀ ਨੇ ਕੁਐਸਚਨ ਜਿਹੜਾ ਸਾਨੂੰ ਪੁੱਛਿਆ, ਤੁਸੀਂ ਇਹਦਾ ਕੀ ਆਨਸਰ ਦੋਗੇ? ਹਾਂਜੀ ਹਰਪ੍ਰੀਤ ਜੀ, ਸੱਚਾ ਤੋਂ ਪੁੱਛਣਾ ਭੁੱਲ ਗਿਆ। ਕਿਉਂਕਿ ਹਰਨਿਆ ਜੀ ਤੁਸੀਂ ਰੌਲਾ ਕਾਫੀ ਪਾਇਆ ਹੋਇਆ। ਮੈਂ ਬਿਲਕੁਲ ਆਨਸਰ ਦੇਣਾ ਦਵਿੰਦਰ ਜੀ, ਮੈਂ ਆਨਸਰ ਦੇਣ ਲੱਗਾ ਦਵਿੰਦਰ ਜੀ। ਲੈਟ ਮੀ ਆਨਸਰ ਹਰਨਿਆ ਜੀ ਐਂਡ ਪਰਮਿੰਦਰ ਜੀ, ਲੈਟ ਮੀ ਆਨਸਰ।
हरनैया जी लेट मी आंसर, मैं नो कमेंट नहीं कहूंगा। जो हुण दी करंट रहत मेरा दावा दविंदर जी, जो ਆਪਾਂ ਜੇ ਉਹਨੂੰ ਮੰਨੀਏ, ਜੋ ਪਰਮਿੰਦਰ ਜੀ ਇਸ ਟਾਈਮ ਸ਼ੋਅ ਰਿਕਾਰਡ ਕਰਦੇ ਆ, ਉਹਦੇ ਖਿਲਾਫ ਗ੍ਰੰਥੀ ਸਿੰਘ ਹੈਵ ਅ ਰਾਈਟ। ਗ੍ਰੰਥੀ ਸਿੰਘ ਤੇ ਉਹਨਾਂ ਨੂੰ ਕੀ, ਗ੍ਰੰਥੀ ਸਿੰਘ ਤੇ ਮੈਨੂੰ ਵੀ ਵਿਆਹ ਕਰਨ ਤੋਂ ਮਨਾ ਕਰ ਸਕਦਾ ਵਾ। ਹਾਂਜੀ ਨਹੀਂ, ਪਰ ਤੁਸੀਂ ਕੀ ਚਾਹੁੰਦੇ ਹੋ? ਜੇ ਗ੍ਰੰਥੀ ਸਿੰਘ ਰਿਫਿਊਜ਼ ਕਰ ਦਿੰਦਾ, ਤੁਸੀਂ ਉਸ ਨੂੰ ਸਪੋਰਟ ਕਰੋਗੇ ਜਾਂ ਸੈਰੀਮਨੀ ਪਰਫਾਰਮ ਕਰਦਾ ਉਸ ਨੂੰ ਸਪੋਰਟ ਕਰੋਗੇ? ਦੇਖੋ ਇੱਥੇ ਧਰਮ ਦੀ ਗੱਲ ਆ ਜੀ। ਬਿਲਕੁਲ, ਮੈਂ ਵੀ ਡਰਾਈਵਰ ਵਾਂਗੂ ਮਨਾ ਕਰੂੰਗਾ। ਤੇ ਰੌਲਾ ਇਹ ਹਾਂਜੀ। ਆ ਕਿ ਜੇ ਤੁਸੀਂ ਆਪਣਾ ਮੂੰਹ ਖੋਲਿਆ, ਜਾਂ ਜੇ ਗ੍ਰੰਥੀ ਸਿੰਘ ਨੇ ਸੈਰੇਮਨੀ ਕੀਤੀ ਤਾਂ ਅਕਾਲ ਤਖਤ ਜਥੇਦਾਰ ਨੇ ਉਹਨੂੰ ਉੱਥੇ ਆਪਣੀ ਅਦਾਲਤ 'ਚ ਬੁਲਾ ਲੈਣਾ। ਜੇ ਗ੍ਰੰਥੀ ਸਿੰਘ ਨੇ ਇੱਥੇ ਮਨਾ ਕਰ ਦਿੱਤਾ ਤਾਂ ਅਲਬਰਟਾ ਦੇ ਹਿਊਮਨ ਰਾਈਟ ਕਮਿਸ਼ਨ ਨੇ ਬੁਲਾ ਲੈਣਾ। ਸੋ ਬੇਸਿਕਲੀ ਵੀ ਨੀਡ ਟੂ ਬ੍ਰਿੰਗ ਸਮਥਿੰਗ ਨਿਊ ਟੂ ਇਕੁਐਲਿਟੀ। ਕੱਲੇ ਕ੍ਰਿਸਚਨਾਂ ਨੇ ਇਹ ਗੱਲਾਂ ਦੇ ਜਵਾਬ ਨਹੀਂ ਦੇਣੇ, ਅਖੀਰ ਦੇ ਵਿੱਚ ਜਵਾਬ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਨੂੰ ਵੀ ਦੇਣੇ ਪੈਣਗੇ। ਜਿਹੜੀਆਂ ਪ੍ਰੋਬਲਮ ਜੇ ਅਸੀਂ ਕਹੀਏ ਕਾਕੇਸ਼ੀਅਨ ਪ੍ਰੋਬਲਮ ਨੇ, ਆ ਕਾਕੇਸ਼ੀਅਨ ਪ੍ਰੋਬਲਮਸ ਨਹੀਂ ਹੈਗੀਆਂ। ਜੇ ਅਸੀਂ ਇੱਕ ਇਕੁਐਲਿਟੀ ਦੀ ਗੱਲ ਕਰਦੇ ਹਾਂ, ਅੱਜ ਕੈਲਗਰੀ ਟ੍ਰਾਂਜ਼ਿਟ ਨੂੰ ਪ੍ਰੋਬਲਮ ਆਈ ਆ, ਵਰਕਫੋਰਸ ਤਾਂ ਬਹੁਤ ਵੱਡੀਆਂ ਵੀ ਨੇ, ਉਹਨਾਂ EMPLOYE ਤੇ EMPLOYER ਦੇ ਰਿਲੇਸ਼ਨਸ ਨੂੰ ਪ੍ਰੋਬਲਮ ਆਉਣੀਆਂ ਚਾਹੀਦੀਆਂ ਨੇ। ਸਵਾਲ ਬਹੁਤ ਸੀਰੀਅਸ ਆ ਕਿ ਬੰਦੇ ਦੇ ਧਾਰਮਿਕ ਬਲੀਫ ਸੀ, ਪਬਲਿਕ ਸਰਵਿਸ ਆ, ਜਿਸ ਨੂੰ ਗੇਜ਼ ਤੇ ਲੈਸਬੀਅਨ ਦੋਨੇ ਹੀ ਸਪੋਰਟ ਕਰਦੇ ਨੇ। ਆਪਣੇ ਟੈਕਸ ਦੇ ਵਿੱਚ ਜਾ ਕੇ ਜਿਹੜੇ ਡਾਲਰ ਦਿੰਦੇ ਨੇ, ਉਹੀ ਟੈਕਸ ਦੇ ਨਾਲ ਕੈਲਗਰੀ ਸਰਵਿਸ ਵੀ ਚੱਲਦੀ ਆ। ਜਦੋਂ ਉਹਨਾਂ ਦਾ ਅਧਿਕਾਰ ਕੋਈ ਨਹੀਂ ਤਾਂ ਡਰਾਈਵਰ ਕੱਲ ਨੂੰ ਅੱਜ ਰੇਨਬੋ ਤੋਂ ਬੱਸ ਚਲਾਉਣ ਦੀ ਮਨਾ ਕਰ ਸਕਦਾ, ਕੱਲ ਨੂੰ ਗੇਜ਼ ਤੇ ਲੈਸਬੀਅਨ ਨੂੰ ਬੱਸ ਦੇ ਵਿੱਚ ਚੜ੍ਹਨ ਤੋਂ ਵੀ ਮਨਾ ਕਰ ਸਕਦਾ। ਉਸ ਬਾਰੇ ਕੀ ਕਹਿਣਾ ਚਾਹੋਗੇ ਰਣਿਆ ਜੀ? ਦਵਿੰਦਰ ਜੀ, ਇੱਕ ਮਿੰਟ ਆਪਣਾ ਸਵਾਲ ਰਿਪੀਟ ਕਰ ਦਿਓ ਕਿ ਪਲੀਜ਼, ਮੈਨੂੰ ਕੱਟ ਕੇ ਆਵਾਜ਼ ਆ ਰਹੀ ਸੀ। ਮੈਂ ਸਵਾਲ ਪਰਮਿੰਦਰ ਸਿੰਘ ਜੀ ਨੂੰ ਪੁੱਛ ਲੈਣਾ, ਕਿਉਂਕਿ ਪਰਮਿੰਦਰ ਸਿੰਘ ਜੀ ਨੂੰ ਅੱਜ ਤੁਸੀਂ ਡਿਬੇਟ ਦੇ ਵਿੱਚ ਬੋਲਣ ਦਾ ਕਾਫੀ ਮੌਕਾ ਨਹੀਂ ਦਿੱਤਾ। ਇੱਕ ਅੱਧਾ ਸਵਾਲ ਪੁੱਛਿਆ ਸੀ, ਉਹਨਾਂ ਨੇ ਨੋ ਕਮੈਂਟ ਕਰਕੇ ਸਾਰ ਲਿਆ। ਪਰ ਪਰਮਿੰਦਰ ਸਿੰਘ ਜੀ, ਸਵਾਲ ਬਹੁਤ ਸੀਰੀਅਸ ਆ ਕਿ ਅੱਜ ਜੇ ਰੇਨਬੋ ਦੇ ਨਾਂ ਤੇ ਡਿਸਪੈਚ ਜਾਂ ਕੈਲਗਰੀ ਟ੍ਰਾਂਜ਼ਿਟ ਇਹ ਰਿਕੁਐਸਟ ਨੂੰ ਅਕੋਮੋਡੇਟ ਵੀ ਕਰ ਲਵੇ, ਤਾਂ ਫਿਊਚਰ ਦੇ ਵਿੱਚ ਜੇ ਕੋਈ ਕੈਲਗਰੀ ਟ੍ਰਾਂਜ਼ਿਟ ਦਾ ਡਰਾਈਵਰ ਕਿਸੇ ਗੇਜ਼ ਐਂਡ ਲੈਸਬੀਅਨ ਨੂੰ ਜੇ ਬੱਸ ਦੇ ਵਿੱਚ ਚੜ੍ਹਦੇ ਨੇ ਤੇ ਬੱਸ ਚੌਣ ਤੋਂ ਮਨਾ ਕਰ ਦਿੰਦਾ, ਤਾਂ ਉਸ ਦੇ ਖਿਲਾਫ ਰਿਫਿਊਜ਼ਲ ਟੂ ਵਰਕ ਦੀ ਕਾਰਵਾਈ ਹੋਣੀ ਚਾਹੀਦੀ ਆ ਜਾਂ ਨਹੀਂ? ਹਾਂਜੀ, ਬਿਲਕੁਲ ਹੋਣੀ ਚਾਹੀਦੀ ਆ। ਬਿਕੋਜ਼ ਜਦੋਂ ਤੁਸੀਂ ਪਬਲਿਕ ਸਰਵਿਸ ਦੇ ਵਿੱਚ ਹੈਗੇ ਆ ਤੇ ਆਈ ਥਿੰਕ ਤੁਹਾਨੂੰ ਇਹ ਰਾਈਟ ਨਹੀਂ ਹੈਗਾ ਕਿ ਤੁਸੀਂ ਉਹਨਾਂ, ਕਿਉਂਕਿ ਤੁਸੀਂ ਸਰਵਿਸ ਇੰਡਸਟਰੀ 'ਚ ਹੈਗੇ ਆ, ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨੀ ਹੀ ਪੈਣੀ ਆ। ਸਿੰਘ ਜੀ, ਆਰ ਯੂ ਸ਼ੋਰ ਜਦੋਂ ਤੁਸੀਂ ਪਬਲਿਕ ਸਰਵੈਂਟਸ ਹੈਗੇ, ਜੋ ਤੁਹਾਨੂੰ ਆਪਣਾ ਰਿਲੀਜਨ ਪ੍ਰੋਟੈਕਟ ਕਰਨ ਦਾ ਕੋਈ ਰਾਈਟ ਨਹੀਂ ਹੈਗਾ? ਪਰ ਇਹਦੇ ਵਿੱਚ ਤੁਸੀਂ ਰਿਲੀਜਨ ਪ੍ਰੋਟੈਕਟ ਨਹੀਂ ਹੈਗੀ। ਕੱਲ ਨੂੰ ਮਤਲਬ ਤੁਸੀਂ ਇੱਕ ਮਿੰਟ ਹਰਨਿਆ ਜੀ, ਲੈਟ ਮੀ ਪਲੀਜ਼ ਲੈਟ ਮੀ ਆਨਸਰ ਦੈਟ। ਮੇਰੇ ਕੇ ਹਰਪ੍ਰੀਤ ਜੀ ਇੱਕ ਮਿੰਟ ਕੱਲ ਨੂੰ ਪੁਲਿਸ ਵਾਲਾ ਕਹੂਗਾ ਕਿ ਮੈਂ LGBTQ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਮੈਂ ਸਰਵਿਸ ਨਹੀਂ ਦੇਣੀ, ਡਾਕਟਰ ਕਹੂਗਾ ਨਹੀਂ ਮੈਂ LGBTQ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਮੈਂ ਸਰਵਿਸ ਨਹੀਂ ਦੇਣੀ, ਫਿਰ ਉਹਨਾਂ ਨੂੰ ਸਰਵਿਸ ਦਊਗਾ ਕੌਣ? ਪਰਮਿੰਦਰ ਸਿੰਘ ਜੀ, ਆਈ ਕੈਨ ਨਾਟ ਅੰਡਰਸਟੈਂਡ ਅ ਸਿੰਗਲ ਵਰਡ। ਹਰਪ੍ਰੀਤ ਜੀ, ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ LGBTQ ਕਮਿਊਨਿਟੀ ਹੈਗੀ ਆ, ਉਹਨੂੰ ਅਗਰ ਕੱਲ ਨੂੰ ਇੱਕ ਪੁਲਿਸ ਆਫੀਸਰ ਕਹੂਗਾ ਕਿ ਮੈਂ ਇਸ LGBTQ ਕਮਿਊਨਿਟੀ ਦੇ ਬੰਦੇ ਨੂੰ ਮੈਂ ਸਰਵਿਸ ਪ੍ਰੋਵਾਈਡ ਨਹੀਂ ਕਰਨੀ, ਫਿਰ ਉਹਨੂੰ ਸਰਵਿਸ ਕੌਣ ਪ੍ਰੋਵਾਈਡ ਕਰੂਗਾ? ਕੱਲ ਨੂੰ ਪੈਰਾਮੈਡਿਕ ਜਿਹੜਾ ਹੈਗਾ ਉਹਨੂੰ ਪਤਾ ਲੱਗੂਗਾ ਕਿ LGBTQ ਕਮਿਊਨਿਟੀ ਨੂੰ ਬਿਲੋਂਗ ਕਰਦਾ, ਉਹ ਕਹੂਗਾ ਜੀ ਮੈਂ ਇਹਨੂੰ ਸਰਵਿਸ ਪ੍ਰੋਵਾਈਡ ਨਹੀਂ ਕਰਨੀ। ਸੋ ਇਹਦਾ ਮਤਲਬ ਹਰ ਕੋਈ ਜਿਹੜੀ ਹੈਗੀ ਆਪਣੀ ਜਿਹੜੀ ਸਰਵਿਸ ਹੈਗੀ ਉਹਨੂੰ ਛੱਡ ਕੇ ਬੈਠ ਜਾਵੇ, ਜਿਹੜਾ ਪਬਲਿਕ ਸਰਵਿਸ ਦੇ ਵਿੱਚ ਜਾਂ ਸਰਵਿਸ ਇੰਡਸਟਰੀ ਦੇ ਵਿੱਚ ਹੈਗਾ ਆ। ਮੈਂ ਤੁਹਾਡਾ ਆਨਸਰ ਦਵਾਂ ਜੀ। ਓਕੇ, ਦੇਖੋ ਦਵਿੰਦਰ ਜੀ, ਪਰਮਿੰਦਰ ਜੀ ਗੱਲ ਕਰ ਰਿਹਾ ਪੁਲਿਸ ਆਫੀਸਰ ਦੀ। ਜੇ ਪੁਲਿਸ ਆਫੀਸਰ ਇਦਾਂ ਦਾ ਕੋਈ ਇਸ਼ੂ ਹੋਵੇ ਹੋਮੋਸੈਕਸੁਅਲ, ਉਹਨੂੰ ਸਰਵਿਸ ਦੇਣ ਤੋਂ ਮਨਾ ਕਰ ਸਕਦਾ? ਨਹੀਂ ਕਰ ਸਕਦਾ, ਬਿਲਕੁਲ ਨਹੀਂ ਕਰ ਸਕਦਾ। ਪਰ ਜੇ ਤੁਸੀਂ ਪੁਲਿਸ ਆਫੀਸਰ ਨੂੰ ਕਹੋਗੇ ਤੂੰ ਕਾਰ ਤੇ ਰੇਨਬੋ ਪਵਾ ਫਿਰ ਜਾ ਸਰਵਿਸ ਦੇਣ ਨੂੰ, ਬਾਈ ਜੀ ਬਿਲਕੁਲ ਮਨਾ ਕਰੂਗਾ ਪੁਲਿਸ ਆਫੀਸਰ। ਹੀ ਹੈਜ਼ ਅ ਰਾਈਟ ਟੂ ਸੇ ਨੋ। ਪਰ ਜੇ ਰੇਨਬੋ ਵਾਲੀ ਕਾਰ ਨੂੰ ਪੁਲਿਸ ਅਫਸਰ ਨੇ ਲਾਈਟਾਂ ਦੇਣੀਆਂ ਹੋਣ, ਉਹ ਦਊਗਾ ਜਾਂ ਨਹੀਂ? ਬਿਲਕੁਲ ਦਊਗਾ ਦਵਿੰਦਰ ਜੀ। ਜਾਨੀ ਤੁਸੀਂ ਪੁਲਿਸ ਆਫੀਸਰ ਨੂੰ ਫੋਰਸ ਨਹੀਂ ਕਰ ਰਹੇ ਨਾ, ਤੁਸੀਂ ਜਦੋਂ ਪ੍ਰੋਬਲਮ ਇੱਥੇ ਆ ਰਹੀ, ਜਦੋਂ ਤੁਸੀਂ ਇੱਕ EMPLOYE ਨੂੰ ਫੋਰਸ ਕਰ ਰਹੇ ਜੋ ਤੂੰ ਫਲਾਨੀ ਚੀਜ਼ ਨੂੰ ਪ੍ਰਮੋਟ ਕਰ, ਤੂੰ ਹੋਮੋਸੈਕਸੁਅਲਿਟੀ ਨੂੰ ਪ੍ਰਮੋਟ ਕਰ। ਹੁਣ ਮੈਂ ਤੁਹਾਡਾ ਉਹੀ ਗ੍ਰੰਥੀ ਸਾਹਿਬਾਨ ਵੱਲ ਥੋੜਾ ਜਿਹਾ ਸਾਰੇ ਤਿੰਨਾਂ ਦਾ ਦਿਲ ਲੈ ਕੇ ਜਾਣਾ ਚਾਹੁੰਦਾ ਕਿ ਗ੍ਰੰਥੀ ਸਾਹਿਬ ਨੇ ਤਾਂ ਚਲੋ ਮੰਨ ਲਿਓ ਰਿਫਿਊਜ਼ ਕਰ ਦਿੱਤਾ, ਸਰਵਿਸ ਨਹੀਂ ਕਰੂੰਗਾ ਜਾਂ ਨੋ ਕਮੈਂਟ ਕਰਕੇ ਲਾਰਾ ਲਾ ਦਿੱਤਾ। ਕੱਲ ਨੂੰ ਉਹ ਗ੍ਰੰਥੀ ਸਰਵਿਸ ਨੂੰ ਇੱਕ ਪੁਲਿਸ ਵਾਲੇ ਦੀ ਜਾਂ ਮੈਡੀਕਲ ਸਰਵਿਸਿਜ਼ ਦੀ ਲੋੜ ਪੈਂਦੀ ਆ, ਤੇ ਜਿਹੜਾ ਪੁਲਿਸ ਵਾਲਾ ਜਾਂ ਮੈਡੀਕਲ ਸਰਵਿਸ ਪ੍ਰੋਵਾਈਡ ਕਰਨ ਵਾਲਾ ਡੇ ਹੁੰਦਾ, ਜੇ ਉਹੀ ਬੰਦਾ ਜਿਸ ਨੂੰ ਰਿਫਿਊਜ਼ ਕੀਤਾ ਹੋਇਆ, ਜੇ ਉਹ ਉੱਥੇ ਆ ਕੇ ਗ੍ਰੰਥੀ ਸਿੰਘ ਨੂੰ ਉਸ ਦੀਆਂ ਮੁੱਢਲੀਆਂ ਸੇਵਾਵਾਂ ਦਊਗਾ ਜਾਂ ਨਹੀਂ? ਬਿਲਕੁਲ ਦਊਗਾ ਦਵਿੰਦਰ ਜੀ, ਬਿਲਕੁਲ ਦਊਗਾ ਜੀ। ਸੋ ਇਹਦਾ ਮਤਲਬ ਗੇਜ਼ ਐਂਡ ਲੈਸਬੀਅਨ ਦੇ ਡੋਂਟ ਹੈਵ ਰਾਈਟ, ਬਟ ਰਿਲੀਜੀਅਸ ਫਰੀडम ਇਜ਼ ਮੋਰ ਇੰਪੋਰਟੈਂਟ ਦੈਨ ਸੈਕਸੁਅਲ ਓਰੀਐਂਟੇਸ਼ਨ। ਦਵਿੰਦਰ ਜੀ, ਆਈ ਥਿੰਕ ਅਸੀਂ ਆਫ ਟਾਪਿਕ ਜਾ ਰਹੇ ਹਾਂ। ਅਸੀਂ ਰਿਲੀਜਨ ਨੂੰ ਤੇ LGBTQ ਕਮਿਊਨਿਟੀ ਨੂੰ ਕੰਬਾਈਨ ਕਰਦੇ ਪਏ ਹਾਂ ਇਨ ਟਰਮਸ ਆਫ No, he refused to drive the bus because of his religious beliefs.
ਮੈਂ ਹਰਪ੍ਰੀਤ ਦਵਿੰਦਰ ਜੀ ਇੱਥੇ ਜਿਹੜੀ ਗੱਲ ਹੈਗੀ ਆ ਕਿ ਉਹਨੇ LGBTQ ਕਮਿਊਨਿਟੀ ਨੂੰ ਸਪੋਰਟ ਕਰਨ ਦੀ ਗੱਲ ਨਹੀਂ ਕਰਦਾ ਪਿਆ, ਉਹਦਾ ਕੰਮ ਸਿਰਫ ਬੱਸ ਨੂੰ ਚਲਾਉਣਾ ਆ, ਉਹ ਬੱਸ ਚਲਾਊਗਾ ਨਾ ਕਿ ਬਟ ਐਡਵਰਟਾਈਜ਼ਮੈਂਟ ਹੋ ਰਹੀ ਹੈ ਜਿਹੜੀ ਐਡਵਰਟਾਈਜ਼ਮੈਂਟ ਅਗਰ ਉਹੀ ਛੋਟੀ ਫਾਰਮ ਦੇ ਵਿੱਚ ਬੱਸ ਦੇ ਅੰਦਰ ਲੱਗੀ ਹੁੰਦੀ ਸ਼ਾਇਦ ਬੱਸ ਡਰਾਈਵਰ ਨੇ ਕੋਈ ਕਮੈਂਟ ਹੀ ਨਹੀਂ ਸੀ ਕਰਨਾ। ਬਿਲਕੁਲ ਬਿਕੋਜ਼ ਤੁਸੀਂ ਯਾਰ ਤੁਸੀਂ ਕਿ ਚੀਜ਼ ਨੂੰ ਨਹੀਂ ਹਰਪ੍ਰੀਤ ਉਹ ਵੀ ਐਡਵਰਟਾਈਜ਼ਮੈਂਟ ਹੀ ਆ। ਸਾਰੇ ਸ਼ਹਿਰ ਚ ਨਹੀਂ ਮੇਰੇ ਖਿਆਲ ਸੇ ਜਦੋਂ ਰਿਕਰੂਟ ਕੀਤਾ ਜਾਂਦਾ ਨਾ ਤੁਹਾਨੂੰ ਪੁੱਛਣਾ ਚਾਹੀਦਾ ਬਾਈ ਅਸੀਂ ਬੱਸ ਚ LGBT ਦੀ ਅਸੀਂ ਕਰਾਂਗੇ ਐਡ ਬਿਲਕੁਲ ਪੁੱਛਣਾ ਚਾਹੀਦਾ। ਮੈਂ ਤੇ ਆਂਦਾ ਜੇ ਹਰ ਇੱਕ ਨੂੰ ਕਲੀਅਰ ਕਰਨਾ ਚਾਹੀਦਾ ਵਾ। ਜੇ ਅਸੀਂ ਕਿਸੇ LGBT ਕੋਵਰਕਰ ਨੂੰ ਤੇਰੇ ਨਾਲ ਲਾ ਕੇ ਆਵਾਂਗੇ ਤਾਂ ਤੈਨੂੰ ਪ੍ਰੋਬਲਮ ਹੈ ਤੂੰ ਸਾਈਨ ਕਰ, ਜੇ ਤੈਨੂੰ ਨਹੀਂ ਪ੍ਰੋਬਲਮ ਹੈ ਤਾਂ ਸਾਈਨ ਕਰ। ਯਾਨੀ ਇਹ ਅਕਮੋਡੇਸ਼ਨ ਕਰੀਏ ਉਹਦੇ ਲਈ ਕਿ ਅਸੀਂ ਸਾਈਨਡ ਬੱਸ ਦਿੱਤੀ ਉਹਨੂੰ ਜਿਹਦਾ ਉਹਦੇ ਨਾਲ ਕੋਈ ਕੰਸਰਨ ਹੀ ਨਹੀਂ ਹੈਗਾ, ਕੋਈ ਕੰਸਰਨ ਨਹੀਂ ਹੈਗਾ ਐਡਵਰਟਾਈਜ਼ਿੰਗ ਡਿਪਾਰਟਮੈਂਟ ਦਾ, ਉਹਦਾ ਕੋਈ ਕੰਸਰਨ ਨਹੀਂ ਹੈਗਾ ਕਿ ਉਹ ਕੀ ਪਾ ਰਹੇ ਕੀ ਛਾਪ ਰਹੇ, ਉਹਦਾ ਕੰਸਰਨ ਸਿਰਫ ਬੱਸ ਚਲਾਉਣ ਤੱਕ ਸੀਗਾ ਜਿਸ ਨੂੰ ਉਹ ਇਗਨੋਰ ਕਰ ਰਿਹਾ, ਆਪਣੇ ਕੰਮ ਨੂੰ ਉਹ ਨਾ ਕਰ ਰਿਹਾ। ਹਰਨਿਆ ਜੀ ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚ ਹੁੰਦੇ ਸੀ, ਪੰਜਾਬ ਦੇ ਵਿੱਚ ਹੁੰਦੇ ਸੀ, ਤੁਹਾਨੂੰ ਪਤਾ ਹੋਣਾ ਅਸੀਂ ਸਾਰੇ ਰੇਨਬੋ ਵੱਲ ਦੇਖ ਕੇ ਕਿੰਨੇ ਖੁਸ਼ ਹੁੰਦੇ ਸੀ। ਪਹਾੜੀਆਂ ਤੇ ਚੜ੍ਹ ਕੇ ਕੋਠਿਆਂ ਤੇ ਚੜ੍ਹ ਕੇ ਦੇਖਣਾ ਕਿ ਜੇ ਮੀਂਹ ਤੋਂ ਬਾਅਦ ਜੇ ਰੇਨਬੋ ਬਣਿਆ ਤਾਂ ਰੇਨਬੋ ਦੇਖਦੇ ਸੀ। ਜਦੋਂ ਇੱਥੇ ਆਏ ਮੈਨੂੰ ਤਾਂ ਉਸ ਵੇਲੇ ਹੀ ਪਤਾ ਲੱਗਿਆ ਕਿ ਜਿਹੜਾ ਰੇਨਬੋ ਕਲਰ ਆ ਉਹ ਇੱਕ ਪਹਿਚਾਣ ਆ, ਇੱਕ ਸਿੰਬਲ ਆ LGBTQ ਕਮਿਊਨਿਟੀ ਦੀ। ਪਰ ਜਦੋਂ ਅਸੀਂ ਉਹਨਾਂ ਨੂੰ ਇਕੁਅਲੀ ਸਮਝਦੇ ਹਾਂ, ਅੱਜ ਜਦੋਂ LGBT ਕਮਿਊਨਿਟੀ ਦਾ ਤਾਂ ਕਲਰ ਰੇਨਬੋ ਆ ਪਰ ਇੱਕ ਨੈਚੁਰਲ ਕਲਰ ਦੀ ਗੱਲ ਕਰਦੇ ਆ, ਪਰ ਕਿਉਂ ਨਾ ਜਿਹੜੇ ਹੈਟੀਰੋਸੈਕਸੁਅਲਸ ਨੇ ਨਾਟ ਹੋਮੋਸੈਕਸੁਅਲ ਇਹਨਾਂ ਦਾ ਕਲਰ ਹੀ ਇੱਕ ਕਰ ਦਿੱਤਾ ਜਾਵੇ ਕਿ ਵਾਈ ਵੀ ਸੇ ਕਿ ਰੇਨਬੋ ਕਲਰ ਬਿਲੋਂਗਸ ਟੂ ਓਨਲੀ ਹੋਮੋਸੈਕਸੁਅਲਸ ਸੋ ਪੀਪਲ ਵਿਲ ਆਇਡੈਂਟੀਫਾਈ ਕਿ ਜਿਹੜੇ ਪੈਸੇਂਜਰ ਨੇ ਇਹ ਬੱਸ ਦੇ ਵਿੱਚ ਚੜੇ ਹੋਏ ਨੇ ਉਹ ਹੋਮੋਸੈਕਸੁਅਲ ਨੇ ਜਾਂ ਹੈਟੀਰੋਸੈਕਸੁਅਲ ਨੇ, ਜਾਂ ਜਿਹੜਾ ਬੱਸ ਡਰਾਈਵਰ ਆ ਉਹ ਹੋਮੋਸੈਕਸੁਅਲ ਆ ਜਾਂ ਹੈਟੀਰੋਸੈਕਸੁਅਲ ਆ। ਯੂ ਥਿੰਕ ਦੇयर इज अ ਨੀਡ ਕਿ ਵੀ ਸ਼ੁਡ ਹੈਵ ਅ ਸੇਮ ਕਲਰ? ਜਲੰਦੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਜੋ, ਯੂ ਆਰ ਰਾਈਟ ਹੀਅਰ। ਬਟ ਦੇਖੋ ਇੱਥੇ ਜੋ ਇਸ਼ੂ ਸੀ ਤੁਸੀਂ ਕਿਹਨੂੰ ਪ੍ਰਮੋਟ ਕਰਨ ਵਾਸਤੇ ਫੋਰਸ ਨਾ ਕਰੋ। ਹਾਂ ਜਿੱਦਾਂ ਜੇ ਜੋ ਵੀ ਕੋਈ ਸੈਕਸੁਅਲ ਓਰੀਐਂਟੇਸ਼ਨ ਹੈ ਜਾਂ ਜੋ ਜਿਹਦੇ ਬਲੀਵ ਹੈ ਨੂੰ ਮੰਨਣ ਦਿਓ, ਸਿੰਪਲ ਜੀ ਗੱਲ ਆ। ਅੱਛਾ ਪਰ ਹਰਪ੍ਰੀਤ ਜੀ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਮੈਂ, ਜਿਵੇਂ ਪਹਿਲਾਂ ਦੱਸਿਆ ਸੀ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਕਿ ਵੱਖ-ਵੱਖ ਚੌਰਾਹਿਆਂ ਦੇ ਵਿੱਚ ਰੇਨਬੋ ਕਲਰ ਦੇ ਨਾਲ ਪੇਂਟ ਕੀਤਾ ਗਿਆ, ਉਹ ਚੌਰਾਹੇ ਨੂੰ ਪੂਰੀ ਤਰ੍ਹਾਂ ਰੇਨਬੋ ਕਲਰ ਦੇ ਨਾਲ ਇੱਕ ਤਰ੍ਹਾਂ ਪੇਂਟ ਕਰ ਦਿੱਤਾ ਗਿਆ। ਜੇ ਤੁਸੀਂ ਉੱਥੋਂ ਲੰਘਦੇ ਹੋ ਜਾਂ ਉਹ ਡਰਾਈਵਰ ਉੱਥੋਂ ਲੰਘਦਾ ਉਹ ਉੱਤੋਂ ਦੀ ਲੰਘੂਗਾ ਜਾਂ ਨਹੀਂ? ਚੌਰਾਹੇ ਦੇ ਉੱਤੋਂ ਦੀ ਲੰਘੂਗਾ? ਹਾਂ ਉੱਤੋਂ ਬਿਲਕੁਲ ਲੰਘੂਗਾ। ਆਪਣੀ ਪਰਸਨਲ ਕਾਰ ਉੱਤੋਂ ਦੀ ਲੈ ਕੇ ਜਾਓਗੇ? ਨਹੀਂ ਜੀ ਨਹੀਂ, ਇਹ ਤੇ ਆਈ ਮੀਨ ਕਿਉਂ ਲੈ ਕੇ ਜਾਓਗੇ ਤੁਸੀਂ? ਕਿਉਂਕਿ ਤੁਸੀਂ ਦੇਖੋ ਇੱਥੇ ਜੇ ਡਰਾਈਵਰ ਬੱਸ ਡਰਾਈਵਰ ਵਾਲਾ ਕੇਸ ਹੈ, ਤੁਸੀਂ ਬੱਸ ਡਰਾਈਵਰ ਨੂੰ ਫੋਰਸ ਕਰ ਰਹੇ ਜੋ ਤੂੰ ਹੋਮੋਸੈਕਸੁਅਲਿਟੀ ਨੂੰ ਸਾਰੇ ਸਾਈਡਸ ਪ੍ਰਮੋਟ ਕਰ। ਦੇਖੋ ਜੇ ਮੈਂ ਨਹੀਂ बेसिकली मैं कि चीज बिलीव नहीं करता, मैं प्रमोट नहीं करना चाहता, जे मैं आना कि ठीक है मैं आ चीज नहीं मानता पर तुसी जो करना करो, पर डोंट फोर्स मी टू प्रमोट समथिंग। पर जे वो ड्राइवर कहे कि मैं उस चौराहे दे विच बस नहीं लेके जाऊंगा ਜਿਹੜਾ ਕਿ ਰੇਨਬੋ ਕਲਰ ਦੇ ਨਾਲ ਪੇਂਟ ਹੋਇਆ ਫਿਰ ਉਸ ਦੇ ਬਾਰੇ ਕੀ ਕਹੋਗੇ? ਫਿਰ ਡਰਾਈਵਰ ਰੋਂਗ ਹੈ ਕਿਉਂਕਿ ਇੱਥੇ ਡਰਾਈਵਰ ਨੂੰ ਤੁਸੀਂ ਪ੍ਰਮੋਸ਼ਨ ਵਾਸਤੇ ਯੂਜ਼ ਨਹੀਂ ਕਰ ਰਹੇ, ਐਡਵਰਟਾਈਜ਼ਮੈਂਟ ਵਾਸਤੇ ਯੂਜ਼ ਨਹੀਂ ਕਰ ਰਹੇ। ਡਰਾਈਵਰ ਹੈਜ਼ ਟੂ ਡੂ ਹਿਸ ਜੌਬ, ਜਸਟ ਡਰਾਈਵ ਥਰੂ ਦਾ ਇੰਟਰਸੈਕਸ਼ਨ, ਦੈਟਸ ਇਟ। ਸੋ ਵੈਨ ਵੀ ਹਾਇਰ ਪੀਪਲ, ਤੁਹਾਡੇ ਮੁਤਾਬਕ ਜਦੋਂ ਵੈਨ ਅਸੀਂ ਲੋਕਾਂ ਨੂੰ ਹਾਇਰ ਕਰਦੇ ਹਾਂ ਤਾਂ ਸਾਨੂੰ ਉਹਨਾਂ ਦੇ ਰਿਲੀਜੀਅਸ ਬਲੀਫ ਪੁੱਛ ਲੈਣੇ ਚਾਹੀਦੇ ਨੇ। ਜੇ ਸਾਨੂੰ ਨਹੀਂ ਪਤਾ ਕਿ ਉਹ ਰਿਲੀਜੀਅਸ ਬਲੀਫ ਦੇ ਵਿੱਚ ਕਿਹੜੀਆਂ ਗੱਲਾਂ ਤੇ ਉਹਨਾਂ ਤੇ ਪਾਬੰਦੀ ਆ, ਉਹਨਾਂ ਦਾ EMPLOYERS ਨੂੰ ਪਾਲਣਾ ਕਰਨੀ ਚਾਹੀਦੀ ਆ। देखो मैं दविंदर जी जवाब देना चाहूंगी, जिवें मैं पहला आई गई थी मैं दे रहा जवाब मैंने मौका देना मैं तो अन्या जी ਨੂੰ ਦੇ ਦਿਓ, ਇਹਨਾਂ ਨੂੰ ਥੋੜਾ ਜਿਹਾ ਫਾਈਨ ਦੇ ਦਵਿੰਦਰ ਜੀ ਇਹਨਾਂ ਨੂੰ ਖਾਲੀ ਕਰ ਦੋ। ਮੈਂ ਵੀ ਇਹ ਗੱਲ ਕਹਿ ਰਹੀ ਸੀ ਨਾ ਕਿ ਮੈਂ ਵੀ ਇਹ ਗੱਲ ਕਹਿ ਰਹੀ ਸੀ ਨਾ ਕਿ ਤੁਸੀਂ ਯਾਰ ਸਾਈਨ ਕਰਾਓ ਕਿ ਹਾਂਜੀ ਮੈਂ ਚਾਰ ਛਾਪਾਂਗਾ ਤੇ ਮੈਂ ਬਸ ਡਰਾਈਵ ਨਹੀਂ ਕਰਾਂਗਾ, LGBT ਕਪਲ ਮੇਰੇ ਬਸ ਤੇ ਚੜੇਗਾ ਮੈਂ ਬਸ ਡਰਾਈਵ ਨਹੀਂ ਕਰਾਂਗਾ। ਹਰਨਿਆ ਜੀ ਮੈਂ ਤੁਹਾਡੇ ਹੀ ਕੁਐਸਚਨ ਦੀ ਸਪੋਰਟ ਕਰਕੇ ਹਰਪ੍ਰੀਤ ਜੀ ਨੂੰ ਕਾਫੀ ਔਖਾ ਸਵਾਲ ਦਿੱਤਾ ਸੀ ਜਿਹੜਾ ਕਿ ਉਹ ਫਸ ਚੁੱਕੇ ਸੀ, ਤੁਸੀਂ ਉਹਨਾਂ ਦੀ ਸਪੋਰਟ ਕਿਉਂ ਕਰ ਰਹੇ ਹੋ? ਮੈਂ ਉਹਨਾਂ ਦੀ ਸਪੋਰਟ ਨਹੀਂ ਕਰ ਰਹੀ। ਨਹੀਂ ਐਕਚੁਅਲੀ ਹਰਨਿਆ ਜੀ ਤੁਸੀਂ ਆਨਸਰ ਕਰੋ ਦਵਿੰਦਰ ਜੀ ਦੇ, ਮੈਂ ਸੁਣਿਆ ਨਹੀਂ ਹਰਨਿਆ ਜੀ ਆਨਸਰ। ਹਰਨਿਆ ਜੀ ਆਈ ਥਿੰਕ ਤੁਹਾਨੂੰ ਸੁਣਨਾ ਚਾਹੀਦਾ। ਰੇਨਬੋ ਸਾਈਨ ਹੋਏਗਾ ਤੇ ਜਾ ਸਕਦੇ ਨੇ, ਪਰ ਬਸ ਤੇ ਰੇਨਬੋ ਸਾਈਨ ਹੋਏਗਾ ਤਾਂ ਉਹ ਚਲਾ ਨਹੀਂ ਸਕਦੇ। ਆਹ ਤੇ ਦੋ ਕੰਟਰੋਵਰਸ਼ੀਅਲ ਸਟੇਟਮੈਂਟਸ ਹੋ ਗਈਆਂ। ਜਾਂ ਤਾਂ ਤੁਸੀਂ ਮੇਰੇ ਪਿਛਲਾ ਕਮੈਂਟ ਨੇ ਸੁਣਿਆ ਨਹੀਂ, ਵਿਚਕਾਰ ਨਹੀਂ ਹੋ ਸਕਦੇ। ਤੁਸੀਂ ਮੈਂ ਜੋ ਪਿਛਲਾ ਕਮੈਂਟ ਦਿੱਤਾ ਸੀ ਨਾ ਸੁਣਿਆ ਨਹੀਂ। ਮੈਂ ਇਹ ਕਿਹਾ ਸੀ ਤੁਸੀਂ ਇੱਕ ਬੰਦੇ ਨੂੰ ਫੋਰਸ ਕਰ ਰਹੇ ਜੋ ਕਿ ਤੂੰ ਆ ਪ੍ਰਮੋਟ ਕਰ, ਜਿੱਦਾਂ ਮੈਨੂੰ ਹੋਏ ਕੋਈ ਪ੍ਰੋਬਲਮ ਨਹੀਂ ਹੋਵੇ। ਇੱਕ ਮਿੰਟ ਆਇਆ ਜੀ ਮੈਂ ਨਾਮ ਟਾਕਿੰਗ ਲੈਟ ਮੀ ਫਿਨਿਸ਼। ਦੇਖੋ ਸਾਡੀ LGBT ਬੱਸ ਵੈਲਕਮ ਪ੍ਰਾਈਡ ਪਰੇਡ ਹੀ ਇਜ਼ ਨਾਟ ਮੈਂ ਤੁਹਾਨੂੰ ਕਹਾਂ ਤੁਸੀਂ ਬਸ ਉਹਦੇ ਬਸ ਤੇ ਕੀ ਹੈ, ਉਹ ਉਹਨਾਂ ਦਾ ਕੰਸਰਨ ਨਹੀਂ ਹੈ, ਉਹ ਉਹਨਾਂ ਦਾ ਕੰਸਰਨ ਨਹੀਂ ਹੈ। ਹਾਂਜੀ ਕਰ ਲਓ ਪੂਰੀ ਗੱਲ ਆਪਣੀ, पूरी कर लो गल अपनी। मैं वही कह रही हाँ कि वो बस से बाहर की छपया है, बस से बाहर की लिखा है, वो बस से चढ़ के उन्हें प्रमोट नहीं कर रहे, बाहर नारे नहीं लगा रहे हैगे, वो एक बस ड्राइव कर रहे जिहड़ी उन्हां नूं काम तो दित्ती गई है। आई एग्री।
ਹੁਣ ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ। ਮੈਂ ਕੱਲ ਤੋਂ ਦਵਿੰਦਰ ਜੀ ਟੀ-ਸ਼ਰਟ ਪਾ ਕੇ ਆਉਣ ਲੱਗਦਾ ਸਪੋਰਟ ਆਈਸਿਸ ਹੁਣ ਕਹਿ ਰਹੇ ਤੁਸੀਂ ਇੱਕ ਮਿੰਟ ਪਰ ਨਹੀਂ ਹੁਣ ਮੈਂ ਐਗਜ਼ਾਮਪਲ ਦੇ ਰਿਹਾ ਨਾ ਮੈਂ ਪ੍ਰਮੋਟ ਕਰ ਰਿਹਾ no what authority ਨਹੀਂ ਪਰਮਿੰਦਰ ਸਿੰਘ ਨੇ ਪਹਿਲਾਂ ਤੁਹਾਨੂੰ ਕਿਹਾ ਸੀ ਪਰਮਿੰਦਰ ਸਿੰਘ ਜੀ ਤੇ ਭੱਜ ਚੁੱਕੇ ਨੇ ਨੋ ਕਮੈਂਟ ਕਰਕੇ ਦਵਿੰਦਰ ਜੀ। ਹਰਪ੍ਰੀਤ ਜੀ ਮੈਂ ਕਹਿ ਰਿਹਾ ਕਿ ਤੁਹਾਨੂੰ ਇੱਕ ਡਿਫਰੈਂਸ ਦੇਖਣਾ ਚਾਹੀਦਾ। ਐਕਸਟ੍ਰੀਮਿਸਟ ਤੁਸੀਂ ਐਲਜੀਬੀਟੀਕਿਊ ਕਮਿਊਨਿਟੀ ਨੂੰ ਐਕਸਟ੍ਰੀਮਿਸਟਸ ਨਾਲ ਕੰਪੇਅਰ ਕਰ ਰਹੇ ਹੋ। ਜਿਹੜੀ ਗੱਲ ਤੁਸੀਂ ਹਰਪ੍ਰੀਤ ਜੀ ਕਰ ਰਹੇ ਹੋ ਨਾ ਐਕਸਟ੍ਰੀਮਿਜ਼ਮ ਦੀ ਜੇ ਆਈਸੀਐਸਆਈ ਜਿਵੇਂ ਅਸੀਂ ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਝੰਡੇ ਲਾਏ ਜਾਂਦੇ ਨੇ ਉਹ ਸਾਰੀਆਂ ਸਰਕਾਰਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਤੋਂ ਵੀ ਬੈਨ ਨੇ। ਕੋਈ ਆਸੇ-ਪਾਸੇ ਆ ਕੇ ਇੱਕ ਜੁਰਮ ਕਰਦੇ ਨੇ ਇਟਸ ਅ ਕ੍ਰਿਮੀਨਲ ਆਫੈਂਸ ਟੂ ਡੂ ਇਟ। ਜੇ ਕੈਨੇਡਾ ਦੇ ਵਿੱਚ ਵੀ ਕੋਈ ਓਪਨਲੀ ਕਰਦੇ ਆ ਅਸੀਂ ਚਾਹੇ ਬਿੱਲ C-51 ਲਿਆਂਦਾ ਹੋਵੇ ਚਾਹੇ C-54 ਰੀਜ਼ਨ ਇਹੀ ਆ ਕਿ ਆਈਸਿਸ ਨੂੰ ਜਾਂ ਜਿਹੜਾ ਅੱਤਵਾਦ ਆ ਉਸ ਨੂੰ ਇੱਥੇ ਰੋਕਿਆ ਜਾਵੇ। ਜੇ ਉਸ ਦੀ ਕੋਈ ਪ੍ਰੋੜਤਾ ਕਰਦਾ ਉਸ ਦਾ ਤਾਂ ਕਾਨੂੰਨ ਬਣਿਆ ਹੋਇਆ ਕਿ ਤੁਸੀਂ ਐਕਸਟ੍ਰੀਮਿਜ਼ਮ ਨੂੰ ਪ੍ਰਮੋਟ ਅੱਤਵਾਦ ਨੂੰ ਪ੍ਰਮੋਟ ਨਹੀਂ ਕਰ ਸਕਦੇ। ਪਰ ਇੱਥੇ ਕੀ ਬਸ ਜਿਹੜੀ ਰੇਨਬੋ ਕਲਰ ਆ ਉਹ ਜੇ ਪ੍ਰਮੋਟ ਕਰਦੀ ਆ ਤਾਂ ਪ੍ਰਮੋਟ ਕਰਨ ਦੇ ਨਾਲ ਤੁਹਾਡੇ ਰਿਲੀਜੀਅਸ ਬਲੀਫ ਉਹਦੇ ਨਾਲ ਇੰਟਰੈਕਟ ਜਾਂ ਕਨਫਲਿਕਟ ਕਿਵੇਂ ਕਰਦੇ ਨੇ? ਮੇਰਾ ਕੁਐਸਚਨ ਸਿਰਫ ਇਹੀ ਆ। ਸਿੰਪਲ ਆਨਸਰ ਦਵਿੰਦਰ ਜੀ ਤੁਸੀਂ ਕਿ ਚੀਜ਼ ਨੂੰ ਜੇ ਕੈਲਗਰੀ ਟ੍ਰਾਂਜ਼ਿਟ ਨੂੰ ਹੋਮੋਸੈਕਸੁਅਲਿਟੀ ਨੂੰ ਪ੍ਰਮੋਟ ਕਰਨਾ ਬਿਨਾਂ ਝਿਜਕ ਕਰੋ ਜਿੰਨਾ ਕਰਨਾ ਕਰੋ ਪਰ ਡੋਂਟ ਫੋਰਸ ਐਨੀ ਡਰਾਈਵਰ ਕਿ ਬਈ ਤੂੰ ਆ ਇਹਨੂੰ ਸਾਰੇ ਸ਼ਹਿਰ ਚ ਘੁਮਾਈ ਫਿਰ ਕਿਉਂਕਿ ਕਿਤੇ ਨਾ ਕਿਤੇ ਉਹਦੇ ਬਲੀਫ ਹਰਟ ਹੁੰਦੇ ਪਏ ਨੇ। ਪਰ ਜੇ ਕੱਲ ਨੂੰ ਕਿਸੇ ਕਨਵੀਨੀਅੰਸ ਸਟੋਰ ਦੇ ਵਿੱਚ ਕਿਸੇ EMPLOYEE ਦੇ ਬਲੀਫ ਹੁੰਦੇ ਉਹਨੂੰ ਹਰਟ ਕਿ ਹਲਾਲ ਵੇਚਣਾ ਜਾਂ ਦੂਜਾ ਮੀਟ ਵੇਚਣਾ ਸੋ employer like Walmart or Superstore should watch that too. ਐਕਚੁਅਲੀ ਇਹ ਇਸ਼ੂ ਆਲਰੇਡੀ ਆ ਚੁੱਕਿਆ ਵਾ। ਬਹੁਤ EMPLOYEES ਜਿਹੜੇ ਮੁਸਲਮਾਨ ਹਲਾਲ ਖਾਂਦੇ ਨੇ ਉਹ ਸੁਪਰਸਟੋਰ ਤੇ ਵਾਲਮਾਰਟ ਦੇ ਵਿੱਚ ਕੰਮ ਨਹੀਂ ਕਰਦੇ। ਬਹੁਤ ਲੋਕਾਂ ਨੇ ਤੇ ਕਰਕੇ ਜੇ ਤੁਸੀਂ ਰਿਲੀਜੀਅਸ ਬਲੀਫ ਦੀ ਗੱਲ ਕਰੋ ਕਿੰਨਾ ਤੁਸੀਂ ਸਟਰੋਂਗ ਆਪਣੇ ਰਿਲੀਜਨ ਵਿੱਚੋਂ ਕਾਫੀ ਲੋਕਾਂ ਨੇ ਜੌਬ ਨਹੀਂ ਕਰਦੇ। ਵਾਈ ਡੋਂਟ ਦੇ ਹੋਲਡ ਦੈਟ ਸੁਪਰ ਸੈਂਟਰ ਜਿਹੜਾ ਸੁਪਰਸਟੋਰ ਆ ਜਾਂ ਵਾਲਮਾਰਟ ਆ ਉਸ ਨੂੰ ਅਕਾਊਂਟੇਬਲ ਕਿਉਂ ਨਹੀਂ ਸਮਝਦੇ? ਨਹੀਂ ਪਰ ਤੁਸੀਂ ਇਹ ਦੇਖੋ ਨਾ ਜਿਹੜਾ ਉਹ EMPLOYEE ਆ ਤੁਸੀਂ ਉਹਨੂੰ ਹਲਾਲ ਜਾਂ ਝਟਕਾ ਵੇਚਣ ਵਾਸਤੇ ਪ੍ਰਮੋਟ ਨਹੀਂ ਕਰ ਰਹੇ। ਉਹ ਉੱਥੇ ਪਿਆ ਵਾ EMPLOYEE ਨੇ ਆਪਣੀ ਜੌਬ ਕਰਨੀ ਹੈ। EMPLOYEE ਨੂੰ ਉਦੋਂ ਪ੍ਰੋਬਲਮ ਹੋਗੀ ਜਦੋਂ ਤੁਸੀਂ ਉਹਨੂੰ ਕਹੋਗੇ ਤੂੰ ਸ਼ਰਟ ਪਾ ਇੱਥੇ ਲੇਕਿਨ ਨਹੀਂ ਤੁਸੀਂ ਹਲਾਲ ਖਾਓ ਜਾਂ ਝਟਕਾ ਖਾਓ ਕਿਉਂਕਿ ਉਦੋਂ ਤੁਸੀਂ EMPLOYEE ਨੂੰ ਐਜ਼ ਅ ਪ੍ਰਮੋਸ਼ਨ ਵਾਸਤੇ ਯੂਜ਼ ਕਰ ਰਹੇ ਹੋ। ਜੇ ਮੈਂ ਸ਼ਰਾਬ ਦੇ ਠੇਕੇ ਦੇ ਵਿੱਚ ਕਿਸੇ ਵੀ ਧਰਮ ਵਾਲੇ ਨੂੰ ਹਾਇਰ ਕਰ ਲਵਾਂ ਕੋਈ ਵੀ ਧਰਮ ਅਲਾਉ ਨਹੀਂ ਕਰਦਾ ਕਿ ਸ਼ਰਾਬ ਦੀ ਵਰਤੋਂ ਕੀਤੀ ਜਾਵੇ। ਜੇ ਮੈਂ ਸ਼ਰਾਬ ਦੀ ਪ੍ਰਮੋਸ਼ਨ ਕਰਨ ਲਈ ਉਸ ਬੰਦੇ ਨੂੰ ਉਸ EMPLOYEE ਨੂੰ ਕਹਿਣਾ ਕਿ ਤੁਸੀਂ ਸ਼ਰਾਬ ਦੀ ਪ੍ਰਮੋਸ਼ਨ ਕਰੋ ਸ਼ੁੱਡ ਆਈ ਬੀ ਅਕਾਊਂਟੇਬਲ ਟੂ? ਵੈਰੀ ਗੁੱਡ ਕੁਐਸਚਨ ਦਵਿੰਦਰ ਜੀ। ਪਹਿਲੀ ਗੱਲ ਤੇ ਜੇ ਮੇਰਾ ਧਰਮ ਇਹ ਅਲਾਉ ਨਹੀਂ ਕਰਦਾ ਸ਼ਰਾਬ ਪੀਣੀ ਆ ਤੇ ਜੇ ਮੈਂ ਲਿਕਰ ਸਟੋਰ 'ਚ ਜੌਬ ਕਰਦਾ ਤੇ ਕਿਤੇ ਨਾ ਕਿਤੇ ਮੈਂ ਉੱਥੇ ਗਲਤ ਹੋ ਗਿਆ। ਕਿਤੇ ਨਾ ਕਿਤੇ ਮੈਂ ਮੰਨਦਾ ਕਿ ਸ਼ਰਾਬ ਵੇਚਣਾ ਜਾਂ ਖਰੀਦਣਾ ਭਾਵੇਂ ਮੈਂ ਨਾ ਪੀਂਦਾ ਹੋਵੇ ਪਰ ਮੈਂ ਵੇਚਣਾ ਖਰੀਦਣਾ ਅਲਾਉ ਕਰਦਾ ਤਾਂ ਉਹ EMPLOYEE ਜੇ ਤੁਹਾਨੂੰ ਤੁਸੀਂ ਉਹਨੂੰ ਟੀ-ਸ਼ਰਟ ਦੋਗੇ ਹਾਂਜੀ ਤੂੰ ਬਡਵਾਈਜ਼ਰ ਦੀ ਕੋਕਨੀ ਦੀ ਟੀ-ਸ਼ਰਟ ਪਾ ਲਾ ਤਾਂ ਉਹਦੇ ਵਾਸਤੇ ਗਲਤ ਹੈ ਕਿਉਂਕਿ ਉਹ ਤੇ ਆਲਰੇਡੀ ਆਪਣੇ ਰਿਲੀਜਨ ਨੂੰ ਤੋੜ ਚੁੱਕਿਆ ਵਾ। ਆਪਣੇ ਰਿਲੀਜਨ ਦੀ ਗੱਲ ਨਹੀਂ ਸੁਣੀ ਉਹਨੇ। ਸੋ ਬੇਸਿਕਲੀ ਜੇ ਰਿਲੀਜੀਅਸ ਰਹਿਣਾ ਤਾਂ ਦਰਵਾਜ਼ੇ ਤੋਂ ਬਾਹਰ ਰਹੋ। ਜੇ ਪਤਾ ਲੋਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਟ੍ਰਾਂਜ਼ਿਟ ਦੇ ਵਿੱਚ ਰੇਨਬੋ ਦੀਆਂ ਬੱਸਾਂ ਚੱਲਦੀਆਂ ਨੇ ਤਾਂ ਟ੍ਰਾਂਜ਼ਿਟ ਦੇ ਵਿੱਚ ਜੌਬ ਨਾ ਲਾਓ ਦੈਟਸ ਵਾਟ ਯੂ ਮੀਨ? ਨਹੀਂ ਮੈਂ ਤੁਹਾਡੀ ਪਹਿਲੀ ਗੱਲ ਤੋਂ ਐਗਰੀ ਕਰਦਾ। ਜੀ ਨਾ ਕਿਉਂ ਨਹੀਂ ਕਰਦੇ? ਮੈਂ ਤੁਹਾਡੀ ਪਹਿਲੀ ਗੱਲ ਐਕਚੁਅਲੀ ਟ੍ਰਾਂਜ਼ਿਟ ਦੇ ਵਿੱਚ ਰੇਨਬੋ ਵਾਲੀਆਂ ਬੱਸਾਂ ਚੱਲਦੀਆਂ ਨੇ ਜਿਹੜੇ ਬੰਦਿਆਂ ਨੇ ਅੱਜ ਰਿਲੀਜੀਅਸ ਬਲੀਫ ਕਰਕੇ ਜੌਬ ਲੈਣਾ ਜੇ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਇੱਥੇ ਸਿੱਖਾਂ ਦੇ ਤਿਉਹਾਰਾਂ ਨੂੰ ਮੁਸਲਮਾਨਾਂ ਦੇ ਕ੍ਰਿਸਚੀਅਨਿਟੀ ਦੇ ਨੂੰ ਜਾਂ ਸੈਕਸ਼ੂਅਲ ਓਰੀਐਂਟੇਸ਼ਨ ਦੇ ਬੇਸ ਦੇ ਨਾਲ ਰੇਨਬੋ ਵੀ ਪ੍ਰਮੋਟ ਕੀਤੇ ਜਾਣਗੇ ਤੁਹਾਨੂੰ ਲੱਗਦਾ ਉਹਨਾਂ ਨੂੰ ਉੱਥੇ ਜੌਬ ਨਹੀਂ ਲੈਣਾ ਚਾਹੀਦਾ ਜਾਂ ਕੁੱਟ ਕਰ ਦੇਣਾ ਚਾਹੀਦਾ? ਐਕਚੁਅਲੀ ਯੂ ਆਰ ਰਾਈਟ ਹੇਅਰ ਦਵਿੰਦਰ ਜੀ। ਜੇ ਪਹਿਲੇ ਦਿਨ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਥੀਸ ਆਰ ਆਵਰ ਕੰਡੀਸ਼ਨ ਤੇ ਜੇ ਤੁਸੀਂ ਉਹਨੂੰ ਐਗਰੀ ਕਰਦੇ ਜੋ ਦੈਨ ਯੂ ਡੂ ਨਾਟ ਹੈਵ ਅ ਰਾਈਟ ਟੂ ਰਿਫਿਊਜ਼। ਤੁਹਾਨੂੰ ਉਹਦੇ ਰਿਫਿਊਜ਼ ਕਰਨ ਦਾ ਰਾਈਟ ਹੀ ਨਹੀਂ ਬਣਦਾ ਕਿਉਂਕਿ ਤੁਸੀਂ ਪਹਿਲੇ ਦਿਨ ਕੰਡੀਸ਼ਨ ਰੱਖਤੀਆਂ। ਕਿੰਨੇ ਕਲੌਜ਼ਸ ਲਿਖੋਗੇ ਤੁਸੀਂ ਅਪਾਇੰਟਮੈਂਟ ਲੈਟਰ 'ਚ? ਤੁਸੀਂ ਜਿੰਨੇ ਚਾਹੀਦੇ ਨੇ ਹਰਿਆ ਜੀ ਜਿੰਨੀ ਵਕਤ ਦੀ ਲੋੜ ਆ ਅੱਜ ਬਿੱਲ C-51 ਦੀ ਲੋੜ ਸੀ ਬਿੱਲ C-24 ਦੀ ਲੋੜ ਸੀ ਟਰਬਨ ਵਾਲੇ ਲੋਕ ਬਸ ਚੜ ਸਕਦੇ ਜਾਂ ਫਿਰ ਇਹ ਮੁਸਲਮਾਨ ਜਿਹੜੇ ਆਪਣਾ ਹਿਜਾਬ ਪਾਉਂਦੇ ਨੇ ਉਹ ਲੋਕ ਨਹੀਂ ਚੜ ਸਕਦੇ। ਤੁਸੀਂ ਮੈਨੂੰ ਨਹੀਂ ਕਹਿ ਸਕਦੇ ਤੂੰ ਹੋਮੋਸੈਕਸੁਅਲ ਟੀ-ਸ਼ਰਟ ਪਾ ਕੇ ਸਾਰੇ ਸ਼ਹਿਰ ਘੁੰਮਿਆ ਫਿਰ। ਹਰਪ੍ਰੀਤ ਜੀ ਕਲੌਜ਼ਸ ਤੇ ਕ੍ਰੀਏਟ ਕਰ ਸਕਦੇ ਨੇ ਬਹੁਤ ਸਾਰੇ ਮਾਈਨੋਰਿਟੀ ਤੋਂ ਮਾਈਨੋਰਿਟੀ ਮਾਈਨਿਊਟ ਤੋਂ ਮਾਈਨਿਊਟ ਡਿਟੇਲਸ ਦੇ ਕਲੌਜ਼ਸ ਕ੍ਰੀਏਟ ਕੀਤੇ ਜਾ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਬੰਦਾ ਬਸ ਕਲੌਜ਼ਸ ਹੀ ਇਕੱਠਾ ਕਰਦਾ ਰਹੇ ਉਹ ਕੰਮ ਨਾ ਕਰੇ। ਉਹ ਦੈਟਸ ਵਾਟ ਇਹ ਤੇ ਨਾਰਮਲ ਜੀ ਚੀਜ਼ ਆ। ਤੁਹਾਨੂੰ ਇੱਕ ਕਲੋਜ਼ ਐਡ ਕਰਨ ਤੇ ਇੱਕ ਮਿੰਟ ਨਹੀਂ ਹੈ ਜੀ ਤੁਹਾਨੂੰ ਇੱਕ ਕਲੋਜ਼ ਐਡ ਕਰਨ ਦੀ ਪ੍ਰੋਬਲਮ ਹੋਗੀ। ਇਸ ਨੂੰ ਅਕੋਮੋਡੇਟ ਕਰਦੇ ਹੋ ਉਸ ਤੋਂ ਬਾਅਦ ਕਿੰਨੇ ਕਲੌਜ਼ਸ ਇਕੱਠੇ ਕੀਤੇ ਜਾਣਗੇ ਉਸ ਤੋਂ ਬਾਅਦ ਕਿੰਨੇ ਕਲੌਜ਼ਸ ਜਿਹੜੇ ਕਲੌਜ਼ਸ ਇਕੱਠੇ ਕੀਤੇ ਜਾਣਗੇ ਤੁਸੀਂ ਰਿਲੀਜੀਅਸ ਐਗਰੀਮੈਂਟ ਇਹ ਹੁੰਦਾ ਦਾ ਵਿੱਚ ਲਿਆ ਰਹੇ ਹੋ। ਇਹ ਤੇ ਐਗਰੀਮੈਂਟ ਹੁੰਦਾ ਦਾ ਦੈਟਸ ਵਾਟ ਐਗਰੀਮੈਂਟ ਰਿਲੀਜੀਅਸ ਬਲੀਫ ਨਹੀਂ ਤੁਸੀਂ LGBT ਨੂੰ ਪਾਸੇ ਕੀਤਾ। who is to stop you ਕਿ ਤੁਸੀਂ ਕੱਲ ਟਰਬਨ ਵਾਲੇ ਲੋਕਾਂ ਨੂੰ ਪਾਸੇ ਕਰ ਦੋ ਹਿਜਾਬ ਵਾਲੇ ਲੋਕਾਂ ਨੂੰ ਪਾਸੇ ਕਰ ਦੋ ਜਾਂ ਤੁਹਾਡੇ ਜਿਹੜੇ ਤੁਹਾਨੂੰ ਸੂਟ ਨਹੀਂ ਬੈਠਦੇ ਲੋਕੀ ਤੁਸੀਂ ਉਹਨਾਂ ਨੂੰ ਪਾਸੇ ਕਰ ਦੋ। ਜਿਹੜੀ ਕਮਿਊਨਿਟੀ ਦੇ ਲੋਕ ਤੁਹਾਨੂੰ ਨਹੀਂ ਠੀਕ ਬੈਠਦੇ ਤੁਸੀਂ ਉਹਨਾਂ ਦੇ ਕਾਰਨ ਬੱਸ ਹੀ ਨਹੀਂ ਚਲਾਓਗੇ।
एक मिनट तो एक इन्हें क्या हिजाब वाली में पासे कर दो ਪ੍ਰਾਈਡ ਪਰੇਡ ਜਿਹੜੀ ਆ ਰਹੀ ਹੈ ਉਹ ਇੱਕ ਫੈਸਟੀਵਲ ਦੇ ਤੌਰ ਤੇ ਉੱਤੇ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਤੇ ਜੇ ਹੈਲੋਵੀਨ ਆਂਦੀ ਹੈ ਜੇ ਕ੍ਰਿਸਮਸ ਆਂਦੀ ਹੈ ਜਾਂ ਉਸ ਤੋਂ ਇਲਾਵਾ ਜਿਹੜੇ ਹੋਰ ਤਿਉਹਾਰ ਆਂਦੇ ਹਨ ਜੇ ਉਹਨਾਂ ਦੀ ਪ੍ਰਮੋਸ਼ਨ ਕੀਤੀ ਜਾਵੇ ਜਾਂ ਉਹਨਾਂ ਦੀ ਐਡ ਲਗਾਈ ਜਾਵੇ ਤਾਂ ਇਸ ਦਾ ਮਤਲਬ ਕਿ ਜਿਹੜਾ ਡਰਾਈਵਰ ਦੀਵਾਲੀ ਨਹੀਂ ਮਨਾਉਂਦਾ ਜਾਂ ਜਿਹੜਾ ਡਰਾਈਵਰ ਕ੍ਰਿਸਮਸ ਨਹੀਂ ਮਨਾਉਂਦਾ ਉਹ ਬੱਸ ਨਹੀਂ ਚਲਾਏਗਾ ਪਰ ਦੀਵਾਲੀ ਦੀ ਐਡ ਕਿਹੜੇ ਰਿਲੀਜਨ ਵਾਲੇ ਨੂੰ ਹਰਟ ਕਰਦੀ ਦੱਸੋ ਜਰਾ ਮੈਨੂੰ ਤੁਸੀਂ ਕਿੱਦਾਂ ਗੱਲ ਘਮਾਉਂਦੇ ਜੋ ਇੱਕ ਮਿੰਟ ਹਰਿਆਣਾ ਜੀ ਈਦ ਦੀ ਐਡ ਕਿਹੜੇ ਰਿਲੀਜਨ ਨੂੰ ਹਰਟ ਕਰਦੀ ਆ ਕੋਈ ਗੋਰਾ ਇੱਕ ਮਿੰਟ ਪਰਮਿੰਦਰ ਸਿੰਘ ਜੀ ਹੁਣ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਨਾ ਜਿਹੜੀ ਬੱਸ 'ਚ ਦੀਵਾਲੀ ਦੀ ਐਡ ਹੈ ਤੁਸੀਂ ਧਰਮਾਂ ਦੀ ਐਡ ਨੂੰ ਤੁਸੀਂ ਧਰਮਾਂ ਦੀ ਐਡ ਨਾਲ ਇੱਕ ਕੀ ਕਹਿੰਦੇ ਹੋਮੋਸੈਕਸੁਅਲ ਦੀ ਐਡ ਨਾਲ ਕੰਪੇਅਰ ਕਰਨ ਲੱਗੇ ਜੋ ਹੁਣ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰੋਗੇ ਲੋਕੀ ਹੋਰ ਐਗਜ਼ਾਮਪਲ ਲੈ ਕੇ ਤੁਹਾਡੇ ਸਾਹਮਣੇ ਆ ਜਾਣਗੇ ਪਰ ਦੈਟਸ ਵਾਟ ਦ ਵਰਲਡ ਇਜ਼ ਦੇਖੋ ਗੱਲ ਕਰ ਰਹੇ ਆ ਆਪਾਂ ਇਕੁਐਲਿਟੀ ਦੀ ਜੇ ਅਸੀਂ ਕਹਿੰਦੇ ਸਾਰੇ ਧਰਮ ਬਰਾਬਰ ਨੇ ਸੈਕਸਸ ਵੀ ਇਕੁਅਲ ਨੇ ਹਰਪ੍ਰੀਤ ਜੀ ਚਲੋ ਹੋਮੋਸੈਕਸ਼ੁਅਲਿਟੀ ਦੀ ਗੱਲ ਨੂੰ ਤਾਂ ਮੈਂ ਪਾਸੇ ਛੱਡ ਦਿੰਨਾ ਕੱਲ ਨੂੰ ਕੋਈ ਡਰਾਈਵਰ ਕਵੇ ਜਿਵੇਂ ਇੱਕ ਜਹਾਜ਼ ਦੇ ਵਿੱਚ ਹੋਇਆ ਸੀ ਕਿ ਇੱਕ ਫਨੈਟਿਕ ਕ੍ਰਿਸਚਨ ਹੀ ਸੀਗਾ ਉਹ ਕਹਿੰਦਾ ਮੇਰਾ ਧਰਮ ਨਹੀਂ ਅਲਾਉ ਕਰਦਾ ਕਿ ਮੈਂ ਕਿਸੇ ਜਨਾਨੀ ਦੀ ਨੈਕਸਟ ਟੂ ਸੀਟ ਦੇ ਵਿੱਚ ਬੈਠਾ 에ਅਰਲਾਈਨ ਨੇ ਉਸ ਨੂੰ ਅਕੋਮੋਡੇਟ ਕੀਤਾ ਬਟ ਵਿਲ ਯੂ ਸਪੋਰਟ ਦੈਟ ਟੂ ਪਹਿਲੀ ਗੱਲ ਤਾਂ ਦੇਖੋ ਜੀ ਦਵਿੰਦਰ ਜੀ ਕ੍ਰਿਸਚੀਅਨ ਧਰਮ ਵਾਲੇ ਦੱਸ ਸਕਦੇ ਨੇ ਗੱਲ ਕਿ ਸਪੋਰਟ ਕਰਦਾ ਇੱਕ ਮਿੰਟ ਮੈਂ ਤੁਹਾਡੀ ਗੱਲ ਤੇ ਜਾਣ ਲੱਗਾ ਹਨਾ ਪਰ ਤੁਸੀਂ ਇੱਥੇ ਦੇਖੋ ਕਿ 에ਅਰਲਾਈਨ ਨੇ ਅਕੋਮੋਡੇਟ ਕੀਤਾ ਤੁਸੀਂ ਆਪੇ ਆਖਿਆ ਇਹਦਾ ਮਤਲਬ ਕਿ 에ਅਰਲਾਈਨ ਵੀ ਇਸ ਚੀਜ਼ ਨੂੰ ਕਿ ਇਹਦਾ ਜੇ ਰਿਲੀਜਨ ਹਰਟ ਹੁੰਦਾ ਵਾ ਸਿਰਫ ਸੀਟ ਚੇਂਜ ਕਰਨਾ ਜੇ ਗੱਲ ਬਣਦੀ ਹੈ ਬਣਾ ਦੋ ਉਹਨੂੰ ਤਾਂ ਕੋਈ ਜੀ ਕਹਿ ਸਕਦੇ ਮੈਂ ਹਿੰਦੂ ਦੇ ਨਾਲ ਨਹੀਂ ਬਹਿਣਾ ਮੈਂ ਸਿੱਖ ਦੇ ਨਾਲ ਨਹੀਂ ਬਹਿਣਾ ਮੈਂ ਮੁਸਲਮਾਨ ਦੇ ਮੈਂ ਐਕਚੁਅਲੀ ਇੱਥੇ ਹੀ ਕਮੈਂਟ ਕਰਨ ਲੱਗਾ ਸੀ ਕਿ ਇਹ ਜਿਹੜੇ ਗੱਲਾਂ ਨੇ ਤੇ ਹੁਣ ਜੇ ਕੱਲ ਕੋਈ ਸਿੱਖ ਕਹੇ ਮੈਂ ਹਿੰਦੂ ਨਾਲ ਨਹੀਂ ਬਹਿਣਾ ਐਕਚੁਅਲੀ ਇਹ ਤੇ ਕੋਈ ਰਿਲੀਜਨਸ ਲਿਖਿਆ ਹੀ ਨਹੀਂ ਹੈਗਾ ਇਹ ਤੇ ਆਪੇ ਬਣਾਈਆਂ ਜਾ ਰਹੀਆਂ ਨੇ ਪਰ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਟ੍ਰਾਂਜ਼ਿਟ ਨੂੰ ਉਸ ਡਰਾਈਵਰ ਨੂੰ ਅਕੋਮੋਡੇਟ ਕਰਨਾ ਚਾਹੀਦਾ ਸੀ ਤਾਂ ਜਿਹੜੇ ਧਰਮ ਕੱਲ ਨੂੰ ਕੋਈ ਆਪਣਾ ਨਵਾਂ ਧਰਮ ਵੀ ਬਣ ਜਾਂਦਾ ਆਪਣੇ ਨਵੇਂ ਅਸੂਲ ਬਣਾ ਦਿੰਦੇ ਨੇ ਉਹ ਕਹਿੰਦੇ ਅਸੀਂ ਤਾਂ ਔਰਤਾਂ ਨੂੰ ਜਿੱਥੇ ਔਰਤ ਦੀ ਫੋਟੋ ਲੱਗੀ ਹੋਈ ਆ ਕਿਉਂਕਿ ਅਸੀਂ ਮਰਦ ਪ੍ਰਧਾਨ ਦੇਸ਼ ਆ ਮਰਦ ਪ੍ਰਧਾਨ ਜੌਬ ਕਰਦੇ ਆ ਜਿੱਥੇ ਔਰਤ ਦੀ ਫੋਟੋ ਲੱਗੀ ਜੀ ਉਹ ਬੱਸ ਨਹੀਂ ਚਲਾਵਾਂਗੇ ਵਿਲ ਯੂ ਅਕੋਮੋਡੇਟ ਦੈਟ ਨਹੀਂ ਬਿਲਕੁਲ ਨਹੀਂ ਫਿਰ ਹੋਮੋਸੈਕਸ਼ੁਅਲਿਟੀ ਬਾਰੇ ਕਿਉਂ ਅਪੋਜ਼ ਕਰਦੇ ਹੋ ਨਹੀਂ ਅਸੀਂ ਅਪੋਜ਼ ਨਹੀਂ ਕਰਨ ਦੇ ਮੈਂ ਆਖਣਾ ਕਿ ਡਰਾਈਵਰ ਬੇਸਿਕਲੀ ਪ੍ਰਮੋਟ ਕਰਨ ਤੋਂ ਮਨਾ ਕਰ ਰਿਹਾ ਵਾ ਜੇ ਡਰਾਈਵਰ ਔਰਤ ਨੂੰ ਪ੍ਰਮੋਟ ਕਰਨ ਤੋਂ ਮਨਾ ਕਰ ਦਵੇ ਫਿਰ ਡਰਾਈਵਰ ਦੀ ਗਲਤੀ ਆ ਫਿਰ ਗਲਤੀ ਆ ਫਿਰ ਰੀਜ਼ਨ ਹਰ ਰੀਜ਼ਨ ਲਿਖਿਆ ਔਰਤ ਤੇ ਮਰਦ ਬਰਾਬਰ ਨੇ ਉਹ ਤੇ ਹੋਮੋਸੈਕਸ਼ੁਅਲਿਟੀ ਇਜ਼ ਨਾਟ ਇਕੁਅਲ ਤੁਸੀਂ ਜਿਹੜਾ ਮਰਜ਼ੀ ਰੀਜ਼ਨ ਵੇਖ ਲਓ ਮੋਸਟਲੀ ਜਿੱਦਾਂ ਕ੍ਰਿਸਚੀਅਨ ਨੇ ਕਿਹਾ ਕਿ ਸਾਡੇ ਧਰਮ ਚਲਾਓ ਨਹੀਂ ਕਰਦੇ ਪਰ ਜੇ ਐਜ਼ ਅ ਕੈਨੇਡਾ ਦੇ ਵਿੱਚ ਅਸੀਂ ਹੋਮੋਸੈਕਸ਼ੁਅਲਿਟੀ ਨੂੰ ਇਕੁਅਲ ਮੰਨ ਲਿੱਤਾ ਗੇਜ਼ ਤੇ ਜਿਹੜੇ ਲੈਸਬੀਅਨਸ ਨੇ ਦੇਖੋ ਉਹਨਾਂ ਦੇ ਲਾਅ ਨੇ ਜਿਹੜਾ ਲਾਅ ਤੇ ਰਿਲੀਜਨ ਆ ਉਹ ਦੋ ਅੱਡ ਚੀਜ਼ਾਂ ਨੇ ਲਾਅ ਕੈਨ ਸੇ ਯੈਸ ਰਿਲੀਜਨ ਕੈਨ ਸੇ ਨੋ ਤੇ ਆਪਾਂ ਨੂੰ ਦੋਵੇਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਸਿਸਟਮ ਚਲਾਉਣਾ ਪਊਗਾ ਕੈਨੇਡਾ ਦਾ ਚਾਰਟਰ ਆ ਉਹਨਾਂ ਨੂੰ ਵੱਖ-ਵੱਖ ਰਿਲੀਜਨ ਨੂੰ ਵੱਖ-ਵੱਖ ਜਿਹੜੀਆਂ ਮਾਨਤਾਵਾਂ ਦੇ ਦੇਣੀਆਂ ਚਾਹੀਦੀਆਂ ਨੇ ਮੈਂ ਇਹ ਨਹੀਂ ਕਹਿ ਰਿਹਾ ਕੈਨੇਡਾ ਦੇ ਚਾਰਟਰ ਨੂੰ ਵੱਖ-ਵੱਖ ਰਿਲੀਜਨ ਨੂੰ ਵੱਖ-ਵੱਖ ਮਾਨਤਾ ਦੇ ਦੇਣੀ ਚਾਹੀਦੀ ਪਰ ਕਿਤੇ ਨਾ ਕਿਤੇ ਚਾਰਟਰ ਵੀ ਐਗਰੀ ਕਰੂਗਾ ਕਿ ਜੋ ਕੋਈ ਬੰਦਾ ਫਲਾਣਾ ਕੰਮ ਕਰਨ ਤੋਂ ਨਹੀਂ ਐਗਰੀ ਹੁੰਦਾ ਤੁਸੀਂ ਉਹਨੂੰ ਫੋਰਸ ਨਹੀਂ ਕਰ ਸਕਦੇ ਹੁਣ ਡਰਾਈਵਰ ਇੱਥੇ ਜੌਬ ਲੂਜ਼ ਕਰਨ ਨੂੰ ਵੀ ਤਿਆਰ ਹੈ ਹੀ ਉਹਦੇ ਤੇ ਰਿਸਕ ਲੈਣ ਨੂੰ ਆਲਰੇਡੀ ਤਿਆਰ ਹੈ ਉਹਦਾ why didn't he quit instead of going to the media ਬਿਕੋਜ਼ ਫਿਰ ਇਹ ਮੁੱਦਾ ਕਿਹਨੇ ਉਠਾਉਣਾ ਸੀ ਦਵਿੰਦਰ ਜੀ ਉਹਦਾ ਪੁਆਇੰਟ ਸੀ ਮੁੱਦਾ ਇੱਕ ਡਰਾਮਾ ਸ਼ੁਰੂ ਕੀਤਾ ਉਸ ਡਰਾਈਵਰ ਨੇ ਕਿ ਮੈਂ ਇਸ ਗੱਲ ਦਾ ਮੁੱਦਾ ਉਠਾਵਾਂ ਹੋ ਸਕਦਾ ਰਿਲੀਜੀਅਸ ਫੈਨੈਟਿਕ ਬਲੀਫ ਹੋਣ ਮੈਂ ਦੱਸਿਆ ਵੀ ਇਹ ਅਕੋਮੋਡੇਸ਼ਨ ਵਰੀ ਮਾਈਨਰ ਗੱਲ ਸੀਗੀ ਜਿਹੜੇ ਲੋਕੀ ਬੱਸਾਂ ਦੀ ਜਿਹੜੀ ਉਹ ਲਾਉਂਦੇ ਨੇ ਵੀ ਗਿਣਤੀ ਦੇ ਵਿੱਚ ਕਈ ਵਾਰ ਤਾਂ ਛੋਟੇ ਬਹਾਨੇ ਲਾ ਦਿੰਦੇ ਆ ਬੱਸ ਚੰਡੀ ਨਹੀਂ ਲੜਦੀ ਤੇ ਆ ਕੇ ਡਿਸਪੈਚ ਨੂੰ ਕਹਿ ਦਿੰਦੇ ਨੇ ਬੱਸ ਨਹੀਂ ਚੰਡੀ ਲੜਦੀ ਤਾਂ ਬੱਸ ਬਦਲ ਦਿੱਤੀ ਜਾਂਦੀ ਆ 1 ਸਾਲ ਤੋਂ ਬੱਸ ਡਰਾਈਵਰ ਚਲਾ ਰਿਹਾ ਆਈ ਕੈਨ ਟੈਲ ਯੂ ਕਿ ਹੀ ਇਜ਼ ਡਰਾਈਵਿੰਗ ਓਨਲੀ ਡਿਊਰਿੰਗ ਦ ਰਸ਼ ਆਵਰਸ ਜੇ ਰਸ਼ ਆਵਰ ਦੇ ਵਿੱਚ ਹੋਵੇ ਤਾਂ ਡਿਸਪੈਚ ਲਈ ਬੱਸ ਬਦਲਣੀ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਪਰ ਫਿਰ ਵੀ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੇ ਐਡੀ ਵੱਡੀ ਗੱਲ ਬਣੀ ਸੀ ਵਿਦਆਊਟ ਇਸ ਗੱਲ ਦੇ ਕੀਤੇ ਮੀਡੀਆ ਕੋਲੇ ਜਾਣਾ ਇੱਕ ਬਹੁਤ ਵੱਡਾ ਡਰਾਮਾ ਸੀ ਆਪਣੇ ਰਿਲੀਜੀਅਸ ਬਲੀਫਸ ਦੂਜੇ ਲੋਕਾਂ ਨੂੰ ਹਟ ਕਰਨ ਲਈ ਵੀ ਗੱਲ ਕੀਤੀ ਸੀ ਪਰ ਪਰਮਿੰਦਰ ਸਿੰਘ ਜੀ ਥੋੜਾ ਜਿਹਾ ਟੌਪਿਕ ਚੇਂਜ ਕਰਨਾ ਚਾਹੂੰਗਾ ਕਿ ਹਰਪ੍ਰੀਤ ਜੀ ਕਹਿ ਰਹੇ ਨੇ ਕਿ ਉਸ ਡਰਾਈਵਰ ਨੂੰ ਫੋਰਸ ਕੀਤਾ ਜਾ ਰਿਹਾ ਸੀ ਕਿ ਤੂੰ ਹੋਮੋਸੈਕਸ਼ੁਅਲਿਟੀ ਨੂੰ ਪ੍ਰਮੋਟ ਕਰ ਤੇ ਉਸ ਦਾ ਧਰਮ ਇਜਾਜ਼ਤ ਨਹੀਂ ਦਿੰਦਾ ਸੀ ਜੇ ਮੈਂ ਬੱਸ ਨੂੰ ਜਿਹੜੀ ਕਿ ਇੱਕ ਪਬਲਿਕ ਐਸੈਟ ਆ ਪਬਲਿਕ ਸਰਵਿਸ ਆ ਉਸ ਨੂੰ ਪਾਸੇ ਛੱਡ ਦੇਵਾਂ ਕੱਲ ਨੂੰ ਕੈਲਗਰੀ ਟ੍ਰਾਂਜ਼ਿਟ ਦੀ ਜਿਹੜੀ ਯੂਨੀਫਾਰਮ ਆ ਉਹਦੇ ਵਿੱਚ ਰੇਨਬੋ ਕਲਰ ਹੋਣ ਜੀ ਜੇ ਡਰਾਈਵਰ ਨੂੰ ਉਹ ਯੂਨੀਫਾਰਮ ਪਾਉਣ ਲਈ ਕਿਹਾ ਜਾਂਦਾ ਡਰਾਈਵਰ ਸ਼ੁੱਡ ਰਿਫਿਊਜ਼ অর ਨਾਟ I don't think so, ਦਵਿੰਦਰ ਜੀ ਡਰੈਸ ਦਵਿੰਦਰ ਜੀ ਯੂਨੀਅਨ ਬਿਲਕੁਲ ਅਪੋਜ਼ ਕਰੂਗੀ ਇਹਦਾ ਯੂਨੀਅਨ ਆਲਰੇਡੀ ਹੈਗੀ ਕੈਲਗਰੀ ਟ੍ਰਾਂਜ਼ਿਟ ਤੋਂ ਉਹਨਾਂ ਨੇ ਅਪੋਜ਼ ਕਰਨਾ ਹੀ ਕਰਨਾ ਵਾ ਤੁਸੀਂ ਕਿੱਦਾਂ ਕਹਿ ਰਹੇ ਆਈ ਡੋਨਟ ਥਿੰਕ ਸੋ ਜਾਂ ਡਰਾਈਵਰਾਂ ਨੂੰ ਹੱਕ ਦੇ ਦੇਣਾ ਚਾਹੀਦਾ ਕਿ ਜੇ ਤੁਸੀਂ ਇਹ ਪਾਉਣੀ ਆ ਤਾਂ ਤੁਹਾਡੀ ਮਰਜ਼ੀ ਜਾਂ ਨਹੀਂ ਤੁਹਾਡੀ ਮਰਜ਼ੀ ਦਵਿੰਦਰ ਜੀ ਨਾਰਮਲੀ ਜੋ ਡਰੈਸ ਨੂੰ ਲੈ ਕੇ ਜਾਂ ਡਰੈਸ ਦੇ ਉੱਤੇ ਪਾਰਟਿਕੂਲਰ ਸਾਇੰਸ ਨੂੰ ਲੈ ਕੇ ਗੱਲ ਆਉਂਦੀ ਆ ਉੱਥੇ ਨਾਰਮਲੀ ਜਿਹੜਾ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਉਹ ਇਹ ਆ ਕਿ ਉਹ ਉਹਨਾਂ ਯੂਨੀਫਾਰਮ ਵੇਅਰਰਸ
ਦੇ ਉੱਤੇ ਛੱਡ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ ਉਹ ਡਰੈਸ ਜਿਹੜੀ ਪਾਰਟਿਕੂਲਰ ਨਵੀਂ ਡਿਜ਼ਾਈਨ ਕੀਤੀ ਗਈ ਹੈ ਜਾਂ ਕਿਸੇ ਪਾਰਟਿਕੂਲਰ ਕਾਜ਼ ਦੇ ਲਈ ਹੈਗੀ ਉਹਨੂੰ ਪਾਉਣਾ ਜਾਂ ਨਹੀਂ ਓਕੇ ਹੁਣ ਰੌਲਾ ਨਾ ਪਾਇਓ ਇੱਕ ਬੜਾ ਸੀਰੀਅਸ ਕੁਐਸਚਨ ਪੁੱਛਦਾ ਕੈਲਗਰੀ ਦੀ ਹੀ ਉਸ ਕਾਉਂਸਲ ਦੀ ਗੱਲ ਕਰਦਾ ਕੈਲਗਰੀ ਦੀ ਹੀ ਉਸ ਸਿਟੀ ਆਫ ਕੈਲਗਰੀ ਦੀ ਗੱਲ ਕਰਦਾ ਕਿ ਪਿੱਛੇ ਜੇ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਸਾਡੇ ਵੈਟਰਨ ਜਾਂ ਫੌਜੀ ਉਧਰੋਂ ਆਏ ਸੀ ਇੱਕ ਸਿੰਬੋਲਿਕ ਇੱਕ ਪਿੱਛੇ ਉਹਨਾਂ ਨੇ ਫਲੈਗ ਬਣਾਇਆ ਸੀ ਤੇ ਕਿਹਾ ਸੀ ਕਿ ਸਾਰੇ ਕੈਲਗਰੀ ਦੇ ਜਿਹੜੇ ਵਾਹਨ ਨੇ ਸਾਰੀਆਂ ਕਾਰਾਂ ਟਰੱਕ ਬੱਸਾਂ ਉਹਨਾਂ ਦੇ ਉੱਤੇ ਉਸ ਫਲੈਗ ਲਾਇਆ ਜਾਣਾ ਚਾਹੀਦਾ ਤਾਂ ਜੋ ਅਸੀਂ ਆਪਣੇ ਵੈਟਰਨ ਨੂੰ ਯਾਦ ਕਰ ਸਕੀਏ ਉਸੇ ਕਾਉਂਸਲ ਨੂੰ ਉਸ ਦਿਨ ਉਸ ਫਲੈਗ ਲਾਉਣ ਬਾਰੇ ਤਾਂ ਪ੍ਰੋਬਲਮ ਸੀ ਅੱਜ ਰੇਨਬੋ ਲਾਉਣ ਦੀ ਕਿਉਂ ਪ੍ਰੋਬਲਮ ਨਹੀਂ ਹੈ ਜੀ ਦਵਿੰਦਰ ਜੀ ਮੇਰੇ ਕੋਲ ਇਸ ਚੀਜ਼ ਬਾਰੇ ਕੋਈ ਪਾਰਟੀਕੁਲਰ ਨੋ ਕਮੈਂਟ ਕਹਿ ਦਿਓ ਪਰਮਿੰਦਰ ਜੀ ਦੇਖੋ ਹਰਪ੍ਰੀਤ ਜੀ ਅਗੇਨ ਗੱਲ ਹੈਗੀ ਆ ਕਿ ਮੈਨੂੰ ਇਹਦੇ ਬਾਰੇ ਨੋ ਇਟਸ ਅ ਵੈਲਿਡ ਕੁਐਸਚਨ ਦੇਖੋ ਹੁਣ ਤੁਸੀਂ ਦੋਵੇਂ ਸਪੋਰਟ ਕਰ ਰਹੇ ਦੱਸੋ ਹੁਣ ਵੈਟਰਨਸ ਨੂੰ ਸਪੋਰਟ ਕਰ ਰਹੇ ਆ ਆਈ ਡੋਂਟ ਥਿੰਕ ਸੋ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਦਿੱਕਤ ਹੋਣੀ ਚਾਹੀਦੀ ਆ ਕਿਉਂਕਿ ਉਹ ਸਾਡੇ ਦੇਸ਼ ਨਾਲ ਰਿਲੇਟਡ ਆ ਉਹ ਕਿਸੇ ਜਾਤ ਨਾਲ ਰਿਲੇਟਡ ਨਹੀਂ ਹੈ ਕਿਸੇ ਧਰਮ ਨਾਲ ਰਿਲੇਟਡ ਨਹੀਂ ਹੈਗੀ ਕਿਸੇ ਪਾਰਟਿਕੂਲਰ ਕਮਿਊਨਿਟੀ ਨਾਲ ਰਿਲੇਟਡ ਨਹੀਂ ਹੈਗੀ ਉਹ ਸਾਡੇ ਸਿਰਫ ਦੇਸ਼ ਨਾਲ ਰਿਲੇਟਡ ਹੈਗੀ ਆ ਸੋ ਅਸੀਂ ਉਸ ਚੀਜ਼ ਦੀ ਰਿਸਪੈਕਟ ਜਿਹੜੀ ਆ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਆ ਆਈ ਥਿੰਕ ਜਦੋਂ ਸਾਡਾ ਵੈਟਰਨ ਡੇ ਹੁੰਦਾ ਆ ਉਦੋਂ ਸਾਰੇ ਹੀ ਪੌਪੀ ਫਲਾਵਰ ਲੈ ਕੇ ਘੁੰਮਦੇ ਆ ਉਹਦੇ ਵਿੱਚ ਕੋਈ ਨਹੀਂ ਕਹਿੰਦਾ ਕਿ ਮੈਂ ਫਲਾਨੀ ਜਾਤ ਨੂੰ ਬਿਲੋਂਗ ਕਰਦਾ ਜਾਂ ਮੈਂ ਫਲਾਨੇ ਧਰਮ ਨੂੰ ਬਿਲੋਂਗ ਕਰਦਾ ਮੇਰਾ ਧਰਮ ਅਲਾਉ ਕਰਦਾ ਜਾਂ ਨਹੀਂ ਕਰਦਾ ਸੋ ਇਹ ਸਭ ਜਿਹੜੀਆਂ ਗੱਲਾਂ ਹੈਗੀਆਂ ਉਦੋਂ ਪਿੱਛੇ ਰਹਿ ਜਾਂਦੀਆਂ ਜਦੋਂ ਸਾਡਾ ਦੇਸ਼ ਆਉਂਦਾ ਆ ਦੇਸ਼ ਨੂੰ ਸਭ ਤੋਂ ਅੱਗੇ ਮੇਰਾ ਸਵਾਲ ਫਿਰ ਮੈਂ ਥੋੜਾ ਜਿਹਾ ਸੌਖਾ ਕਰ ਦਿੰਦਾ ਕਿ ਜਦੋਂ ਤੁਸੀਂ ਵੈਟਰਨਸ ਦੇ ਉਹ ਫਲੈਟ ਲਾਉਣ ਦੀ ਤਾਂ ਗੱਲ ਮਨਾ ਕਰ ਸਕਦੇ ਆ ਕਿ ਸਿਟੀ ਕਾਉਂਸਲ ਜਿਨ੍ਹਾਂ ਨੇ ਸਾਰੇ ਸਿਟੀ ਦੇ ਲਾਭ ਬਣਾਉਣੇ ਨੇ ਤੇ ਸਿਟੀ ਸਰਵਿਸਿਜ਼ ਨੂੰ ਪ੍ਰੋਟੈਕਟ ਕਰਨਾ ਅਜਿਹਾ ਲਾ ਨਹੀਂ ਬਣਾ ਸਕਦੇ ਕਿ ਕਿਸੇ ਵੀ ਪਬਲਿਕ ਸਰਵਿਸ ਦੇ ਵਾਹਨ ਦੇ ਉੱਤੇ ਕਿਸੇ ਵੀ ਧਰਮ ਕਿਸੇ ਵੀ ਸੈਕਸ਼ੁਅਲਿਟੀ ਨੂੰ ਪ੍ਰਮੋਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਫਿਰ ਅਗਰ ਸਿਟੀ ਉਸ ਨੂੰ ਅਲਾਉ ਨਹੀਂ ਕਰਦਾ ਪਿਆ ਫਿਰ ਤਾਂ ਸਾਰੇ ਪਬਲਿਕ ਹਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਫਿਰ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਹਾਂਜੀ ਫਿਰ ਸਾਰਿਆਂ ਨੂੰ ਕਿਸੇ ਵੀ ਧਰਮ ਨੂੰ ਪ੍ਰਮੋਟ ਕਰਨ ਦੇ ਲਈ ਜਾਂ ਕਿਸੇ ਵੀ ਹੋਰ ਚੀਜ਼ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਨੂੰ ਅਲਾਉਡ ਨਹੀਂ ਕੀਤਾ ਜਾਣਾ ਚਾਹੀਦਾ ਈਵਨ ਉਹਨਾਂ ਦੇ ਪਰਸਨਲ ਵਹੀਕਲਸ ਤੇ ਹਰਨਿਆ ਜੀ बहुत डिफिकल्ट हो जाएगा दविंदर जी ये सब कुछ मतलब के लागू करवाना क्योंकि डिफिकल्ट कितना हो चुका है जी दैट्स वेरी इजी सिंपल सॉल्यूशन है ਤੁਸੀਂ ਕਿ ਰਿਲੀਜਨ ਨੂੰ ਪ੍ਰਮੋਟ ਨਾ ਕਰੋ ਕਿ ਦੀ ਫੀਲਿੰਗ ਨੂੰ ਹਰਟ ਨਾ ਕਰੋ ਹਰਪੀ ਜੀ ਪਲੀਜ਼ ਲੈਟ ਮੀ ਸਪੀਕ ਮੈਨੂੰ ਲੱਗਦਾ ਹੈ ਕਿ ਦਵਿੰਦਰ ਜੀ ਨਹੀਂ ਹੋ ਸਕਦਾ ਪੋਸੀਬਲ ਕਿਉਂਕਿ ਤੁਸੀਂ ਕਿੰਨਾ ਕੁ ਕਮੈਂਟ ਪਰ ਹੈ ਜੀ ਤੁਸੀਂ ਮੈਨੂੰ ਵੀ ਬਹੁਤ ਵਾਰ ਬੋਲਣ ਦਿੰਦੇ ਹੋ ਕਿ ਤੁਸੀਂ ਕਿੰਨਾ ਕੁ ਕਮੈਂਟ ਕਰ ਲੋਗੇ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਬਟ ਹਰਨਿਆ ਜੀ ਰਿਲੀਜਨ ਜਿਹੜੀ ਜਦੋਂ ਹੁੰਦਾ ਹੈ ਨਾ ਲੋਕਾਂ ਦੀਆਂ ਭਾਵਨਾ ਐਲਜੀਬੀਟੀ ਵਾਲੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਅਕਮੋਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਫਿਰ ਤੁਹਾਨੂੰ ਬਾਇਕਾਟ ਨਹੀਂ ਕਰ ਜਾਣਗੇ ਓਕੇ ਮੈਂ ਤੁਹਾਨੂੰ ਜਵਾਬ ਦਿੰਦਾ ਜਦੋਂ ਆਪਾਂ ਰਿਲੀਜਨ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਲੋਕ ਇੰਨੇ ਇਮੋਸ਼ਨਲ ਹੁੰਦੇ ਆ ਆਪਾਂ ਕਾਫੀ ਵਾਰੀ ਸ਼ੋਅ ਕੀਤਾ ਕਿ ਇੰਡੀਆ ਧਰਮ ਦਾ ਨਾਂ ਲੈ ਕੇ ਜਿੱਥੇ ਮਰਜ਼ੀ ਦੰਗੇ ਕਰਾ ਲਓ ਰਿਲੀਜਨ ਨੂੰ ਲੋਕ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈਂਦੇ ਆ ਬੇਸਿਕਲੀ ਇਸੇ ਜਵਿੰਦਰ ਜੀ ਇਹ ਕਹਿੰਦੇ ਆ ਤੁਸੀਂ ਕਿਹਦੀ ਪ੍ਰਮੋਸ਼ਨ ਨਾ ਕਰੋ ਬੇਸਿਕਲੀ ਜੋ ਹੈਗਾ ਉਹਨੂੰ ਰਹਿਣ ਦਿਓ ਵਿਚ ਇਜ਼ ਨਾਟ ਰੋਂਗ ਬੇਸਿਕਲੀ ਕਿਹਨੂੰ ਬਾਇਕਾਟ ਕਰ ਇੱਕ ਮਿੰਟ ਰਹੇ ਆ ਜੀ ਇੱਕ ਲੈਟ ਮੀ ਫਿਨਿਸ਼ ਹੁਣ ਤੁਸੀਂ ਮੈਨੂੰ ਹੁਣੇ ਕਿਹਾ ਸੀ ਮੈਂ ਤੁਸੀਂ ਮੈਨੂੰ ਬੋਲਣ ਦਿਓ ਹੁਣ ਤੁਸੀਂ ਮੈਨੂੰ ਬੋਲਣ ਦਿਓ ਹਰਨਿਆ ਜੀ ਯੂ ਨੀਡ ਟੂ ਸਟਾਪ ਐਜ਼ ਯੂ ਜਸਟ ਆਸਕ ਮੀ ਓਕੇ ਹਰਨਿਆ ਜੀ ਯੂ ਨੀਡ ਟੂ ਸਟਾਪ ਯੂ ਨੀਡ ਟੂ ਲੈਟ ਮੀ ਟਾਕ ਹੀਅਰ ਹੁਣ ਤੁਸੀਂ ਗੱਲ ਕਰ ਰਹੇ ਸੀ ਮੈਂ ਵਿੱਚ ਨਹੀਂ ਬੋਲਿਆ ਹੁਣ ਜਦੋਂ ਮੈਂ ਗੱਲ ਕਰ ਰਿਹਾ ਤੁਸੀਂ ਕੋ ਵਿੱਚ ਬੋਲ ਰਹੇ ਜੋ ਮੈਨੂੰ ਦਵਿੰਦਰ ਜੀ ਇੱਕ ਮਿੰਟ ਦਵਿੰਦਰ ਜੀ ਇੱਕ ਕਮੈਂਟ ਜ਼ਰੂਰ ਕਰਨਾ ਚਾਹੁੰਦਾ ਦਵਿੰਦਰ ਜੀ ਇੱਕ ਕਮੈਂਟ ਮੈਂ ਜ਼ਰੂਰ ਕਰਨਾ ਚਾਹੂੰਗਾ ਕਿ ਬੇਸਿਕਲੀ ਤੁਸੀਂ ਜੇ ਕਿਹਨੂੰ ਪ੍ਰਮੋਟ ਨਾ ਕਰੋ ਤੁਸੀਂ ਜੋ ਕਰਨਾ ਚਾਹੁੰਦਾ ਕਰਨ ਦੋ ਐਟਲੀਸਟ ਕਿਹਦੀ ਫੀਲਿੰਗ ਹਰਟਸ ਨਹੀਂ ਹੋਊਗੀ ਪਰ ਦੇਖੋ ਜਦੋਂ ਰਿਲੀਜਨ ਦੀ ਪਬਲਿਕ ਸਰਵਿਸਿਜ਼ ਦੇ ਵਿੱਚ ਗੱਲ ਆਉਣੀ ਆ ਪ੍ਰੋਬਲਮ ਤਾਂ ਆਉਣੀ ਆ ਕੱਲ ਨੂੰ ਜੇ ਗੁਰੂ ਨਾਨਕ ਦੇਵ ਜੀ ਦੀ ਕੋਈ ਜੇ ਸਰੂਪ ਆ ਕੋਈ ਜੇ ਉਸ ਨੂੰ ਕਿਸੇ ਨੇ ਹਾਲਾਂਕਿ ਮਾੜੇ ਦਿਸ਼ੇ ਦੇ ਨਾਲ ਨਾ ਲਾਇਆ ਹੋਵੇ ਕੱਲ ਨੂੰ ਦੇਖਿਆ ਵੀ ਬੱਸ ਦੇ ਟਾਇਰ ਦੇ ਨਾਲ ਪਿਕਚਰ ਲੱਗੀ ਆ ਐਜ਼ ਅ ਸਿੱਖ ਆਈ ਥਿੰਕ ਦਿਸ ਇਜ਼ ਅ ਡਿਸਰਿਸਪੈਕਟ ਐਂਡ ਆਈ ਵਿਲ ਕੰਪਲੇਨ ਅਬਾਊਟ ਇਟ ਤੁਸੀਂ ਜਿਹੜੀ ਅਸੀਂ ਗੱਲ ਜਿਹੜੀ ਆ ਫਲੋਰ ਤੇ ਨਹੀਂ ਅਸੀਂ ਸਰੂਪ ਜੀ ਨੂੰ ਰੱਖ ਸਕਦੇ ਜਾਂ ਟਾਇਰ ਦੇ ਨਾਲ ਨਹੀਂ ਲਾ ਸਕਦੇ ਸੋ ਬੇਸਿਕਲੀ ਸਿਟੀ ਦਾ ਬਿਜ਼ਨਸ ਨਹੀਂ ਹੈਗਾ ਮੇਰੇ ਖਿਆਲ ਦੇ ਵਿੱਚ ਕਿ ਕਿਸੇ ਵੀ ਰਿਲੀਜਨ ਨੂੰ ਜਾਂ ਕਿਸੇ ਦੀ ਵੀ ਸੈਕਸ਼ੂਅਲ ਜਾਂ ਬਾਈਕਾਟ ਕਰੇ ਜਾਂ ਪ੍ਰਮੋਟ ਕਰੇ ਜੇ ਕਰਨਾ ਤਾਂ ਸਾਰਿਆਂ ਨੂੰ ਕਰੇ ਜੇ ਨਹੀਂ ਕਰਨਾ ਤਾਂ ਪਿਕ ਐਂਡ ਚੂਜ਼ ਦੀ ਜਿਹੜੀ ਪਰੰਪਰਾ ਜਾਂ ਉਹਦੇ ਲਈ ਜਿਹੜੇ ਸਹੀ ਕਾਨੂੰਨ ਨੇ ਜਾਂ ਸੰਵਿਧਾਨ ਨਹੀਂ ਹੈਗੇ ਉਸ ਬਾਰੇ ਲਿਖਣਾ ਚਾਹੀਦਾ ਨਹੀਂ ਹਰਿਆ ਜੀ ਇੱਕ ਵਾਰੀ ਜ਼ਰੂਰ ਪੁੱਛਣਾ ਪਾਊਂਗਾ ਕਿ ਪ੍ਰੋਬਲਮ ਕਾਹਦੀ ਆਊਗੀ
ਦਵਿੰਦਰ ਜੀ ਗੱਲ ਪਤਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਪਿਕ ਐਂਡ ਚੂਜ਼ ਨਹੀਂ ਕਰਨਾ ਚਾਹੀਦਾ, ਜੇ ਪ੍ਰਮੋਟ ਕਰਨਾ ਹੈ ਤਾਂ ਸਭ ਕੁਝ ਪ੍ਰਮੋਟ ਕਰਨਾ ਚਾਹੀਦਾ ਹੈ। ਮੇਰਾ ਸਵਾਲ ਉੱਥੇ ਹੀ ਹੁੰਦਾ ਹੈ ਕਿ ਤੁਸੀਂ ਕਿੰਨਾ ਕੁ ਪ੍ਰਮੋਟ ਕਰੋਗੇ, ਤੁਹਾਡਾ ਦਾਇਰਾ ਕਿੰਨਾ ਕੁ ਵੱਡਾ ਹੈ। ਇਸ ਬੰਦੇ ਨੇ ਰਿਫਿਊਜ਼ ਕਰਤਾ ਕਿ ਉਹ ਬੱਸ ਨਹੀਂ ਚਲਾਏਗਾ ਜਿੱਥੇ LGBT ਦਾ ਪੋਸਟਰ ਲੱਗਾ ਹੋਇਆ ਹੈ। ਸਭ ਤੋਂ ਪਹਿਲੀ ਗੱਲ ਤੇ ਇਹ ਕਿ ਸਿਟੀ LGBT ਨੂੰ ਪ੍ਰਮੋਟ ਕਰੇ ਜਾਂ ਸਿਟੀ LGBT ਦੇ ਕਿਸੇ ਫੰਕਸ਼ਨ ਨੂੰ ਪ੍ਰਮੋਟ ਕਰੇ, ਇਸ ਸਿਟੀ ਦੀ ਪ੍ਰੋਬਲਮ ਹੈ, ਸਿਟੀ ਦੇ ਸਟਾਫ ਦੀ ਪ੍ਰੋਬਲਮ ਹੈ। ਨਹੀਂ ਸਿਟੀ ਦੀ ਪ੍ਰੋਬਲਮ ਨਹੀਂ ਹੈ, ਸਿਟੀ ਰਨਸ ਵਿਦ ਦ ਟੈਕਸ ਪੇਅਰਸ ਮਨੀ, ਸਿਟੀ ਆਪਣੇ ਨੋਟ ਨਹੀਂ ਛਾਪਦੀ। ਫਿਰ ਠੀਕ ਹੈ, ਇਸ ਦਾ ਮਤਲਬ ਹੈ ਕਿ ਤੂੰ ਮਤਲਬ ਕਿ ਇਹ ਵਾਲਾ ਜਿਹੜਾ ਡਰਾਈਵਰ ਹੈ ਕਿ ਇਹ ਅਕਮੋਡੇਟ ਨਹੀਂ ਕਰੇਗਾ ਕਿਉਂਕਿ ਇਹਦੇ ਪਰਸਨਲ ਬਿਲੀਫ ਨਹੀਂ ਮੰਨਦੇ। ਉਹ ਇੱਕ ਮਿੰਟ ਹਰਨਿਆ ਜੀ, ਤੁਸੀਂ ਕੁਐਸਚਨ ਨਹੀਂ ਸਮਝੇ। ਓਕੇ, ਤੁਸੀਂ ਬੇਸਿਕਲੀ ਕੁਐਸਚਨ ਇਹ ਆ ਕਿ ਨਾ ਤੁਸੀਂ ਕੋਈ ਚੀਜ਼ ਹਰਨਿਆ ਜੀ ਇੱਕ ਮਿੰਟ ਬੈਕ ਫਾਇਰ ਕਰ ਸਕਦੇ ਨੇ, ਜੇ ਉਹ ਉਹਨਾਂ ਨੂੰ ਬਾਇਕਾਟ ਕਰ ਰਿਹਾ ਤੇ ਉਹ ਵੀ ਉਹਨੂੰ ਬਾਇਕਾਟ ਕਰ ਸਕਦੇ ਨੇ। ਉਹ ਕੀ ਸਮਝਦੇ ਉਹ ਸਭ ਤੋਂ ਵੱਡਾ ਇੱਥੇ ਹੈਗਾ, ਉਹਦੇ ਬਿਲੀਫ ਸਭ ਤੋਂ ਵੱਡੇ ਹੈਗੇ। ਜੇ ਉਹ ਓਕੇ ਹਰਨਿਆ ਜੀ, ਬੇਸਿਕਲੀ ਇਸ਼ੂ ਇਜ਼ ਤੁਸੀਂ ਕਿਹਨੂੰ ਬਾਈਕਾਟ ਨਾ ਕਰੋ, ਤੁਸੀਂ ਕਿਹਨੂੰ ਪ੍ਰਮੋਟ ਨਾ ਕਰੋ, ਤੁਸੀਂ ਕਿਹਨੂੰ ਹਾਂ ਨਾ ਕਹੋ, ਤੁਸੀਂ ਕਿਹਨੂੰ ਨਾ ਕਹੋ। ਖੁਦ ਹੀ ਕਿਹਾ ਸੀ ਕਿ ਐਵਰੀ ਐਕਸ਼ਨ ਹੈਜ਼ ਐਨ ਹਰਨਿਆ ਜੀ ਤੁਹਾਡੀ ਗੱਲ ਨਹੀਂ ਸਮਝ ਆਉਂਦੀ ਜਦੋਂ ਤੁਸੀਂ ਇਦਾਂ ਬੋਲਦੇ ਜੋ। ਹਰਨਿਆ ਜੀ ਤੁਸੀਂ ਯੂ ਨੀਡ ਟੂ ਅੰਡਰਸਟੈਂਡ ਕਿ ਸਾਨੂੰ ਤੁਹਾਡੀ ਗੱਲ ਨਹੀਂ ਸਮਝ ਆਉਂਦੀ, ਤੁਸੀਂ ਇਦਾਂ ਬੋਲਦੇ ਜੋ। ਡਿਬੇਟ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਕੰਪਲੀਟ ਕਰਾਂ ਫਿਰ ਤੁਸੀਂ ਬੋਲ ਸਕਦੇ ਹੋ। ਨਹੀਂ ਤੁਸੀਂ ਮੇਰੀ ਗੱਲ 'ਚ ਬੋਲਦੇ ਜੋ, ਤੁਸੀਂ ਮੇਰੀ ਗੱਲ 'ਚ ਬੋਲਣ ਦੇ ਜੋ। ਕਮੈਂਟ ਕਰੀ ਸੀ ਤੁਸੀਂ ਮੈਨੂੰ ਵਿੱਚੇ ਟੋਕਤਾ। ਡਿਬੇਟ ਕਰਨ ਤੋਂ ਹਰਨਿਆ ਜੀ, ਡਿਬੇਟ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਕਿਹਾ ਸੀ ਗਲਾ ਖਰਾਬ ਆ, ਤਾਂ ਮੈਂ ਉਮੀਦ ਕੀਤੀ ਸੀ ਕਿ ਅੱਜ ਸ਼ਾਂਤਮਈ ਡਿਬੇਟ ਹੋਊਗਾ, ਪਰ ਨਹੀਂ, ਮੇਰਾ ਖਿਆਲ ਗਲਾ ਠੀਕ ਹੀ ਸੀ ਤੁਹਾਡਾ। ਪਰ ਦੂਜੇ ਪਾਸੇ ਜੇ ਗੱਲਬਾਤ ਕੀਤੀ ਜਾਵੇ ਇਹ ਸੀਰੀਅਸ ਗੱਲਾਂ ਦੀ, ਜਦੋਂ ਧਾਰਮਿਕ ਮਸਲੇ ਜਾਂ ਸੈਕਸ਼ੁਅਲਟੀ ਦੇ ਮਸਲੇ ਸਿਟੀ ਦੇ ਕੋਲੇ ਆਉਂਦੇ ਨੇ, ਕਿਸੇ ਦੀਆਂ ਭਾਵਨਾਵਾਂ ਹਰਟ ਹੁੰਦੀਆਂ ਨੇ, ਕਿਸੇ ਦੀਆਂ ਜ਼ਿਆਦਾ ਉਜਾਗਰ ਕਰਨ ਦੀਆਂ ਗੱਲ ਕੀਤੀ ਜਾਂਦੀ ਆ। ਇਹ ਮਸਲੇ ਅੱਜ ਇੱਥੇ ਨਹੀਂ ਖਤਮ ਹੋ ਜਾਣੇ, ਇਹ ਆਉਂਦੇ ਰਹਿਣੇ ਨੇ। ਗੱਲ ਇਕੱਲੇ ਕ੍ਰਿਸਚੀਅਨਸ ਦੀ, ਹਿੰਦੂ ਮੁਸਲਿਮ ਸਿੱਖ ਈਸਾਈ ਦੀ ਨਹੀਂ ਹੋ ਰਹੀ, ਗੱਲ ਸਾਰੇ ਧਰਮਾਂ ਦੀ ਹੋ ਰਹੀ ਆ। ਧਰਮ ਦੀਆਂ ਆਪਣੀਆਂ ਭਾਵਨਾਵਾਂ ਨੇ, ਦੂਜੀਆਂ ਸੋਸ਼ਲ ਭਾਵਨਾਵਾਂ ਸਾਡੀਆਂ ਨੇ। ਜਦੋਂ ਵੱਖਰੇ ਮੁਲਕਾਂ ਦੇ ਵਿੱਚ ਆਉਂਦੇ ਆ, ਸਾਨੂੰ ਉਸ ਕਲਚਰ ਨੂੰ ਅਡਾਪਟ ਕਰਨ ਦੇ ਲਈ ਇੱਕ ਬੈਲੈਂਸ ਬਣਾਉਣਾ ਪੈਂਦਾ। ਬੈਲੈਂਸ ਬਣਾਉਣ ਦੇ ਲਈ ਕਈ ਕਾਇਦੇ ਕਾਨੂੰਨ ਬਣਾਉਣੇ ਜ਼ਰੂਰੀ ਨੇ। ਮੈਂ ਤੁਹਾਨੂੰ ਦੱਸਿਆ ਸੀ ਕਿ ਵੈਟਰਨਸ ਦੇ ਫਲੈਟ ਰਿਫਿਊਜ਼ ਕਰਨ ਕੀਤੇ ਗਏ ਸੀਗੇ, ਸਿਟੀ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਵੀ ਕੈਨ ਨਾਟ ਫੋਰਸ ਦੈਟ। ਸੋ ਸਿਟੀ ਦੀ ਪੋਜੀਸ਼ਨ ਇਹ ਵੀ ਹੋਣੀ ਚਾਹੀਦੀ ਜੇ ਸੈਕਸ਼ੂਅਲ ਓਰੀਐਂਟੇਸ਼ਨ ਦੇ ਵਿੱਚ, ਕੈਨ ਯੂ ਫੋਰਸ ਦ ਡਰਾਈਵਰਸ ਟੂ ਡਰਾਈਵ ਦ ਬੱਸ ਵਿਦ ਦ ਰੇਨਬੋ ਕਲਰ ਔਰ ਨਾਟ। ਜਾਂ ਇੱਕ ਸਿੱਧੀ ਪਾਲਿਸੀ ਬਣਾ ਦੇਣੀ ਚਾਹੀਦੀ ਆ ਕਿ ਕਿਸੇ ਦੀ ਵੀ ਧਾਰਮਿਕ ਜਾਂ ਕਿਸੇ ਦੀ ਅਸੀਂ ਦੂਜੀ ਭਾਵਨਾ ਹੈਗੀ ਆ, ਕਿਉਂਕਿ ਸਿਟੀ ਕੈਨ ਨਾਟ babysit any religion or social values, so they should stay out of it. Why not make a consistent rule ਕਿ ਨਾ ਤਾਂ ਅਸੀਂ ਕਿਸੇ ਧਰਮ ਨੂੰ ਪ੍ਰਮੋਟ ਕਰਨਾ, ਨਾ ਕਿਸੇ ਧਰਮ ਦੇ ਵਿਰੋਧ ਵਿੱਚ ਜਾਣਾ, ਨਾ ਕਿਸੇ ਸੈਕਸ਼ੁਅਲਿਟੀ ਨੂੰ ਪ੍ਰਮੋਟ ਕਰਨਾ, ਨਾ ਕਿਸੇ ਦੇ ਵਿਰੋਧ ਦੇ ਵਿੱਚ ਜਾਣਾ। ਉਮੀਦ ਕਰਦੇ ਹਾਂ ਜਿਹੜੀਆਂ ਮਿਊਨਿਸਪੈਲਿਟੀਜ਼ ਨਾਟ ਓਨਲੀ ਕੈਲਗਰੀ ਪਰ ਟੋਰਾਂਟੋ, ਵੈਨਕੂਵਰ, ਮੌਂਟਰੀਅਲ, ਐਡਮਿੰਟਨ ਵਰਗੇ ਸ਼ਹਿਰਾਂ ਦੇ ਵਿੱਚ ਵੀ ਇਹ ਕੰਨਾਂ ਤੇ ਆਵਾਜ਼ ਜ਼ਰੂਰ ਉੱਠੀ ਹੋਊਗੀ ਕਿ ਇਹੋ ਜਿਹੇ ਲਾਅ ਬਣਾਉਣ ਦੀ ਲੋੜ ਆ। ਕਿਉਂਕਿ ਇਹ ਨਹੀਂ ਕਿ ਡਰਾਈਵਰ ਤੁਰੀ ਜਾਂਦੀ ਬੱਸ ਦੇ ਵਿੱਚੋਂ ਕਿਸੇ ਗੇਜ਼ ਜਾਂ ਲੈਸਬੀਅਨ ਨੂੰ ਬਾਹਰ ਲਾ ਦੇਵੇ ਜਾਂ ਕਿਸੇ ਸਿੱਖ ਜਾਂ ਹਿੰਦੂ ਮੁਸਲਮਾਨ ਨੂੰ ਬਾਹਰ ਲਾ ਦੇਵੇ ਕਿ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ। ਲਾਅ ਬਣਾ ਦੇਣੇ ਚਾਹੀਦੇ ਨੇ, ਕਲੀਅਰ ਬਣਾ ਦੇਣੇ ਚਾਹੀਦੇ ਨੇ। ਜੇ ਡਰਾਈਵਰ ਲਾਈਕ ਕਰਦਾ ਦੈਨ ਹੀ ਇਜ਼ ਪਾਰਟ ਆਫ ਦੈਟ ਇਨਵਾਇਰਨਮੈਂਟ, ਤਾਂ ਉਸ ਇਨਵਾਇਰਨਮੈਂਟ ਤੇ ਰੂਲਸ ਬਲੈਕ ਐਂਡ ਵਾਈਟ ਹੋਣੇ ਚਾਹੀਦੇ ਨੇ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਕੋਸ਼ਿਸ਼ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੋਊਗੀ। ਇਸ ਪ੍ਰੋਗਰਾਮ ਸੰਬੰਧੀ ਜਿਵੇਂ ਹਮੇਸ਼ਾ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਆਪਣੇ ਸੁਝਾਅ ਤੇ ਵਿਚਾਰ ਜ਼ਰੂਰ ਸ਼ੇਅਰ ਕਰਿਆ ਕਰੋ। ਹੇਠਾਂ ਲਿਖੇ ਈਮੇਲ ਐਡਰੈਸ ਤੇ ਜਾਂ ਫੋਨ ਨੰਬਰ ਤੇ ਤੁਸੀਂ ਆਪਣੇ ਸੁਝਾਅ ਸਾਨੂੰ ਦੇ ਸਕਦੇ ਹੋ। ਇਹਨਾਂ ਸੁਝਾਵਾਂ ਸਦਕਾ ਹੀ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੇ ਵਿੱਚ ਸਾਨੂੰ ਬਹੁਤ ਮਦਦ ਮਿਲਦੀ ਆ। ਅਖੀਰ ਵਿੱਚ ਜਾਂਦੇ ਜਾਂਦੇ ਤੁਹਾਡੇ ਤਿੰਨੇ ਮਹਿਮਾਨਾਂ ਦਾ ਥੈਂਕ ਯੂ ਵੈਰੀ ਮਚ ਐਂਡ ਗੁੱਡ ਨਾਈਟ।